ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਅਤੇ ਬਹਿਸ। ਤੁਸੀਂ ਜ਼ੀਰੋ ਕਰ ਲਈ, ਠੀਕ ਹੈ ਜੀ। ਜ਼ੀਰੋ, ਯੈਸ। ਲੀਡਰ ਆਫ ਆਪੋਜੀਸ਼ਨ, ਲੀਡਰ ਆਫ ਆਪੋਜੀਸ਼ਨ ਮਾਈਕ ਆਨ ਕਰੋ। मेरी गुजारिश ये है जिथे स्टेट दे मुख मंत्री हु इज द हेड ऑफ द स्टेट वो खुद स्टेटमेंट दे रहे हैं कि मेरी अपनी जान जिहड़ी है खतरे विच है ते तुसीं डिस्कशन अलाउ नहीं कर रहे। कैन देयर बी एनीथिंग मोर इंपॉर्टेंट दैन द लाइफ ऑफ आवर ऑनरेबल चीफ मिनिस्टर? सानू बहुत प्यारे ने, ये एडी सीरीयस मैटर है जी, इहदे ते डिस्कशन नहीं होनी तो होनी किहदे ते जी? या इस गल का जवाब दे देण इत्थे कि गलती नाल वीडियो आ गई मेरी, या जवाब दवा दो मैं बह जाना। ये तुसी मैसेज दिता है कि चीफ मिनिस्टर साहब ते आम पंजाबी दी जिंदगी किस तरह महफूज होएगी? इफ द हेड ऑफ द स्टेट हिमसेल्फ कंसीड्स माय लाइफ इज अंडर डेंजर तो एवरीबॉडी इज पर्टर्ब्ड इन द स्टेट। गुजारिश असीं कर रहे अद्धे घंटे वास्ते जिथे चीफ मिनिस्टर साहब दी लाइफ खतरे च जी, वो इशू नहीं आपां डिस्कस करना, बाकी आ पीएससी ते डीएससी जो आपां की लेना जी। सीएम साहब बिल्कुल ये तुहाडे सारे जिहड़े कंसर्न है इन्हां दा जवाब देणगे। वेरी वेरी कंसर्न है चीफ मिनिस्टर साहब या जवाब देण कि ये गलती नाल इन्हां को किया गया ते फिर ते सानू भी इंश्योरेंस हो जाए। तुहाडी जान सानू इन्नी प्यारी है भगवत जी, नहीं हां सीएम साहब जवाब देणगे। कल इन्हां दा जिहड़ा समा है जवाब देणगे, बिल्कुल जवाब देणगे। तुहाडी गल आ गई है। एक मिनट आ जिहड़ा तुसीं वेखो असीं गल कर रहे हां, अग्नि पथ वाले तुसीं पहले सद लए ने, साडा कोई ਇਹੋ ਜਿਹਾ ਕੰਮ ਹੈ ਨਹੀਂ ਕਿ ਇਹਨਾਂ ਨੂੰ ਸਾਰੇ ਵੇਖੋ ਲਾਈਨ ਚ ਲਵਾ ਲਿਆ ਅਗਨੀਪਥ ਸਾਰਾ। ਚਲੋ ਤੁਹਾਡੀ ਗੱਲ ਇਹ ਵਿਚਾਰੀ ਐਡੀ ਸਾਰੀ ਰੈਜੀਮੈਂਟ ਇਕੱਠੀ ਕਰ ਲਈ ਜੇ ਸਾਡੇ ਤੋਂ ਤੁਹਾਨੂੰ ਫਿਕਰ ਕਿਹੜੀ ਗੱਲ? ਮੈਂ ਆਪਾਂ ਬਹਿਸ ਸ਼ੁਰੂ ਕਰੀਏ ਜੀ, ਫਿਰ ਡਿਸਕਸ਼ਨ ਸ਼ੁਰੂ ਕਰੀਏ। ਉਹ ਕਰਾਂਗੇ, ਸਾਨੂੰ ਅੱਧਾ ਘੰਟਾ ਹੀ ਦੇ ਆਪਾਂ ਡਿਸਕਸ਼ਨ। ਹਾਂ ਆਪਾਂ ਡਿਸਕਸ਼ਨ ਸ਼ੁਰੂ ਕਰ ਲਈਏ ਜੀ। ਡਿਸਕਸ਼ਨ ਆ ਖਹਿਰਾ ਸਾਹਿਬ ਜ਼ੀਰੋ ਆਵਰ ਜੀ। ਖਹਿਰਾ ਸਾਹਿਬ ਇਹਨਾਂ ਨੂੰ ਪਹਿਲਾਂ ਸਰਦਾਰ ਸੁਖਪਾਲ ਦੇਖੋ ਗੱਲ ਇਹ ਆ ਸਿੰਘ ਖਹਿਰਾ ਜਿਹੜੀ ਗੱਲ ਨਾ ਲੀਡਰ ਆਫ ਆਪੋਜੀਸ਼ਨ ਉਠਾ ਰਹੇ ਨੇ ਜੀ, ਉਹ ਇਕੱਲੇ ਚੀਫ ਮਿਨਿਸਟਰ ਨੂੰ ਥ੍ਰੈਟ ਕਾਲਸ ਨਹੀਂ ਆਈਆਂ, ਪੁਰਾਣਿਆਂ ਨੂੰ ਨਹੀਂ ਆਈਆਂ, ਆੜਤੀਆਂ ਨੂੰ, ਸਰਪੰਚਾਂ ਨੂੰ, ਡਾਕਟਰਾਂ ਨੂੰ, ਪੰਜਾਬ ਭਰ ਦੇ ਵਿੱਚ ਬਹੁਤ ਲੋਕ ਰੈਂਸਮ ਦੇ ਚੁੱਕੇ ਨੇ, ਡਰਦਿਆਂ ਨੇ। ਡਿਪਟੀ ਚੀਫ ਮਿਨਿਸਟਰ ਓਪੀ ਸੋਨੀ, ਚਲੋ ਉਹਨਾਂ ਪੋਲੀਟੀਕਲ ਬੰਦਿਆਂ ਨੂੰ ਛੱਡੋ, ਜਿਹੜੇ ਆਮ ਸਧਾਰਨ ਵਿਅਕਤੀ ਵਪਾਰੀ ਨੇ ਉਹਨਾਂ ਨੂੰ ਅਨਨੋਨ ਨੰਬਰਸ ਤੋਂ ਕਾਲਸ ਆਉਂਦੀਆਂ ਨੇ, ਕਿਉਂਕਿ ਹਾਲਾਤ ਇਦਾਂ ਦੇ ਪੈਦਾ ਦਹਿਸ਼ਤ ਵਾਲੇ ਨੇ। ਉਹ ਡਰਦੇ ਕਈ ਤਾਂ ਪੁਲਿਸ ਨੂੰ ਰਿਪੋਰਟ ਨਹੀਂ ਕਰ ਰਹੇ। ਸਾਡੇ ਪੀਸੀਸੀ ਪ੍ਰੈਜ਼ੀਡੈਂਟ ਨੂੰ ਕਨਫਰੈਂਸ ਕੀਤਾ ਮੁਕਤਸਰ ਦੇ ਕੁਝ ਲੋਕਾਂ ਨੇ ਕਿ ਅਸੀਂ ਦਿੱਤੀ ਨਹੀਂ ਸ਼ਿਕਾਇਤ, ਅਸੀਂ ਪੈਸੇ ਦੇ ਆਏ ਹਾਂ ਜੀ। ਸੋ ਇਹ ਇੱਕ ਇੰਪੋਰਟੈਂਟ ਇਸ਼ੂ ਸਾਡੇ ਲੀਡਰ ਆਫ ਆਪੋਜੀਸ਼ਨ ਉਠਾਉਣਾ ਚਾਹੁੰਦੇ ਨੇ, ਇਹਦੇ ਤੇ ਆਪਾਂ ਡਿਸਕਸ਼ਨ ਮੰਗ ਰਹੇ ਹਾਂ। ਇਸ ਲਈ ਕਹਿੰਦੇ ਸੈਸ਼ਨ ਜਿਹੜਾ ਵਾ ਉਹ ਵਧਾਉਣਾ ਜ਼ਿਆਦਾ ਲੰਬਾ ਚਾਹੀਦਾ ਤਾਂ ਕਿ ਖੁੱਲ੍ਹ ਕੇ ਸਾਰੀਆਂ ਗੱਲਾਂ ਡਿਬੇਟ ਹੋ ਜਾਏ। ਇਹ ਤੋਂ ਜ਼ਿਆਦਾ ਅਸੀਂ ਕੀ ਮੰਗਣਾ ਜੀ? ਕੋਈ ਸਾਡਾ ਪਰਸਨਲ ਇਸ਼ੂ ਤਾਂ ਹੈ ਨਹੀਂਗਾ ਸਪੀਕਰ ਸਾਹਿਬ, ਸਾਡਾ ਆਪਾਂ ਡਿਸਕਸ਼ਨ ਵਾਸਤੇ ਦੇਖੋ ਗੱਲ ਆ ਗਈ ਹੁਣ। ਜ਼ੀਰੋ ਆਵਰ ਤੇ ਕੋਈ ਹੋਰ ਮਾਨਯੋਗ ਮੈਂਬਰ ਜ਼ੀਰੋ ਆਵਰ ਤੇ ਬੋਲਣਾ ਚਾਹੁੰਦੇ? ਆਪਾਂ ਜ਼ੀਰੋ ਆਵਰ ਤੇ ਹੋ ਕੇ ਹੋਰ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ, ਪਹਿਲਾਂ ਇਹਨਾਂ ਦੀ ਗੱਲ ਕੰਪਲੀਟ ਹੋ ਲੈਣ ਦਿਓ ਜੀ। ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਜ਼ੀਰੋ ਆਵਰ ਦਾ ਸਾਰਥਕ ਤੌਰ ਤੇ ਆਪਾਂ ਇਹਦਾ ਯੂਜ਼ ਕਰ ਲਈਏ। ਜ਼ੀਰੋ ਆਵਰ ਦਾ ਤੁਹਾਡੀ ਗੱਲ ਆ ਗਈ ਹੈ, ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਗੱਲ ਆ ਗਈ ਹੈ, ਸਰਦਾਰ ਮਨਜੀਤ ਸਿੰਘ ਬਲਾਸਪੁਰ ਜੀ ਨੇ ਤੁਹਾਡੀ ਗੱਲ ਆ ਗਈ। ਤੁਸੀਂ ਬੋਲਣਾ ਕੀ ਨੇ ਹੈ? ਇਹ ਕੱਲ ਇਹ ਆਪਦਾ ਜਵਾਬ ਦੇਣਗੇ, ਮੁੱਖ ਮੰਤਰੀ ਸਾਹਿਬ ਜਵਾਬ ਦੇਣਗੇ ਕੱਲ ਜਵਾਬ ਦੇਣਗੇ, ਬਿਲਕੁਲ ਦੇਣਗੇ ਜੀ, ਬਿਲਕੁਲ ਦੇਣਗੇ। ਸਰਦਾਰ ਮਨਜੀਤ ਸਿੰਘ ਬਲਾਸਪੁਰ। बहुत बहुत धन्यवाद जी स्पीकर साहब। स्पीकर साहब ਹੁਣ ਉਹਨਾਂ ਦੀ ਗੱਲ ਪੂਰੀ ਹੋ ਜਾਣਾ। ਮੈਂ ਤੁਹਾਨੂੰ ਮੈਂ ਬਹੁਤ, ਬੜਾ ਤੁਸੀਂ ਆਨਰੇਬਲ ਲੀਡਰ ਹੋ, हैरान आ भी लॉ एंड आर्डर की गल कर कौन रहे आ? ਜਵਾਬ ਦੇਣਗੇ ਜੀ, ਨਹੀਂ ਇੱਥੇ ਦੇਣਗੇ। स्पीकर साहब ਜਿਹੜੇ लॉ एंड आर्डर की गल करदे ना, ਜਿਹੜੇ बैठो मान बाजवा साहब मानयोग बाजवा जी बाजवा साहब सीएम साहब बैठो। ਆਪਾਂ मैं मानयोग ਆਪੋਜੀਸ਼ਨ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ
ਵੀ ਆਪਾਂ ਕਾਰਵਾਈ ਚਲਾਈਏ। ਤੁਹਾਨੂੰ ਜਵਾਬ ਦੇਣਗੇ ਮੁੱਖ ਮੰਤਰੀ ਸਾਹਿਬ ਕੱਲ। ਯੈਸ ਸਰ, ਮੈਂ ਬੈਠਾ, ਮੈਂ ਲੈ ਕੇ ਦੇਣਾ ਜਵਾਬ ਤੁਹਾਨੂੰ, ਮੈਂ ਲੈ ਕੇ ਦੇਣਾ। ਸਪੀਕਰ ਸਾਹਿਬ, ਹੀ ਇਜ਼ ਕੰਟੀਨਿਊਇੰਗ। ਜਿਹੜੀ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਆ, ਹਾਂਜੀ, ਇਹ ਮਾਨ ਸਰਕਾਰ ਪਿੱਛੋਂ ਨਹੀਂ ਲੈ ਕੇ ਆਈ, ਕਿਉਂਕਿ ਮਾਨ ਸਰਕਾਰ ਬਣੀ ਨੂੰ ਹਲੇ 3 ਮਹੀਨੇ ਹੋਏ ਆ। ਇਹਦੀ ਰਾਜਾ ਜੀ, ਸਰ ਰਾਜਾ ਜੀ ਨੂੰ ਤੁਸੀਂ ਆਪਦੀ ਸਲਾਹ ਕਰ ਲਓ ਜੀ ਇੱਕ ਵਾਰੀ ਕੀ ਕਰਨਾ ਹੈ। ਚਲੋ ਹਾਂਜੀ ਬੋਲੋ ਜੀ। ਅਸਲ ਵਿੱਚ ਸਪੀਕਰ ਸਾਹਿਬ, ਕਈ ਵਾਰ ਨਾ ਦਾਦੇ ਦੀਆਂ ਕੀਤੀਆਂ ਹੋਈਆਂ ਪੋਤੇ ਨੂੰ ਭਰਨੀਆਂ ਪੈਂਦੀਆਂ। ਜਿਹੜੇ ਪਿਛਲੇ 2007 ਤੋਂ ਗੈਂਗਸਟਰ ਪੈਦਾ ਹੋਣੇ ਸ਼ੁਰੂ ਹੋਏ ਆ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ, ਤੇ ਜਿਹੜਾ ਲੰਬਾ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਕੀਤਾ, ਉਹ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਕਈ ਵਾਰ ਦਾਦੇ ਦੀਆਂ ਕੀਤੀਆਂ ਪੋਤੇ ਨੂੰ ਭਰਨੀਆਂ ਪੈਂਦੀਆਂ। ਆਪਾਂ ਹੁਣ ਅਗਲੀ ਉਹਨਾਂ ਦੀ item ਲੈਂਦੇ ਉਮਰ ਆ। ਮਾਨ ਸਾਹਿਬ ਦੇ ਦਾਦਾ ਜੀ ਵਰਗੀ ਆ, ਉਹਨਾਂ ਦੀਆਂ ਕੀਤੀਆਂ ਇਹਨਾਂ ਨੂੰ ਭਰਨੀਆਂ ਪੈ ਰਹੀਆਂ। ਪਲੀਜ਼ ਤੁਸੀਂ ਬੈਠੋ, ਤੁਸੀਂ ਬੈਠੋ। ਸ਼੍ਰੀ ਅਮਨ ਅਰੋੜਾ MLA ਮਤਾ ਪੇਸ਼ ਕਰਨਗੇ। ਅਮਨ ਅਰੋੜਾ ਜੀ, ਹੋ ਗਏ, ਹੋ ਗਏ, ਆਪਾਂ ਕਰਾਂਗੇ, ਬਹੁਤ ਬਹੁਤ ਕਰਾਂਗੇ। ਖਹਿਰਾ ਸਾਹਿਬ, ਹਾਂ ਕਰੋ ਅਮਨ ਜੀ। ਤੁਸੀਂ ਬਹੁਤ ਟਾਈਮ ਲਾ ਲੈਣਾ ਜੀ, ਕੱਲ ਨੂੰ ਕਰ ਲਿਓ। ਕਿੰਨੇ ਇਸ਼ੂ ਨੇ ਜਿਹੜਾ ਲਿਸਟਡ ਹੈ? ਅਮਨ ਜੀ ਬੋਲੋ। ਬਹੁਤ ਧੰਨਵਾਦ ਸਪੀਕਰ ਸਾਹਿਬ। ਤੁਹਾਡਾ ਨਾਂ ਆਇਆ ਹੋਇਆ ਬੋਲਣ ਵਾਸਤੇ, ਤੁਸੀਂ ਬੋਲੋਗੇ। ਸ਼੍ਰੀਮਾਨ ਜੀ, ਤੁਹਾਡਾ ਨਾਂ ਆਇਆ ਹੋਇਆ, ਤੁਸੀਂ ਸ਼੍ਰੀਮਾਨ ਬੋਲੋਗੇ। ਜੀ, ਮੈਂ ਪ੍ਰਸਤਾਵ ਇਸੇ ਕਰਦਾ ਹਾਂ ਮਤਾ ਆ ਜਾਣ ਦਿਓ, ਬੋਲੋਗੇ। ਕਿ ਰਾਜਪਾਲ ਜੀ ਮਤਾ ਆ ਜਾਣ ਦਿਓ, ਨੂੰ ਬੋਲਣਗੇ। ਹੇਠ ਲਿਖੇ ਸ਼ਬਦਾਂ ਵਿੱਚ ਮਾਣ ਪੱਤਰ ਪੇਸ਼ ਕੀਤਾ ਜਾਵੇ ਜੀ ਕਿ ਇਸ ਸਮਾਗਮ ਵਿੱਚ ਇਕੱਤਰ ਹੋਏ ਇਸ ਸਦਨ ਦੇ ਮੈਂਬਰ ਰਾਜਪਾਲ ਜੀ ਦੇ ਉਸ ਭਾਸ਼ਣ ਲਈ ਅਤ ਧੰਨਵਾਦੀ ਹਨ ਜੋ ਉਹਨਾਂ ਨੇ 21 ਮਾਰਚ 2022 ਨੂੰ ਸਦਨ ਵਿੱਚ ਦੇਣ ਦੀ ਕਿਰਪਾਲਤਾ ਕੀਤੀ। ਬਹੁਤ ਧੰਨਵਾਦ ਜੀ। ਸ਼੍ਰੀ ਜੈ ਕਿਸ਼ਨ ਸਿੰਘ MLA ਮਤੇ ਦੀ ਪ੍ਰੋੜਤਾ ਕਰਨਗੇ। ਮੈਂ ਉਪਰੋਕਤ ਮਤੇ ਦੀ ਪ੍ਰੋੜਤਾ ਕਰਦਾ ਹਾਂ ਜੀ। ਅਮਨ ਜੀ, ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਰਾਜਪਾਲ ਜੀ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਮਾਣ ਪੱਤਰ ਪੇਸ਼ ਕੀਤਾ ਜਾਵੇ ਕਿ ਇਸ ਸਮਾਗਮ ਵਿੱਚ ਇਕੱਤਰ ਹੋਏ ਇਸ ਸਦਨ ਦੇ ਮੈਂਬਰ ਰਾਜਪਾਲ ਜੀ ਦੇ ਉਸ ਭਾਸ਼ਣ ਲਈ ਅਤੀ ਧੰਨਵਾਦੀ ਹਨ ਜੋ ਉਹਨਾਂ ਨੇ 21 ਮਾਰਚ 2022 ਨੂੰ ਸਦਨ ਵਿੱਚ ਦੇਣ ਦੀ ਕਿਰਪਾਲਤਾ ਕੀਤੀ। ਸ਼੍ਰੀ ਅਮਨ ਅਰੋੜਾ ਜੀ MLA, ਸ਼੍ਰੀ ਜੈ ਕਿਸ਼ਨ ਸਿੰਘ MLA। ਅਮਨ ਅਰੋੜਾ ਜੀ। ਸਪੀਕਰ ਸਾਹਿਬ, ਬਹੁਤ ਧੰਨਵਾਦ ਜੀ। ਸਰ 2 ਮਿੰਟ ਬੋਲ। ਮੈਂ ਆਪ ਜੀ ਇੱਕ ਖਹਿਰਾ ਸਾਹਿਬ ਬਹਿ ਜਾਓ 10 ਮਿੰਟ। MLA ਸਾਹਿਬ ਇੱਕ ਮਿੰਟ ਅਮਨ ਜੀ ਇੱਕ ਮਿੰਟ ਮੇਰੀ ਇੱਕ ਗੱਲ ਸੁਣੋ। ਤੁਸੀਂ ਕਰ ਹੀ ਨਹੀਂ ਰਹੇ ਜੀ ਜ਼ੀਰੋ, ਤੁਸੀਂ ਡਿਸਕਸ਼ਨ ਕਰੀ ਜਾਂਦੇ ਹੋ। ਨਹੀਂ ਹੋ ਗਿਆ, ਤੁਹਾਨੂੰ ਡਿਸਕਸ਼ਨ ਦੇ ਵਿੱਚ ਵੱਧ ਟਾਈਮ ਦੇ ਦਾਂਗੇ। ਚਲੋ ਹੁਣ ਸੁਣ ਲਓ, ਆਪਾਂ 1 ਮਿੰਟ ਦੀ ਸ਼ਰਮਾ ਜੀ ਹੁਣ ਸੁਣ ਲਓ। ਜਿਹੜੇ ਸਾਡੇ ਮਾਣਯੋਗ ਆਜ਼ਾਦ ਮੈਂਬਰ ਨੇ ਉਹਨਾਂ ਨੂੰ 3 ਮਿੰਟ, ਬਹੁਜਨ ਸਮਾਜ ਪਾਰਟੀ ਨੂੰ 3 ਮਿੰਟ, ਭਾਰਤੀ ਜਨਤਾ ਪਾਰਟੀ ਨੂੰ 6 ਮਿੰਟ, ਸ਼੍ਰੋਮਣੀ ਅਕਾਲੀ ਦਲ ਨੂੰ 9 ਮਿੰਟ ਤੇ ਤੁਹਾਨੂੰ 55 ਮਿੰਟ ਹੈ। ਤੁਹਾਨੂੰ 55 ਮਿੰਟ ਤੁਸੀਂ ਉਹਨੂੰ ਯੂਜ਼ ਹੀ ਨਹੀਂ ਕੀਤਾ, ਤੁਸੀਂ ਮਿਸਯੂਜ਼ ਕਰ। ਇੰਡੀਅਨ ਨੈਸ਼ਨਲ ਕਾਂਗਰਸ ਦੇ 55 ਮਿੰਟ, ਤੁਸੀਂ 55 ਮਿੰਟ ਦੇ ਵਿੱਚ ਜੋ ਮਰਜ਼ੀ ਗੱਲਾਂ ਕਰੋ, ਸਾਰੀਆਂ ਸੁਣਾਂਗੇ, ਇਸ ਹਾਊਸ ਦੇ ਵਿੱਚ ਡਿਸਕਸ਼ਨ ਹੋਣਗੀਆਂ।
ਆਮ ਆਦਮੀ ਪਾਰਟੀ ਲਈ 4 ਘੰਟੇ 43 ਮਿੰਟ। ਇਹ ਮੈਂਬਰ ਦੀ ਗਿਣਤੀ ਤੇ ਪ੍ਰਪੋਰਸ਼ਨਲ ਹੈ। ਨਾਰੇ ਰਿਕਾਰਡ ਨਾ ਕੀਤੇ ਜਾਣ। ਮੈਂ ਬੇਨਤੀ ਕਰਦਾ, ਮੈਂ ਮਾਨਯੋਗ ਮੈਂਬਰ ਸਾਹਿਬਾਨ ਨੂੰ, ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਬੈਠ ਜਾਣ, ਬੈਠ ਜਾਓ। ਔਰ ਸਾਡੀ ਜਿਹੜੀ ਆਪੋਜੀਸ਼ਨ ਹੈ, ਮੈਂ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਸਾਹਿਬ ਨੂੰ ਬੇਨਤੀ ਕਰਦਾ ਵੀ ਆਪਣੀ ਆਪਣੀ ਸੀਟਾਂ ਤੇ ਜਾਣ ਤੇ ਆਪਾਂ ਡਿਸਕਸ਼ਨ, ਤੁਸੀਂ ਡਿਸਕਸ਼ਨ ਕਰੋ, ਤੁਸੀਂ ਲਾਅ ਐਂਡ ਆਰਡਰ ਤੇ ਬੋਲੋ, ਤੁਸੀਂ ਪੰਜਾਬ ਦੀ ਅਨਐਮਪਲੋਇਮੈਂਟ ਤੇ ਬੋਲੋ, ਤੁਸੀਂ ਨਸ਼ੇ ਤੇ ਬੋਲੋ, ਉਹ ਤੁਸੀਂ ਬੋਲੋ, ਤੁਸੀਂ ਬੋਲੋ, ਤੁਸੀਂ ਬੋਲੋ, ਤੁਹਾਨੂੰ ਵੱਧ ਸਮਾਂ ਦੇਵਾਂਗੇ, ਤੁਸੀਂ ਬੋਲੋ। ਸ਼੍ਰੀਮਾਨ ਅਮਨ ਅਰੋੜਾ ਜੀ। स्पीकर साहब मेरी बेनती है, लॉ एंड ऑर्डर भी डिस्कशन होगा, गवर्नर एड्रेस में बैठ जाओ, 5 मिनट बैठ जाओ, सारी क्लैरिटी हो जाएगी, प्लीज बैठो सही। ऐ छट के ना जाए, मजा नहीं होना है। गल तो बाजवा साहब सामने बाजवा साहब सामने मत्थे गल करना मजा आता है, थोड़ी पिठ पिछे आना नहीं है। बाजवा साहब 1 मिनट, ਚੱਬੇਵਾਲ ਸਾਹਿਬ सर, इस तरह की लॉ एंड ऑर्डर के उपर भी डिस्कशन हो जाएगी, आमने सामने बह के स्वाद आऊगा डिस्कशन करदा, पिठ पिछे जाना कर। 1 मिनट बोल तो लैन दो, ओ बोल लैन दो, 1 मिनट मैं कहना बोल लैन दो, 1 मिनट मैं सारे 1 मिनट जी, तुसी थोड़े लॉ एंड ऑर्डर का इशू है, लॉ एंड ऑर्डर का इशू है, आप बह के डिस्कशन करते हैं। मैं कहना काइंडली बैठो, पहला बोल एड्रेस, 1 मिनट तुसी बैठो ना, बोल लैन दो यार, ਤੁਹਾਨੂੰ ਵੀ ਦੇਵਾਂਗੇ, ਬੋਲਣ ਦਾ ਮਜ਼ਾ ਨਹੀਂ ਆਉਣਾ ਹੈਗਾ, ਤੁਹਾਨੂੰ ਵੀ ਦੇਵਾਂਗੇ, ਤੁਹਾਡੀ ਗੈਰ ਹਾਜ਼ਰੀ 'ਚ ਸਵਾਦ ਨਹੀਂ ਆਉਣਾ ਹੈਗਾ ਬੋਲਣ ਦਾ। ਸਪੀਕਰ ਸਾਹਿਬ ਤੁਹਾਡੇ ਕੋਲੇ ਨਹੀਂ ਆਉਣਾ ਹੈਗਾ। ਸਪੀਕਰ ਸਾਹਿਬ ਯਾਰ ਹੁਣ ਭੱਜਿਓ ਨਾ, 1 ਮਿੰਟ ਭੱਜਿਓ ਨਾ ਜੀ। ਮੈਂ ਕਹਿੰਦਾ ਤੁਹਾਨੂੰ ਇੱਕ ਸਰ ਇਹਨਾਂ ਨੂੰ ਤੁਹਾਨੂੰ ਵਾਧੂ ਟਾਈਮ ਮਿਲੇਗਾ। ਸਰ 1 ਮਿੰਟ ਮੈਂ ਕਰਾਉਣਾ। ਸਪੀਕਰ ਸਾਹਿਬ ਮੇਰੇ ਹੱਥ ਬੰਨ ਕੇ ਇਹਨਾਂ ਨੂੰ ਮੈਂ ਲੈ ਕੇ ਦੇਣਾ ਟਾਈਮ ਕਿ ਹੁਣ ਮੈਂ ਬੈਠਾ ਇੱਥੇ ਆਰਡਰ ਤੇ ਬੋਲ ਲੈਨੇ ਆ। ਮੈਂ ਤੁਹਾਨੂੰ ਟਾਈਮ ਦੇ ਰਿਹਾ, ਤੁਸੀਂ ਸੀਟਾਂ ਤੇ ਚੱਲੋ, ਤੁਸੀਂ ਚਲੋ ਸੀਟਾਂ ਤੇ, ਮੈਂ ਦੇਣਾ ਟਾਈਮ, ਸੀਟਾਂ ਤੇ ਚੱਲੋ। ਸਰ ਇਹਨਾਂ ਨੂੰ ਜਾਣ ਨਾ ਦਿਓ ਸਰ, ਸੀਟਾਂ ਤੇ ਸਰ ਬੈਠੋ। ਅੱਗੇ ਤਾਂ ਇਹ ਬਾਹਰ ਕੱਢਦੇ ਹੁੰਦੇ ਨੇ ਮਾਰਸ਼ਲ, ਅੱਜ ਇਹਨਾਂ ਨੂੰ ਨਹੀਂ, ਰੋਕ ਕੇ ਬਾਹਰ ਨਹੀਂ ਰੱਖਣਾ। ਕੱਢਣੇ। ਸਰ ਸਾਰੀ ਗੱਲ ਕਰਾਂਗੇ ਸਰ, ਸਾਹਮਣੇ ਮੱਥੇ ਕਰਾਂਗੇ। ਤੁਸੀਂ ਬੈਠੋ ਸੀਟਾਂ ਤੇ, ਨਹੀਂ ਮੈਂ ਤੁਹਾਨੂੰ ਟਾਈਮ ਦਿੰਦਾ ਜੀ, ਬੈਠੋ, ਹੁਣੇ ਟਾਈਮ ਦਿੰਦਾ, ਤੁਸੀਂ ਬੈਠੋ ਨਾ ਰਾਜਾ ਜੀ, ਪ੍ਰੋਮਿਸ ਹੈ ਜੀ, ਬੈਠੋ, ਤੁਹਾਨੂੰ ਟਾਈਮ ਦਿੰਦਾ ਮੈਂ। ਜਾਂ ਤਾਂ ਤੁਸੀਂ ਡਿਸਕਸ਼ਨ ਕਰਨਾ ਨਹੀਂ ਚਾਹੁੰਦੇ, ਜੇ ਡਿਸਕਸ਼ਨ ਕਰਨਾ ਚਾਹੁੰਦੇ ਤਾਂ ਬੈਠੋ, ਫਿਰ ਕਰੋ ਡਿਸਕਸ਼ਨ। ਸਪੀਕਰ ਸਾਹਿਬ ਤੁਸੀਂ ਬੈਠੋ ਨਾ ਸਰ, ਇਹਨਾਂ ਨੂੰ ਜਿੰਨਾ ਟਾਈਮ ਕਹੋਗੇ ਉਹਨਾਂ ਟਾਈਮ ਮਿਲੇਗਾ, ਬੈਠੋ। ਸਰ ਮਾਰਸ਼ਲਸ ਨੂੰ ਆਰਡਰ ਕਰੋ, ਇਹਨਾਂ ਨੂੰ ਜਾਣ ਨਾ ਦੇਣ ਸਰ। ਸਰ ਗੱਲ ਤਾਂ ਤੁਸੀਂ ਸਾਹਮਣੇ ਬੈਠੋ, ਟਾਈਮ ਕਿਉਂ ਵੇਸਟ ਕਰਦੇ ਆਪਾਂ? ਤੁਸੀਂ ਬੈਠੋ, ਜੇ ਡਿਸਕਸ਼ਨ ਕਰਨਾ ਚਾਹੁੰਦੇ ਤਾਂ ਬੈਠੋ। ਰਾਜਾ ਜੀ ਬੈਠੋ, ਰਾਜਾ ਜੀ ਬੈਠੋ, ਟਾਈਮ ਦੇ ਰਹੇ ਆ, ਬਾਜਵਾ ਸਾਹਿਬ ਟਾਈਮ ਦੇ ਰਹੇ ਆ ਜੀ, ਕੋਈ ਇੱਕ ਲੈਟ ਹਿਮ ਕੰਪਲੀਟ ਕਰਾ ਰਹੇ, ਡਿਸਕਸ਼ਨ ਹੋ ਰਹੀ ਹੈ, ਬਾਜਵਾ ਹੋਰ ਕੀ ਹੋ ਰਿਹਾ? ਬਾਜਵਾ ਸਾਹਿਬ ਹੁਣ ਇਹ ਪਿੱਠ ਦਿਖਾ ਕੇ ਨਾ ਜਾਓ, ਬੈਠੋ ਤੁਸੀਂ, ਆਪਾਂ 5 ਮਿੰਟ ਡਿਸਕਸ਼ਨ ਕਰ ਲਈਏ। ਬੈਠੋ ਵੀਰ, ਮਾਨਯੋਗ ਬਾਜਵਾ ਜੀ, ਐ ਨਾ ਕਰੋ। ਜੇ ਤੁਸੀਂ ਬੈਠ ਲਓਗੇ ਤੇ ਡਿਸਕਸ਼ਨ ਚੱਲ ਜੇਗੀ। ਡਿਸਕਸ਼ਨ ਰੰਧਾਵਾ ਸਾਹਿਬ ਡਿਸਕਸ਼ਨ ਕਰ ਰਹੇ ਆ, ਰੰਧਾਵਾ ਸਾਹਿਬ ਬੈਠੋ। ਰੰਧਾਵਾ ਸਾਹਿਬ ਜੇ ਆਪਾਂ ਕਰਨਾ ਚਾਹੁੰਦੇ ਬੈਠੋ ਨਾ। 1 ਮਿੰਟ ਰੰਧਾਵਾ ਸਾਹਿਬ ਤੁਸੀਂ ਤਾਂ ਡਿਪਟੀ ਸੀਐਮ ਰੰਧਾਵਾ ਸਾਹਿਬ ਤੁਸੀਂ ਤਾਂ ਡਿਪਟੀ ਸੀਐਮ ਤੇ ਹੋਮ ਮਿਨਿਸਟਰ ਰਹੇ ਹੋ, ਬਹਿ ਤਾਂ ਜਾਓ, ਐ ਕਿਉਂ ਕਰਦੇ ਹੋ? ਚੱਬੇਵਾਲ ਸਾਹਿਬ ਮੈਂ ਠੀਕ ਕਰਦਾ। ਰਾਜਾ ਜੀ, ਰਾਜਾ ਵੜਿੰਗ ਜੀ, ਤੁਸੀਂ ਪ੍ਰਧਾਨ ਹੋ, ਦੇਖੋ ਤੁਸੀਂ ਮੈਂ ਰਾਜਾ ਵੜਿੰਗ ਜੀ, ਮਾਨਯੋਗ ਮੈਂਬਰ ਪਾਰਟੀ ਦੇ ਸਾਹਿਬ ਪ੍ਰਧਾਨ ਹੋ, opposition ਅਮਨ ਜੀ 1 ਮਿੰਟ, ਮੈਂ ਸਾਰੇ ਹਾਊਸ ਦੇ ਸਨਮਾਨਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਇਹ ਸਦਨ
ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਡਿਸਕਸ਼ਨ ਕਰਕੇ ਉਹਦਾ ਹੱਲ ਕੱਢਣ ਵਾਸਤੇ ਹੈ। ਮੈਂ ਆਪੋਜੀਸ਼ਨ ਦੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ, ਅਗਰ ਤੁਸੀਂ ਆਪਣੀਆਂ ਸੀਟਾਂ ਤੇ ਬੈਠੋਗੇ ਤਾਂ ਗੱਲ ਇੱਥੇ ਪੰਜਾਬ ਦੀ ਸਮੱਸਿਆਵਾਂ ਦੀ ਬਿਲਕੁਲ ਹੋਏਗੀ। ਤੇ ਖਬਰਾਂ ਜ਼ੀਰੋ ਆਵਰ ਤੁਹਾਨੂੰ ਦਿੱਤਾ ਸੀ, ਤੁਸੀਂ ਤਾਂ ਹੋਰ ਹੀ ਪਾਸੇ ਤੁਰ ਗਏ ਜੀ। ਤੁਸੀਂ ਹੋਰ ਹੁਣ ਅਗਲੀ ਆਈਟਮ ਆ ਗਈ ਹੈ, ਹੁਣ ਕੱਲ ਮਿਲੇਗਾ। ਹੁਣ ਅਗਲੀ ਆਈਟਮ ਆ ਗਈ ਹੈ। ਜੇ ਤਾਂ ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਤੁਸੀਂ ਵੀ, ਆਪਾਂ ਇੱਥੇ ਕੋਈ ਇਹ ਜਿਹੜੀ ਬੇਲੋੜੀ ਹੈ, ਬੇਲੋੜਾ ਰੌਲਾ ਉਹ ਨਹੀਂ ਪਾਉਣਾ। ਕਿਰਪਾ ਕਰਕੇ ਜੀ ਬੋਲੋ, ਤੁਸੀਂ ਸੀਟ ਤੇ ਜਾ ਕੇ ਬੋਲੋ, ਸਾਰੇ ਸੁਣ ਲੈਣਗੇ। ਤੁਹਾਡਾ ਮੈਂ ਸਪੀਕਰ ਆਨ ਕਰ ਦਿੰਦਾ, ਲੇਕਿਨ ਬੈਠੋ ਤਾਂ ਸਹੀ। ਲੋਕ ਸੁਣ ਰਹੇ ਨੇ। ਪੰਜਾਬ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ, ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੋ। ਸਰਦਾਰ ਪ੍ਰਤਾਪ ਸਿੰਘ ਬਾਜਵਾ, ਸਾਰੇ ਆਪੋਜੀਸ਼ਨ ਸਰ, ਸਾਰੀਆਂ ਸਮੂਹ ਆਪੋਜੀਸ਼ਨ ਪਾਰਟੀਆਂ ਵੱਲੋਂ ਗੁਜ਼ਾਰਿਸ਼ ਹੈ ਮੇਰੀ, ਬਹੁਤ ਇੰਪੋਰਟੈਂਟ ਮਸਲਾ ਹੈ। ਤੁਸੀਂ ਇਹ ਗੱਲ ਭਾਵੇਂ ਕੱਲ ਹੀ ਅੱਧਾ ਘੰਟਾ ਦੇ ਦਿਓ, ਤੁਸੀਂ ਕਹੋ ਕਿ ਇੰਨਾ ਟਾਈਮ ਮੈਂ ਤੁਹਾਨੂੰ ਏਅਰ ਮਾਰਕ ਕਰਦਾ, ਵੀ ਹੈਵ ਵੇਸਟਡ ਬਹੁਤ ਟਾਈਮ ਦੈਨ ਦਿਸ। ਇਹ ਸਾਡੀ ਤੇ ਜ਼ੀਰੋ ਆਰ ਤੇ ਤੁਸੀਂ ਵਾਪਸ ਪਹਿਲੇ ਦਿਨ ਹੀ ਮੁੱਕੇ। ਇਹ ਆਪਣੀ ਰੋਜ਼ ਆਪਣੀ ਮੀਟਿੰਗ ਹੋਣੀ ਹੈ BSc ਦੇ ਵਿੱਚ, ਬੜਾ ਕੁਝ ਡਿਸਾਈਡ ਕੀਤਾ ਜਾ ਸਕਦਾ। ਕਿਉਂ ਆਪਾਂ ਜਿਹੜੇ ਅੱਜ ਦੀ ਡਿਸਕਸ਼ਨ ਹੈ ਇਹ ਵੀ ਪੰਜਾਬ ਤੇ ਹੀ ਹੋਣੀ ਹੈ, ਇਹਦੇ ਚ ਲਾਅ ਐਂਡ ਆਰਡਰ ਨਹੀਂ ਆਉਣਾ। ਕੀ ਆਪਾਂ ਡਿਸਕਸ਼ਨ ਨੂੰ ਰੋਕ ਕੇ ਕੀ ਪੰਜਾਬ ਦੇ ਲੋਕਾਂ ਨਾਲ ਕੋਈ ਇਨਸਾਫ ਕਰ ਰਹੇ ਆ? ਮੈਂ ਵੀ ਇੱਥੇ, ਤੁਸੀਂ ਵੀ ਇੱਥੇ ਹੋ। ਸਪੀਕਰ ਸਾਹਿਬ, ਤੁਸੀਂ ਕਾਈਂਡਲੀ ਬੈਠੋ। ਸਪੀਕਰ ਸਾਹਿਬ ਇੱਕ ਤੁਸੀਂ ਮਿੰਟ, ਕਾਈਂਡਲੀ ਬੈਠੋ। ਬਾਜਵਾ ਜੀ ਦੀ ਗੱਲ ਸੁਣੋ। ਸਪੀਕਰ ਸਾਹਿਬ ਮੇਰੀ ਇੱਕੋ ਗੁਜ਼ਾਰਿਸ਼ ਹੈ, ਪਲੀਜ਼ ਜੀ, ਇੱਕ ਜ਼ੀਰੋ ਆਰ ਰਿਸਟੋਰ ਕਰੋ। ਇੱਕ ਇਹ ਜਿਹੜੀ ਚੰਗੀ ਪ੍ਰਥਾ ਪਈ, ਅਸੀਂ ਯੂ ਆਰ ਦੀ ਸਪੀਕਰ, ਅਸੀਂ ਤੁਹਾਨੂੰ ਐਜ਼ ਦ ਕਸਟੋਡੀਅਨ ਆਫ ਦੀ ਹਾਊਸ ਵੇਖਦੇ ਹਾਂ। ਪਲੀਜ਼ ਤੁਸੀਂ ਇੱਕ, ਮੈਨੂੰ ਪਤਾ ਇੱਕ ਜਮਾਤ ਨਾਲ ਤੋਲਕ ਰੱਖਦੇ ਹੋ, ਉਹਨਾਂ ਵੱਲ ਧਿਆਨ ਘੱਟ ਕਰੋ, ਤੁਸੀਂ ਸਾਡੇ ਵੱਲ ਜ਼ਿਆਦਾ। ਸਾਡੀ ਮੇਰੀ ਗੁਜ਼ਾਰਿਸ਼ ਇਹ ਹੈ, ਜਸਟ ਗਿਵ ਅਸ ਹਾਫ ਐਨ ਆਵਰ। ਦਿਸ ਇਜ਼ ਦ ਮੋਸਟ ਇੰਪੋਰਟੈਂਟ ਇਸ਼ੂ ਸਰ, ਡੋਂਟ ਰਿਡਿਕਿਊਲ ਦਿਸ ਇਸ਼ੂ। ਜਿੱਥੇ ਆਨਰੇਬਲ ਚੀਫ ਮਿਨਿਸਟਰ ਆਫ ਦੀ ਸਟੇਟ ਸੇਜ਼ ਮਾਈ ਲਾਈਫ ਇਜ਼ ਇਨ ਡੇਂਜਰ, ਮੇਰੀ ਆਪਣੀ ਜਾਨ ਜਿਹੜੀ ਖਤਰੇ ਦੇ ਵਿੱਚ ਹੈ, he has to give a statement, that discussion has to take place. There is nobody safe in this. ਸਾਨੂੰ ਕੋਈ ਟਾਈਮ ਤੇ ਏਅਰਮਾਰਕ ਕਰ ਦੋ। ਉਹ ਕਹਿ ਯਾਰ ਉਹਨਾਂ ਨੂੰ ਟਾਈਮ ਤੇ ਦੇ ਲੈਣ ਦੋ, ਸਾਨੂੰ ਟਾਈਮ ਦੇ ਦਿਓ ਕਿ ਇੰਨੇ ਮਿੰਟ ਤੁਹਾਨੂੰ ਦਿੱਤੇ, ਗੱਲ ਮੁੱਕ ਜਾਂਦੀ, ਆਪਾਂ ਕੰਮ ਸ਼ੁਰੂ ਕਰੀਏ ਜੀ। ਉਸੇ ਚੋਂ ਹੀ ਦੇ ਦਿਓ, ਉਸੇ ਚੋਂ ਹੀ। ਥੋੜਾ ਟਾਈਮ ਕੱਟ ਲਓ ਤੇ 14 ਘੰਟਾ ਦੇ ਦਿਓ, 20 ਮਿੰਟ ਦੇ ਦਿਓ, ਚਲੋ ਲੈਟ ਅਸ ਹੈਵ ਸਮ ਕਾਈਂਡ ਆਫ ਅ ਡਿਸਕਸ਼ਨ। ਅੱਜ ਤੁਹਾਡਾ ਇੱਕ ਘੰਟਾ ਪੂਰਾ 60 ਮਿੰਟ ਤੁਹਾਡੇ ਕੋਲ ਨੇ। ਤੁਸੀਂ ਉਹ ਤਾਂ ਗਵਰਨਰਸ ਐਡਰੈਸ ਹੈ, ਦੈਟ ਇਜ਼ ਪਾਰਟ ਆਫ ਦ ਗਵਰਨਰਸ। ਗਵਰਨਰ ਕਿਹੜਾ ਉੜੀਸਾ ਦੇ ਨੇ ਜੀ, ਉਹ ਵੀ ਪੰਜਾਬ ਦੇ ਗਵਰਨਰ ਦੇ, ਪੰਜਾਬ ਦੇ ਇਸ਼ੂ ਨੇ। ਤੁਸੀਂ ਬਾਜਵਾ ਸਾਹਿਬ, ਤੁਸੀਂ ਤਾਂ ਇੱਥੇ ਤਜਰਬੇਕਾਰ ਹੋ, ਤੁਸੀਂ ਤਾਂ ਇੱਕ ਲਾਈਨ ਦੇ ਵਿੱਚ ਸਾਰੀ ਗੱਲ ਕਹਿ ਸਕਦੇ ਹੋ। ਮੈਂ ਮੇਰੀ ਸੁਣੋ ਤਾਂ ਸਹੀ। ਇੱਕ ਮਿੰਟ, ਆਪਾਂ ਸਦਨ ਦਾ ਕੀਮਤੀ ਟਾਈਮ। ਆਨਰੇਬਲ ਸਪੀਕਰ ਸਾਹਿਬ, ਜੇ ਚੀਫ ਮਿਨਿਸਟਰ ਸਾਹਿਬ ਦੀ ਇਹ ਵੀਡੀਓ ਨਾ ਹੀ ਹੁੰਦੀ ਤਾਂ ਸ਼ਾਇਦ ਅਸੀਂ ਇਸ ਤੇ ਬਹਿਸ ਹੀ ਨਾ ਮੰਗੇ। ਨਹੀਂ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਦੋਂ ਨਾ ਕੀਤਾ? ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਦੋਂ ਮਨਾ ਕੀਤਾ? ਮੈਂ ਜਵਾਬ ਨਹੀਂ ਦੇਣਾ। ਨਹੀਂ, ਸਾਨੂੰ ਇਹ ਨਹੀਂ, ਸਾਨੂੰ ਕੋਈ ਟਾਈਮ ਤੇ ਦੇ ਦਿਓ ਡਿਸਕਸ਼ਨ ਦਾ। ਕੱਲ 12 ਵਜੇ ਤੱਕ ਤੁਹਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਜਵਾਬ ਦੇਣਗੇ, ਬਿਲਕੁਲ ਉਹ ਦੇ ਦੇਣਗੇ, ਪਰ ਡਿਸਕਸ਼ਨ ਤੇ ਦਿਓ ਨਾ। ਉਹ ਡਿਸਕਸ਼ਨ ਬੈਠੋ ਫਿਰ। ਨਹੀਂ, ਸਾਨੂੰ ਥੋੜਾ ਜਿਹਾ ਗਿਵ ਅਸ ਸਮ ਟਾਈਮ। ਤੁਸੀਂ ਬੈਠੋ ਨਾ। ਮੇਰੀ ਬੇਨਤੀ ਤੁਸੀਂ ਸਪੀਕਰ ਸਾਹਿਬ, ਆਪਾਂ ਮਾਨਯੋਗ, ਮੇਰੀ ਹੱਥ ਜੋੜ ਕੇ ਇਹ ਪੰਜਾਬ ਦੇ ਲੋਕਾਂ ਵਾਸਤੇ ਅਪੀਲ ਹੈ। ਹਾਂਜੀ, ਉਹਨਾਂ ਦੀਆਂ ਆਪਾਂ ਸਮੱਸਿਆਵਾਂ ਨੂੰ ਡਿਸਕਸ ਕਰਨਾ ਹੈ। ਕਿਉਂ ਆਪਾਂ ਟਾਈਮ ਵੇਸਟ ਕਰਨ ਲੱਗੇ ਆ? ਤੁਸੀਂ ਬੈਠ ਜਾਓ ਨਾ, ਤੁਸੀਂ ਕਾਈਂਡਲੀ ਬੈਠ ਜਾਓ। ਮੈਂ ਬੇਨਤੀ ਕਰਦਾ ਕਿ ਆਪਾਂ ਡਿਸਕਸ਼ਨ ਕਰੀਏ, ਤੁਸੀਂ ਜਵਾਬ ਦਿਓਗੇ। ਆਪੋਜੀਸ਼ਨ ਇੱਕ ਇੰਪੋਰਟੈਂਟ ਅੰਗ ਹੈ ਲੋਕਤੰਤਰ ਦਾ। ਤੁਸੀਂ ਕਾਈਂਡਲੀ ਬੈਠੋ, ਤੁਸੀਂ ਸਵਾਲ ਉਠਾਓ, ਇਧਰੋਂ ਜਵਾਬ ਆਉਣਗੇ, ਇਧਰੋਂ ਸਵਾਲ ਉੱਠਣਗੇ, ਤੁਸੀਂ ਜਵਾਬ ਦਿਓ। ਲੇਕਿਨ ਵੈਲ 'ਚ ਖੜ ਕੇ ਤਾਂ ਕੁਝ ਨਹੀਂ ਹੋਣਾ। ਜੋ ਕੁਝ ਵੀ ਬਿਨਾਂ ਪਰਮਿਸ਼ਨ, ਚੇਅਰ ਦੀ ਪਰਮਿਸ਼ਨ ਤੋਂ ਬਿਨਾਂ ਬੋਲਿਆ ਜਾ ਰਿਹਾ, ਰਿਕਾਰਡ ਨਾ ਕੀਤਾ ਜਾਵੇ। ਮੈਂ ਹੁਣ ਡਿਸਕਸ਼ਨ ਸ਼ੁਰੂ ਕਰਾਉਣ ਜਾ ਰਿਹਾ। ਮਾਨਯੋਗ ਅਮਨ ਅਰੋੜਾ ਜੀ। ਸਪੀਕਰ ਸਾਹਿਬ ਬੈਠੋ ਜੀ, ਖਹਿਰਾ ਸਾਹਿਬ ਬੈਠੋ। ਐ ਨਾ ਕਰੋ, ਹੁਣ ਜਾਇਓ ਨਾ ਜੀ, ਪਲੀਜ਼ ਜਾਇਓ ਨਾ, ਐ ਨਾ ਕਰੋ, ਐ ਨਾ ਸਰ, ਆਮਣੇ ਸਾਹਮਣੇ ਮਜ਼ਾ ਆਉਣਾ। ਸਰ, ਜਿੱਥੇ ਅਸੀਂ
ਤੁਸੀਂ ਬੈਠੋ ਰੰਧਾਵਾ ਸਾਹਿਬ, ਮੇਰੀ ਬੇਨਤੀ ਆ ਤੁਸੀਂ ਬੈਠੋ, ਗੱਲ ਤਾਂ ਸੁਣ ਲਓ। ਟਾਈਮ ਵੀ ਦੇਵਾਂਗੇ, 1 ਘੰਟਾ ਟਾਈਮ ਹੈ ਤੁਹਾਡੇ ਕੋਲੇ, ਤੁਹਾਨੂੰ ਦਿੱਤਾ ਹੋਇਆ। ਤੁਸੀਂ ਬੈਠੋ, ਤੁਹਾਨੂੰ 1 ਘੰਟਾ ਦਿੱਤਾ ਹੋਇਆ। ਸਪੀਕਰ ਸਾਹਿਬ, ਆਪਾਂ ਹੁਣ ਡਿਸਕਸ਼ਨ ਸ਼ੁਰੂ ਕਰੀਏ। ਗੱਲ ਇਹ ਹੈ ਵੀ ਆਪਾਂ ਹੁਣ ਟਾਈਮ ਵੇਸਟ ਕਰਨਾ ਪੰਜਾਬ ਦੇ ਲੋਕਾਂ ਦਾ ਤਾਂ ਤੁਹਾਡੀ ਮਰਜ਼ੀ ਹੈ। ਪਿੱਛੋਂ ਦੀ ਜਾਇਆ ਕਰੋ, ਪਿੱਛੋਂ ਦੀ। ਬਸ ਕਾਈਂਡਲੀ ਬੈਠੋ ਤੁਸੀਂ। ਮੈਂ ਬੇਨਤੀ ਕਰਦਾ ਸਦਨ ਦੇ ਸਾਰੇ ਮਾਨਯੋਗ ਮੈਂਬਰਾਂ ਨੂੰ ਕਿ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰ ਲਾਅ ਐਂਡ ਆਰਡਰ ਦੀ ਕਰਨੀ ਹੈ ਸਰ, ਮੈਂ ਵੀ ਲਾਅ ਐਂਡ ਆਰਡਰ, ਪਲੀਜ਼ ਬਹਿ ਜਾਓ। He is speaking on law and order. ਹੱਥ ਬੰਨ੍ਹੋ, ਬਹਿ ਜਾਓ, ਐ ਨਾ ਕਰੋ ਮਜ਼ਾ। ਸਪੀਕਰ ਸਾਹਿਬ, ਉਹ ਯਾਰ ਨਾ ਜਾਓ ਯਾਰ, ਪਿੱਠ ਦਿਖਾ ਕੇ ਨਾ ਜਾਓ ਸਰ, ਪਿੱਠ ਦਿਖਾ ਕੇ ਮੈਂ ਬੇਨਤੀ ਕਰਦਾ ਸਦਨ ਦੇ ਮਾਨਯੋਗ ਮੈਂਬਰਾਂ ਨੂੰ ਕਿ ਸ਼ਾਂਤੀ ਬਣਾ ਕੇ ਰੱਖਣ। ਮਾਨਯੋਗ ਮੈਂਬਰ ਸ਼੍ਰੀ ਅਮਨ ਅਰੋੜਾ ਜੀ ਬਹਿਸ ਆਰੰਭ ਕਰ ਰਹੇ ਨੇ। ਬੈਠੋ, ਬਿਲਕੁਲ ਡਿਸਕਸ਼ਨ ਟਾਈਮ ਦੇਵਾਂਗੇ, ਦੇ ਰਹੇ ਟਾਈਮ ਤੁਹਾਨੂੰ ਟਾਈਮ ਦੇ। ਬੈਠੋ, ਕਹਿ ਤਾਂ ਦਿੱਤੇ ਤੁਸੀਂ, ਬੈਠੋ ਭੈਣ ਜੀ, ਬੈਠੋ ਜੀ। ਐ ਤਾਂ ਤੁਹਾਡੀ ਗੈਰ ਹਾਜ਼ਰੀ 'ਚ ਬੋਲਣ ਦਾ ਮਜ਼ਾ ਹੀ ਨਹੀਂ ਆਉਣਾ ਜੀ, ਸਿੱਧੇ ਮੱਥੇ ਗੱਲ ਠੀਕ ਰਹਿੰਦੀ ਹੈ। ਸਪੀਕਰ ਸਾਹਿਬ, ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ ਕਿ ਤੁਸੀਂ ਅੱਜ ਮੈਨੂੰ ਇਸ ਨਵੀਂ ਸਰਕਾਰ ਦੇ ਜਿਹੜੇ ਕਿ ਬਦਲਾਅ ਦੇ ਨਾਮ ਦੇ ਉੱਪਰ ਬਹੁਤ ਵੱਡਾ ਮੈਂਡੇਟ ਲੈ ਕੇ ਆਈ ਹੈ ਔਰ ਪਹਿਲੇ ਗਵਰਨਰਸ ਐਡਰੈਸ ਦੇ ਉੱਪਰ ਬੋਲਣ ਦਾ ਮੌਕਾ ਦਿੱਤਾ ਹੈ। ਸਪੀਕਰ ਸਾਹਿਬ, ਮੈਨੂੰ ਇਸ ਗੱਲ ਦਾ ਵੀ ਮਾਣ ਔਰ ਖੁਸ਼ੀ ਹੈ ਕਿ ਹੁਣ ਤੱਕ ਬੇਸਿਕਲੀ ਇਹ ਆਪਣਾ ਬਹੁਤਿਆਂ ਦਾ ਕੋਈ ਸਾਥੀ ਜਿਹੜੇ ਆਪਾਂ ਲੋਕ ਪਹਿਲਾਂ ਵੀ ਜਿੱਤ ਕੇ ਆਇਆ, ਇਹ 6ਵਾਂ ਗਵਰਨਰਸ ਐਡਰੈਸ ਹੈ ਜੀ ਮੇਰਾ ਜ਼ਾਤੀ ਤੌਰ ਤੇ। ਔਰ ਹੁਣ ਤੱਕ ਦੇ ਪਹਿਲੇ 5 ਗਵਰਨਰ ਐਡਰੈਸਿਸ ਉਹ ਮੈਂ ਨਾਲ ਲੈ ਕੇ ਵੀ ਆਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਤੱਕ 5 ਸਾਲਾਂ ਦੇ ਵਿੱਚ ਗਵਰਨਰ ਐਡਰੈਸ ਸਰਕਾਰ ਲਿਖ ਕੇ ਦੇ ਦਿੰਦੀ ਸੀਗੀ, ਗਵਰਨਰ ਸਾਹਿਬ ਬੋਲ ਜਾਂਦੇ ਸੀਗੇ, ਉਸੇ ਦਿਨ ਉਹਦੇ ਉੱਪਰ ਜਾਂ ਅਗਲੇ ਦਿਨ ਡਿਸਕਸ਼ਨ ਹੁੰਦੀ ਸੀਗੀ ਤੇ ਮੁੜ ਕੇ ਸਿਰਫ ਇੱਕ ਫਾਰਮੈਲਿਟੀ ਜੀ ਹੁੰਦੀ ਸੀਗੀ। ਤੇ ਜਦੋਂ ਤੱਕ ਅਗਲੇ ਸਾਲ ਦੀ ਗੱਲ ਆਉਂਦੀ ਸੀਗੀ, ਜਦੋਂ ਡਿਸਕਸ਼ਨ ਹੋਣੀ ਹੁੰਦੀ ਸੀਗੀ ਤੇ ਉਹਦੇ ਉੱਪਰ ਕੋਈ ਅਕਾਊਂਟੇਬਿਲਿਟੀ ਫਿਕਸ ਨਹੀਂ ਹੁੰਦੀ ਸੀਗੀ ਵੀ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਹੈਗਾ। 1 ਸਾਲ ਗਵਰਨਰ ਸਾਹਿਬ ਤੋਂ ਬੁਲਾ ਦਿੱਤਾ ਜਾਂਦਾ ਸੀਗਾ ਤੇ ਉਹਦਾ ਕੋਈ ਅਕਾਊਂਟੇਬਿਲਿਟੀ ਕੀ ਕੀਤਾ ਨਹੀਂ ਕੀਤਾ, ਅਗਲੇ ਸਾਲ ਸਰਕਾਰਾਂ ਨੇ ਜਿਹੜੀਆਂ ਨਵੇਂ ਇਸ਼ੂਜ਼ ਫੜ ਲੈਂਦੀਆਂ ਸੀ, ਪੁਰਾਣੇ ਛੱਡ ਦਿੰਦੀਆਂ ਸੀਗੀਆਂ। ਸਰ ਹੁਣ ਕਿਉਂਕਿ 3 ਮਹੀਨੇ ਦਾ ਗੈਪ ਵਿੱਚ ਪੈ ਗਿਆ, ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਔਰ ਸੰਤੁਸ਼ਟੀ ਹੈ ਕਿ ਜੋ ਸਾਡੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਕਿਹਾ ਸੀਗਾ ਔਰ ਇਸ ਗਵਰਨਰ ਐਡਰੈਸ ਦੇ ਵਿੱਚ ਦਰਜ ਹੈ, ਇਹਦੇ ਵਿੱਚੋਂ ਬਹੁਤ ਗਿਣਤੀ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੂਰਾ ਕਰ ਚੁੱਕੀ ਹੈ ਤੇ ਪਹਿਲੀ ਵਾਰੀ ਹੋ ਰਿਹਾ ਹੈ ਕਿ 3 ਮਹੀਨਿਆਂ ਦੇ ਵਿੱਚ ਜਿਹੜੇ ਬਹੁਤੇ ਵਾਅਦੇ ਨੇ ਉਹ ਪੂਰੇ ਕੀਤੇ ਜਾ ਚੁੱਕੇ ਨੇ। ਸਰ ਮੈਂ ਜੇ ਪੁਆਇੰਟ ਵਾਈਜ਼ ਸ਼ੁਰੂ ਕਰਾਂ, ਸਰ ਇਸ ਗਵਰਨਰ ਐਡਰੈਸ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਸਭ ਤੋਂ ਵੱਡਾ ਸਾਡਾ ਜਿਹੜਾ ਵਾਅਦਾ ਸੀ ਜਿਹਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਗਏ ਸੀਗੇ ਔਰ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ, ਉਹ ਸੀਗਾ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ। ਔਰ ਮੈਨੂੰ ਆਮ ਆਦਮੀ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਇਹ ਮਾਣ ਔਰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅੱਜ ਪਹਿਲਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ 2015 ਤੋਂ ਤੇ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਦੇ ਕਰਪਸ਼ਨ ਦੇ ਖਿਲਾਫ ਏਜੰਡੇ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ। ਸਰ ਇਸ ਤੋਂ ਪਹਿਲਾਂ ਪੰਜਾਬ ਨੇ ਦੇਖਿਆ ਕਿ ਆਪਦੇ ਜਿਹੜੇ ਲੀਡਰ ਹੁੰਦੇ ਸੀਗੇ ਇਹਨਾਂ ਦੇ, ਉਹ ਡਾਕਾ ਮਗਰੋਂ ਵੱਜਦਾ ਸੀਗਾ, ਪਹਿਲਾਂ ਕਲੀਨ ਚਿੱਟਾ ਕੱਢ ਕੇ ਫੜਾ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਇਹ ਸਰਕਾਰ ਨੇ ਚਾਹੇ ਕੋਈ ਬਗਾਨਾ ਸਿਆਸੀ ਲੀਡਰ ਹੋਵੇ, ਚਾਹੇ ਕੋਈ ਆਪਣਾ ਹੋਵੇ, ਚਾਹੇ ਕੋਈ ਭ੍ਰਿਸ਼ਟ ਅਧਿਕਾਰੀ ਹੋਵੇ, ਉੱਪਰ ਤੋਂ ਲੈ ਕੇ ਥੱਲੇ ਤੱਕ, ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ। ਤੇ ਅੱਜ ਜੇ ਕੋਈ ਕਰਪਸ਼ਨ ਕਰਨ ਦੀ ਸੋਚਦਾ ਵੀ ਹੈ ਤੇ ਉਹਨੂੰ ਕਾਂਬਾ ਛਿੜ ਜਾਂਦਾ। ਇਹ ਮੈਂ ਸਮਝਦਾ ਕਿ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਹਨਾਂ 3 ਮਹੀਨਿਆਂ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਰ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਏਜੰਡਾ
ਹੈਲਥ ਔਰ ਐਜੂਕੇਸ਼ਨ ਸਿਸਟਮ, ਹੈਲਥ ਦੇ ਵਿੱਚ ਸਰਕਾਰ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 16,000 ਮੁਹੱਲਾ ਕਲੀਨਿਕ ਨੇ ਜਿਹੜੇ ਪਿੰਡਾਂ ਦੇ ਵਾਰਡਾਂ ਦੇ ਵਿੱਚ ਸ਼ੁਰੂ ਕਰਾਂਗੇ। ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਫਰਸਟ ਫੇਜ਼ ਦੇ ਵਿੱਚ 75 ਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ, ਜਗ੍ਹਾ ਦੀ ਆਇਡੈਂਟੀਫਿਕੇਸ਼ਨ ਹੋ ਚੁੱਕੀ ਤੇ ਉਹ ਪ੍ਰੋਸੈਸ ਜਲਦੀ ਹੀ ਪੂਰਾ ਹੋ ਜਾਵੇਗਾ। ਸਰ ਇਹਦੇ ਨਾਲ ਹੀ ਰੋਡ ਕੈਜੁਅਲਿਟੀ ਜਦੋਂ ਹੋ ਜਾਂਦੀਆਂ ਨੇ, ਨਾਰਮਲੀ ਦੇਖਿਆ ਕਿ ਕੈਜੁਅਲਿਟੀ ਹੋ ਗਈ, ਚੱਕਦੇ ਨਹੀਂ ਹੈਗੇ ਲੋਕ ਜਿਹਦਾ ਐਕਸੀਡੈਂਟ ਹੋਇਆ ਹੁੰਦਾ ਹੈ। ਦਿੱਲੀ ਸਰਕਾਰ ਨੇ ਇੱਕ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਸੀਗੀ ਤੇ ਉਹ ਵੀ ਸਾਡੀ ਸਰਕਾਰ ਕਮਿਟਡ ਹੈ ਕਿ ਉਹ ਸਕੀਮ ਵੀ ਇੱਥੇ ਉਸ ਤੋਂ ਹੀ ਬਲਕਿ ਇਨਫੈਕਟ ਬੈਟਰ ਸਕੀਮ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇਗੀ। ਸਰ ਇਸੇ ਤਰੀਕੇ ਦੇ ਨਾਲ ਐਜੂਕੇਸ਼ਨ, ਮੈਂ ਸਮਝਦਾ ਕਿ ਸਭ ਤੋਂ ਵੱਡਾ ਸਰਮਾਇਆ ਜਿਹੜਾ ਉਹ ਐਜੂਕੇਸ਼ਨ ਹੁੰਦਾ ਹੈ ਔਰ ਸਰਕਾਰ ਕਮਿਟਡ ਹੈ ਇਸ ਗੱਲ ਦੇ ਵਿੱਚ ਔਰ ਉਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਹੁਣ ਮੀਥੇਰ ਜੀ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਦੱਸ ਕੇ ਗਏ ਨੇ ਕਿ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਅੰਡਰਵੇ ਹੈ। ਰੈਗੂਲਰਾਈਜੇਸ਼ਨ ਜਿਹੜੀ ਟੀਚਰਸ ਦੀ ਹੈਗੀ ਉਹਨਾਂ ਦੇ ਉੱਪਰ ਵੀ ਕੰਮ ਚੱਲ ਰਿਹਾ ਹੈ ਔਰ ਸਭ ਤੋਂ ਖਾਸ ਤੌਰ ਤੇ ਗੱਲ, ਜਿਹੜੇ ਟੀਚਰਸ ਐਕਸੈਲ ਕਰਦੇ ਨੇ, ਚੰਗੇ ਟੀਚਰਸ ਨੇ, ਉਹਨਾਂ ਨੂੰ ਅਬਰੋਡ ਤੋਂ ਟ੍ਰੇਨਿੰਗ ਦਿਵਾਉਣ ਦੇ ਲਈ ਸਰਕਾਰ ਪਾਬੰਦ ਹੈ ਔਰ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਵੀ ਸਰਕਾਰ ਵੱਲੋਂ ਚੱਲ ਰਿਹਾ ਔਰ ਇੱਕ ਟ੍ਰਾਂਸਫਰ ਪਾਲਿਸੀ ਹੈ ਜਿਹੜੀ ਉਹ ਆਨਲਾਈਨ ਟ੍ਰਾਂਸਪੇਰੈਂਟ ਆਨਲਾਈਨ ਪਾਲਿਸੀ ਹੈ ਜਿਹੜੀ ਉਹ ਚੱਲ ਰਹੀ ਹੈ ਔਰ 100% ਜਿਹੜੀਆਂ ਟ੍ਰਾਂਸਫਰਸ ਨੇ ਉਹਦੇ ਮੁਤਾਬਕ ਹੋਣੀਆਂ ਨੇ ਔਰ ਖਾਸ ਤੌਰ ਤੇ ਜਿਹੜੇ ਟੀਚਰਸ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਲਈ ਮੈਡੀਕਲ ਕੈਸ਼ਲੈਸ ਮੈਡੀਕਲ ਫੈਸਿਲਿਟੀਜ਼ ਨੇ ਜਿਹੜੀਆਂ ਉਹਦੀ ਪ੍ਰੋਵੀਜ਼ਨ ਸਰਕਾਰ ਨੇ ਕਮਿਟ ਕੀਤੀ ਹੈ ਤੇ ਉਹ ਵੀ ਪ੍ਰੋਸੈਸ ਹੈ ਜਿਹੜਾ ਉਹ ਅੰਡਰਵੇ ਹੈ। ਸਰ ਇਸੇ ਤਰੀਕੇ ਦੇ ਨਾਲ ਸਾਡੀ ਸਰਕਾਰ ਨੇ ਇਲੈਕਸ਼ਨਸ ਤੋਂ ਪਹਿਲਾਂ ਪਾਰਟੀ ਨੇ ਵਾਅਦਾ ਕੀਤਾ ਸੀਗਾ, ਖੁਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਥੇ ਆਏ ਸੀ, ਉਹਨਾਂ ਨੇ ਵਾਅਦਾ ਕੀਤਾ ਸੀ, ਮਾਨ ਸਾਹਿਬ ਨੇ ਗਰੰਟੀ ਦਿੱਤੀ ਸੀ ਕਿ 300 ਯੂਨਿਟ ਬਿਜਲੀ ਹੈ ਜਿਹੜੀ ਪਰ ਮੰਥ ਉਹ ਹਰ ਘਰ ਨੂੰ ਦਿੱਤੀ ਜਾਏਗੀ, ਜਿਹਦੇ ਤਹਿਤ 80% ਹਾਊਸ ਹੋਲਡਸ ਨੇ ਜਿਹੜੇ ਉਹਨਾਂ ਨੂੰ ਬੈਨੀਫਿਟ ਹੋਏਗਾ ਤੇ ਸਰਕਾਰ ਆਲਰੇਡੀ ਮਾਨ ਸਾਹਿਬ ਅਨਾਉਂਸ ਕਰ ਚੁੱਕੇ ਨੇ ਕਿ ਉਹ 1 ਜੁਲਾਈ ਤੋਂ ਹਰ ਘਰ ਨੂੰ ਦਿੱਤੀ ਜਾਏਗੀ, ਜਿਹਦੇ ਨਾਲ 80% ਘਰਾਂ ਨੂੰ ਫਾਇਦਾ ਜਿਹੜਾ ਉਹ ਹੋਏਗਾ। ਸਰ ਜਿਹੜੇ ਲੋਕਾਂ ਦੇ ਪਿਛਲੀਆਂ ਸਰਕਾਰਾਂ ਦੀਆਂ ਮਾੜੀ ਔਰ ਗਲਤ ਪਾਲਿਸੀਜ਼ ਦੀ ਵਜ੍ਹਾ ਕਰਕੇ ਵੱਡੇ ਵੱਡੇ ਬਿੱਲ ਬਕਾਇਆ ਪਏ ਸੀਗੇ, ਉਹਨਾਂ ਦੇ ਜਿਹੜੇ ਡਿਸਕਨੈਕਸ਼ਨਸ ਹੋ ਚੁੱਕੇ ਸੀਗੇ ਉਹਨਾਂ ਨੂੰ ਰਿਜ਼ਿਊਮ ਆਲਰੇਡੀ ਕੀਤਾ ਜਾ ਚੁੱਕਿਆ ਹੈ। ਸਰ ਇਸੇ ਤਰੀਕੇ ਦੇ ਨਾਲ ਸਰਕਾਰ ਸਾਡੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਔਰ ਸਰਕਾਰ ਨੇ ਕਮਿਟਮੈਂਟ ਕੀਤੀ ਹੈ ਇਸ ਗਵਰਨਰਸ ਐਡਰੈਸ ਦੇ ਵਿੱਚ ਕਿ ਆਉਣ ਵਾਲੇ 2-3 ਸਾਲਾਂ ਦੇ ਵਿੱਚ 100% 24 ਆਵਰ ਸਪਲਾਈ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਜਾਏਗਾ। ਉਹਦੇ ਲਈ ਥੋੜਾ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ ਦੀ ਜ਼ਰੂਰਤ ਹੈ, ਸਰਕਾਰ ਉਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਰਹੀ ਹੈ। ਸਰ ਐਗਰੀਕਲਚਰ, ਖੇਤੀਬਾੜੀ, ਕਿਸਾਨ ਰੀੜ੍ਹ ਦੀ ਹੱਡੀ ਹੈ ਪੰਜਾਬ ਦੀ ਇਕਨੋਮੀ ਦੀ ਔਰ ਮੈਂ ਸਮਝਦਾ ਕਿ ਹੁਣ ਤੱਕ ਕਿਸਾਨਾਂ ਤੋਂ ਗੁੰਮਰਾਹ ਕਰਕੇ ਵੋਟਾਂ ਤਾਂ ਲਈਆਂ ਜਾਂਦੀਆਂ ਰਹੀਆਂ, ਪਰ ਕਿਸਾਨੀ ਨੂੰ ਲਾਹੇਵੰਦ ਧੰਦਾ ਕਿਵੇਂ ਬਣਾਉਣਾ ਹੈ, ਉਸ ਨੂੰ ਫਸਲੀ ਚੱਕਰ ਦੇ ਵਿੱਚੋਂ ਕਿਵੇਂ ਕੱਢਣਾ ਹੈ, ਇਹਦੇ ਬਾਰੇ ਔਰ ਪਾਣੀ ਨੂੰ ਕਿਵੇਂ ਬਚਾਉਣਾ, ਇਹਦੇ ਬਾਰੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਹਿਲੀ ਵਾਰੀ ਕਮਾਲ ਦੇ ਇਨੀਸ਼ੀਏਟਿਵ ਲਿੱਤੇ ਨੇ, ਬਹੁਤ ਵੱਡੇ ਬੋਲਡ ਸਟੈਪਸ ਲਏ ਨੇ, ਜਿਹਦੇ ਤਹਿਤ DSR ਯਾਨੀ ਕਿ ਸਿੱਧੀ ਬਿਜਾਈ ਨੂੰ ਡਾਇਰੈਕਟ ਸੀਡਿੰਗ ਆਫ ਰਾਈਸ ਦੇ ਵਿੱਚ 1500 ਰੁਪਏ ਪ੍ਰਤੀ ਏਕੜ ਦੇਣ ਦਾ ਇਨਸੈਂਟਿਵ ਦੇਣ ਦਾ ਵਾਅਦਾ ਜਿਹੜਾ ਉਹ ਕੀਤਾ ਹੈ ਔਰ ਦਿੱਤਾ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਡਾਇਵਰਸੀਫਿਕੇਸ਼ਨ MSP ਮੂੰਗੀ ਤੇ ਸਰ ਮੂੰਗੀ ਤੇ ਪਹਿਲੀ ਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਕਿਸਾਨ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਮੂੰਗੀ ਔਰ ਬਾਕੀ ਫਸਲਾਂ ਦੇ ਵੱਲ ਵਧੇ। ਇਸੇ ਤਰੀਕੇ ਦੇ ਨਾਲ ਸਰ ਗੁਲਾਬੀ ਸੁੰਡੀ ਦੇ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ, 101 ਕਰੋੜ ਦਾ ਕੰਪਨਸੇਸ਼ਨ ਹੈ ਜਿਹੜਾ ਉਹ ਸਰਕਾਰ ਨੇ ਅਨਾਉਂਸ ਕੀਤਾ ਔਰ ਦਿੱਤਾ ਗਿਆ ਹੈ। ਸਰ ਇਸੇ ਤਰੀਕੇ ਦੇ ਨਾਲ ਮੈਡੀਕਲ ਐਜੂਕੇਸ਼ਨ, ਮੈਂ ਸਮਝਦਾ ਕਿ ਹੈਲਥ ਔਰ ਐਜੂਕੇਸ਼ਨ ਦੇ ਸੈਕਟਰਸ ਦੇ ਵਿੱਚ ਮੈਡੀਕਲ ਐਜੂਕੇਸ਼ਨ ਮੇਜਰ ਰੋਲ ਅਦਾ ਕਰਦਾ ਹੈ ਔਰ ਇਹਦੇ ਤਹਿਤ ਮਸਤੋਣਾ ਸਾਹਿਬ ਵਿਖੇ ਭਗਵੰਤ ਮਾਨ ਜੀ ਨੇ ਖੁਦ ਆਪ ਮੈਡੀਕਲ ਕਾਲਜ ਦੀ ਸ਼ੁਰੂਆਤ ਕਰਨ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ ਔਰ ਇਹਦੇ ਲਈ ਪ੍ਰੋਸੈਸ ਹੈ ਉਹ ਇਨੀਸ਼ੀਏਟ ਹੋ ਚੁੱਕਿਆ ਹੈ, ਸਰਕਾਰ ਦੇ ਵਿੱਚ ਨੇ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਸਰ ਇਸੇ ਤਰੀਕੇ ਦੇ ਨਾਲ ਐਮਪਲੋਇਮੈਂਟ ਜੌਬ ਕ੍ਰੀਏਸ਼ਨ ਨੇ ਜਿਹੜੀਆਂ ਉਹ ਪਹਿਲੀ ਵਾਰ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਉਹਨਾਂ ਦੀ ਸਰਕਾਰ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਹੋਏਗਾ ਤੇ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿੱਚ
ਜਿਹੜਾ ਇਸ ਗਵਰਨਰਸ ਐਡਰੈਸ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ 25,000 ਤੋਂ ਵੀ ਵੱਧ ਨੌਕਰੀਆਂ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਹੈ ਔਰ ਕੰਮ ਉਹਦੇ ਉੱਪਰ ਜੰਗੀ ਪੱਧਰ ਦੇ ਉੱਪਰ ਚੱਲ ਰਿਹਾ ਹੈ। ਸਰ ਇੰਡਸਟਰੀ ਜਾਂ ਬਿਜ਼ਨਸ ਕਮਿਊਨਿਟੀ ਮੈਂ ਸਮਝਦਾ ਕਿ ਕਿਸੇ ਵੀ ਇਕਨੋਮੀ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ ਔਰ ਇਸ ਗਵਰਨਰ ਐਡਰੈਸ ਦੇ ਵਿੱਚ ਸਾਡੀ ਸਰਕਾਰ ਨੇ ਇਹ ਫੈਸਲਾ ਕੀਤਾ ਹੈ, ਕਮਿਟ ਕੀਤਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਟੈਕਸ ਹੈ ਜਿਹੜਾ ਉਹ ਨਹੀਂ ਲਾਇਆ ਜਾਏਗਾ। ਸਪੈਸ਼ਲ ਕਮਿਸ਼ਨ ਹੈ ਜਿਹੜਾ ਉਹ ਬਿਜ਼ਨਸ ਕਮਿਊਨਿਟੀ ਦੇ ਲਈ ਉਹ ਬਣਾਇਆ ਜਾਏਗਾ ਔਰ ਜਿਹਦੇ ਵਿੱਚ ਬਿਜ਼ਨਸ ਕਮਿਊਨਿਟੀ ਦੇ ਲੋਕ ਹੀ ਮੈਂਬਰ ਹੋਣਗੇ ਤਾਂ ਕਿ ਉਹੀ ਆਪਣੇ ਇਸ਼ੂਜ਼ ਨੇ ਜਿਹੜੇ ਪ੍ਰੋਬਲਮਸ ਨੇ ਉਹ ਦੱਸ ਸਕਣ ਤੇ ਉਹੀ ਹੱਲ ਹੈ ਜਿਹੜਾ ਉਹ ਸਰਕਾਰ ਨੂੰ ਸੁਝਾਅ ਦੇ ਸਕਣ ਤੇ ਉਹਨਾਂ ਦੇ ਮੁਤਾਬਕ ਹੀ ਪਾਲਿਸੀਜ਼ ਨੇ ਜਿਹੜੀਆਂ ਉਹ ਬਣਨਗੀਆਂ। ਔਰ ਇੰਡਸਟਰੀਅਲ ਇਨਫਰਾਸਟ੍ਰਕਚਰ ਦੀ ਅਪਗ੍ਰੇਡੇਸ਼ਨ ਦੀ ਗੱਲ ਵੀ ਸਰਕਾਰ ਵੱਡੇ ਪੱਧਰ ਦੇ ਉੱਪਰ ਇਹਦੇ ਵਿੱਚ ਕਮਿਟ ਕੀਤਾ ਤੇ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਸਰ ਇਸੇ ਤਰੀਕੇ ਦੇ ਨਾਲ ਜਿਹੜੀਆਂ ਬੇਸਿਕ ਸਰਵਿਸਿਜ਼ ਡਿਲੀਵਰੀ ਨੇ ਆਮ ਲੋਕ ਜਿਹੜੇ ਛੋਟੇ ਛੋਟੇ ਕੰਮਾਂ ਪਿੱਛੇ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਨੇ ਔਰ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦੇ ਨੇ, ਸਰ ਉਸ ਰੈੱਡ ਟੇਪਿਜ਼ਮ ਨੂੰ ਲਾਲ ਫੀਤਾ ਸ਼ਾਹੀ ਨੂੰ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਬਹੁਤ ਆਪਾਂ ਵੀ 5 ਸਾਲ ਜਦੋਂ ਇੱਧਰ ਸੀਗੇ ਆਪਾਂ ਵੀ ਇਸ਼ੂ ਰੇਜ਼ ਕਰਦੇ ਰਹੇ ਕਿ ਆਟਾ ਦਾਲ ਦੇ ਬਾਕੀ ਸਰਵਿਸਿਜ਼ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਖੱਜਲ ਖੁਆਰੀ ਹੁੰਦੀ ਹੈ। ਆਟਾ ਦਾਲ ਦੇ ਵਿੱਚ ਵੀ ਬਹੁਤ ਤਰੀਕੇ ਦੀਆਂ ਤਰੁੱਟੀਆਂ ਨੇ ਜਿਹਨੂੰ ਸਰਕਾਰ ਨੇ ਫੈਸਲਾ ਕੀਤਾ ਕਿ ਰਾਸ਼ਨ ਹੈ ਜਿਹੜਾ ਉਹ ਡੋਰ ਸਟੈਪ ਡਿਲੀਵਰੀ ਹੈ ਉਹਦੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਜਾਏਗੀ ਤੇ ਇਹਦਾ ਪ੍ਰੋਸੈਸ ਹੈ ਉਹ ਅੰਡਰਵੇ ਹੈ ਔਰ ਇਹ ਜਲਦੀ ਹੀ ਲੋਕਾਂ ਨੂੰ ਫੈਸਿਲਿਟੀ ਹੈ ਜਿਹੜੀ ਉਹਨਾਂ ਦੇ ਘਰ ਬੈਠਿਆਂ ਨੂੰ ਦਿੱਤੀ ਜਾਏਗੀ। ਸਰ ਸ਼ਹੀਦ ਜਿਹੜੇ ਫੌਜੀ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਦਿੱਲੀ ਦੀ ਤਰਜ਼ ਦੇ ਉੱਪਰ ਮਾਨ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਜਿਹੜੀ ਜਿਨ੍ਹਾਂ ਨੂੰ ਪਾਉਣ ਦੇ ਲਈ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਨਾਂ ਪਰਿਵਾਰ ਜਿਹੜੇ ਕਿ ਆਲਰੇਡੀ ਆਪਣਾ ਜੀ ਗਵਾ ਚੁੱਕੇ ਸੀਗੇ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੀਗੇ, ਘਰ ਬੈਠਿਆਂ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਜਿਹੜੀ ਉਹ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਦੇਣ ਦਾ ਫੈਸਲਾ ਜਿਹੜਾ ਉਹ ਕੀਤਾ ਗਿਆ। ਸਰ ਇਸੇ ਤਰੀਕੇ ਦੇ ਨਾਲ ਟਰਾਂਸਪੋਰਟ ਮਾਫੀਆ ਲੰਮੇ ਸਮੇਂ ਤੋਂ ਪੋਲੀਟੀਕਲ ਪੈਟਰਨੇਜ ਦੇ ਨਾਲ ਇਹ ਚੱਲਦਾ ਆਇਆ, ਇਹਦੇ 'ਚ ਵੱਡੇ ਪੱਧਰ ਦੇ ਉੱਪਰ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਤੋਂ ਤਕਰੀਬਨ ਹਫ਼ਤਾ ਪਹਿਲਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਤੋਂ ਆਏ, ਭਗਵੰਤ ਮਾਨ ਜੀ ਇਹਨਾਂ ਨੇ ਜੋ ਟਰਾਂਸਪੋਰਟ ਵੱਡੇ ਘਰਾਣੇ ਦੀਆਂ ਗੱਡੀਆਂ ਔਰ ਤਕਰੀਬਨ 3500 4000 5000 ਦਿੱਲੀ 에ਅਰਪੋਰਟ ਤੱਕ ਲਿਆ ਜਾਂਦਾ ਸੀਗਾ ਉਹਨੂੰ ਉਹਦੇ ਨੱਥ ਪਾਉਣ ਦੇ ਲਈ ਪੀਆਰਟੀਸੀ ਵੱਲੋਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਲੁਧਿਆਣਾ ਜਲੰਧਰ ਇਹਨਾਂ ਸ਼ਹਿਰਾਂ ਤੋਂ ਦਿੱਲੀ 에ਅਰਪੋਰਟ ਨੂੰ ਬੱਸ ਸਰਵਿਸ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਕਿਰਾਇਆ 3500 4000 ਜਾਂ 5000 ਨਹੀਂ ਮਹਿਜ਼ 1100 ਤੋਂ ਲੈ ਕੇ 1300 ਰੁਪਏ ਤੱਕ ਜਿਹੜਾ ਫਿਕਸ ਕੀਤਾ ਗਿਆ ਜਿਹਦੇ ਨਾਲ ਵੱਡੀ ਰਾਹਤ ਹੈ ਜਿਹੜੀ ਉਹ ਮਿਲੇਗੀ ਪੰਜਾਬ ਦੇ ਲੋਕਾਂ ਨੂੰ। ਔਰ ਪਾਣੀ ਸਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪੰਜਾਬ 5 ਆਬਾਂ ਦੀ ਧਰਤੀ ਹੈ ਪਰ ਬਦਕਿਸਮਤੀ ਦੇ ਨਾਲ ਹਰ ਸਾਲ ਪੰਜਾਬ ਦਾ ਪਾਣੀ ਤਕਰੀਬਨ 1.5 ਮੀਟਰ ਦੇ ਕਰੀਬ ਉਹ ਨੀਚੇ ਜਾ ਰਿਹਾ ਤੇ ਇਸ ਨੂੰ ਬਚਾਉਣ ਦੇ ਲਈ ਨਹੀਂ ਰਿਪੋਰਟ ਮੁਤਾਬਕ ਸੈਂਟਰਲ ਗਵਰਨਮੈਂਟ ਦੀ ਰਿਪੋਰਟ ਮੁਤਾਬਕ ਆਉਣ ਵਾਲੇ 15-20 ਸਾਲਾਂ ਦੇ ਵਿੱਚ ਪੰਜਾਬ ਰੇਗਿਸਤਾਨ ਬਣ ਜਾਏਗਾ ਤੇ ਉਹਨੂੰ ਉਸ ਪਾਣੀ ਨੂੰ ਬਚਾਉਣ ਦੇ ਲਈ ਇਨਸੈਂਟਿਵ ਜਿਹੜਾ ਦਿੱਤਾ ਜਾ ਰਿਹਾ ਡੀਐਸਆਰ ਦੇ ਲਈ 1500 ਰੁਪਏ ਪਰ ਏਕੜ ਉਹ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਗਿਆ। ਔਰ ਸਭ ਤੋਂ ਵੱਡੀ ਗੱਲ ਸਰ ਇਕਨੋਮੀ, ਕਿਉਂਕਿ ਇਕਨੋਮੀ ਕਿਸੇ ਵੀ ਚੀਜ਼ ਦੀ ਡਰਾਈਵਿੰਗ ਫੋਰਸ ਹੈ ਜਿਹੜੀ ਉਹ ਇਕਨੋਮੀ ਹੁੰਦੀ ਹੈ। ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ 70 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਹੋ ਰਿਹਾ ਹੈ ਕਿ ਲੋਕਾਂ ਤੋਂ ਜਾ ਕੇ ਉਹਨਾਂ ਦੇ ਸੁਝਾਅ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਪੁੱਛ ਕੇ ਉਹਦੇ ਮੁਤਾਬਕ ਹੱਲ ਹੈ ਜਿਹੜਾ ਉਹ ਕੀਤਾ ਜਾਵੇ ਤੇ ਜਨਤਾ ਬਜਟ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਇਸ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਸਾਹਿਬ ਵੱਲੋਂ ਪੇਸ਼ ਕੀਤਾ ਜਾਏਗਾ। ਔਰ ਸਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਸੀਗੇ ਪਿਛਲੇ ਸਰਕਾਰਾਂ ਦੇ ਸਮੇਂ ਦੌਰਾਨ ਕਿ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਸਿਰ ਹੈ, ਜਿਹੜੇ ਬੋਰਡਸ ਔਰ ਕਾਰਪੋਰੇਸ਼ਨ ਨੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ ਕਿੰਨਾ, ਕਿਉਂਕਿ ਉਹ ਬਜਟ ਦੇ ਵਿੱਚ ਆਉਂਦੇ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਸਰ ਆਰਬੀਆਈ ਦੀ ਜਿਹੜੀ ਸਟੇਟ ਫਾਈਨੈਂਸਿਸ ਦੀ ਰਿਪੋਰਟ ਹੈ ਡੈਟ ਟੂ ਜੀਐਸਡੀਪੀ ਰੇਸ਼ੋ ਹੈ ਜਿਹੜੀ
ਸਰ 42.5 ਹੁਣ ਤੱਕ ਹੋ ਚੁੱਕੀ ਹੈ ਪਿਛਲੀਆਂ ਸਰਕਾਰਾਂ ਦੀ ਵਜ੍ਹਾ ਕਰਕੇ, ਜਿਹਨੂੰ ਜਿਹੜਾ ਕਿ ਹਾਈਐਸਟ ਹੈ ਆਫਟਰ J&K, ਅਰੁਣਾਚਲ ਔਰ ਨਾਗਾਲੈਂਡ ਤੋਂ ਬਾਅਦ। ਸਰ ਮੈਂ ਕਈ ਇਸ਼ੂਜ਼ ਹੋਰ ਨੇ ਜਿਹਨੇ ਸਾਡੀ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤਾ ਸੀਗਾ, ਤੇ ਇਸ ਗਵਰਨਰਸ ਐਡਰੈਸ ਤੋਂ ਵੀ ਮੈਂ ਸਮਝਦਾ ਕਿ ਵੱਧ ਕੇ ਕੰਮ ਹੈ ਜਿਹੜਾ ਹੋ ਰਿਹਾ ਹੈ। ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਗੁੱਸਾ ਸੀਗਾ ਕਿ ਜਿਹੜੇ ਐਕਸ MLAs ਨੇ ਉਹਨਾਂ ਦੀਆਂ ਮਲਟੀਪਲ ਪੈਨਸ਼ਨਸ ਨੇ, ਇਹਦੇ ਵਾਸਤੇ ਵੀ ਸਰਕਾਰ ਨੇ ਫੈਸਲਾ ਲਿਆ, ਗਵਰਨਰ ਸਾਹਿਬ ਕੋਲ ਭੇਜਿਆ। ਚਲੋ ਗਵਰਨਰ ਸਾਹਿਬ ਨੇ ਕਿੰਨਾ ਕਾਰਨਾਂ ਕਰਕੇ ਬੈਸਟ ਨੋਨ ਟੂ ਹਿਮ ਉਹ ਵਾਪਸ ਕੀਤਾ, ਇਹਦੇ ਲਈ ਸਰਕਾਰ ਵਚਨਬੱਧ ਹੈ। ਸਰ ਲੈਂਡ ਮਾਫੀਆ ਲੰਬੇ ਸਮੇਂ ਤੋਂ ਜਿਹੜੇ ਇਲੀਗਲ ਐਨਕਰੋਚਮੈਂਟਸ ਹੁੰਦੀਆਂ ਰਹੀਆਂ ਪੋਲੀਟੀਕਲ ਪੈਟਰਨੇਜ ਦੇ ਨਾਲ, ਬਿਊਰੋਕ੍ਰੈਟਿਕ ਪੈਟਰਨੇਜ ਦੇ ਨਾਲ, ਮੈਨੂੰ ਖੁਸ਼ੀ ਹੁੰਦੀ ਹੈ ਔਰ ਮੈਂ ਮੁਬਾਰਕਬਾਦ ਦਿੰਦਾ ਮਾਨ ਸਾਹਿਬ ਨੂੰ, ਕੁਲਦੀਪ ਸਿੰਘ ਧਾਲੀਵਾਲ ਨੂੰ, ਕਿ ਉਹਨਾਂ ਨੇ ਤਕਰੀਬਨ 1.5 ਮਹੀਨੇ ਦੇ ਵਕਫੇ ਦੇ ਵਿੱਚ ਹੀ 6000 ਤੋਂ ਵੀ ਵੱਧ ਏਕੜ ਨੇ ਜਿਹੜੇ ਉਹ ਇਲੀਗਲ ਐਨਕਰੋਚਮੈਂਟਸ ਤੋਂ ਉਹ ਛੁਡਾ ਲਏ ਨੇ। ਔਰ ਇਸੇ ਤਰੀਕੇ ਦੇ ਨਾਲ ਸਰ ਪੰਜਾਬੀ ਮਾਂ ਬੋਲੀ, ਇਹਦੇ ਪਹਿਲੀ ਵਾਰੀ ਹੋ ਰਿਹਾ ਹੈ ਕਿ 50% ਰਿਜ਼ਰਵ 50% ਮਾਰਕਸ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਕੰਪਲਸਰੀ ਕੀਤੇ ਗਏ ਨੇ ਜੇ ਪੰਜਾਬ ਦੇ ਵਿੱਚ ਤੁਸੀਂ ਨੌਕਰੀ ਲੈਣੀ ਹੈ। ਸਰ ਇਹ ਇਨੀਸ਼ੀਏਟਿਵ ਨੇ ਜਿਹੜੇ ਸਾਡੀ ਸਰਕਾਰ ਨੇ ਲਏ ਨੇ, ਇਤਿਹਾਸਿਕ ਇਨੀਸ਼ੀਏਟਿਵ ਨੇ। 2.5-3 ਮਹੀਨਿਆਂ ਦੇ ਵਿੱਚ ਮੈਂ ਸਮਝਦਾ ਕਿ ਜੋ ਕਈਆਂ ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਇਹਨਾਂ 2.5-3 ਮਹੀਨਿਆਂ ਦੇ ਵਿੱਚ ਹੋਇਆ। ਸਰ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਆਪੋਜੀਸ਼ਨ ਦੇ ਸਾਥੀ ਗੱਲ ਕਰ ਰਹੇ ਸੀਗੇ ਲਾਅ ਐਂਡ ਆਰਡਰ ਦੀ। ਸਰ ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਬਾਜਵਾ ਸਾਹਿਬ ਦੀ ਗੱਲ ਨਾਲ 100% ਸਹਿਮਤ ਹਾਂ ਕਿ ਜੇ ਜਾਨ ਹੈ ਤਾਂ ਜਹਾਨ ਹੈ। ਲਾਅ ਐਂਡ ਆਰਡਰ ਬਹੁਤ ਇੰਪੋਰਟੈਂਟ ਇਸ਼ੂ ਹੈ ਤੇ ਇਹਦੇ ਉੱਪਰ ਡਿਸਕਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪਰ ਸਰ ਮੈਂ ਇਹਦੇ 'ਚ ਮੈਂ ਕੋਈ ਇਹ ਨਹੀਂ ਕਹਿੰਦਾ ਹੈਗਾ ਕਿ ਤੁਹਾਡਾ ਜਿਹੜਾ ਸਵਾਲ ਹੈ ਜਾਂ ਤੁਹਾਡਾ ਕੰਸਰਨ ਹੈ ਉਹ ਗਲਤ ਹੈ, ਪਰ ਸਰ ਇਹਨੂੰ ਇੱਕ ਵਾਈਡਰ ਪਰਸਪੈਕਟਿਵ ਦੇ ਵਿੱਚ ਦੇਖਣ ਦੀ ਅੱਜ ਲਾਅ ਐਂਡ ਆਰਡਰ ਨੂੰ ਲੋੜ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਜੋ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਪੂਲੈਰਿਟੀ, ਸਿੱਧੂ ਮੂਸੇਵਾਲਾ, ਉਹਨਾਂ ਦਾ ਬੜਾ ਦਰਦਨਾਕ ਕਤਲ ਹੋਇਆ। ਉਸ ਤੋਂ ਬਾਅਦ ਇੱਕ ਵੈਸੇ ਵੀ ਮਾਹੌਲ ਹੈ ਜਿਹੜਾ ਉਹ ਲਾਅ ਐਂਡ ਆਰਡਰ ਦੇ ਉੱਪਰ ਕਾਫੀ ਰੇਜ਼ ਕੀਤਾ ਗਿਆ। ਪਰ ਮੈਂ ਸਰ ਇਹ ਕਹਿਣਾ ਚਾਹੁੰਦਾ, ਇਹ ਪੁੱਛਣਾ ਚਾਹੁੰਦਾ ਅੱਜ ਤੁਹਾਡੇ ਜ਼ਰੀਏ ਆਪੋਜੀਸ਼ਨ ਨੂੰ, ਸਾਰਿਆਂ ਨੂੰ ਔਰ ਪੂਰੇ ਪੰਜਾਬ ਨੂੰ, ਕਿ ਕੀ ਸਰ ਇਹ ਜੋ ਅੱਜ ਲਾਅ ਐਂਡ ਆਰਡਰ ਦੀ ਮੇਰੇ ਸਤਿਕਾਰਯੋਗ ਵੀਰ ਗੱਲ ਕਰਦੇ ਨੇ, ਕੀ ਇਹ 3 ਮਹੀਨਿਆਂ ਦੇ ਭਗਵੰਤ ਮਾਨ ਜੀ ਦੀ ਸਰਕਾਰ ਦੀ ਦੇਣ ਹੈ? ਸਰ ਇਹ ਉਹ ਕੰਡੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿਜੇ ਹੋਏ ਨੇ, ਅਸੀਂ ਤਾਂ ਸਿਰਫ ਔਰ ਸਿਰਫ ਉਹਨਾਂ ਨੂੰ ਚੁਗਣ ਲੱਗੇ ਹੋਏ ਹਾਂ। ਸਰ ਮੇਰੇ ਤੋਂ ਇੱਕ ਮਿੰਟ ਰਾਜਾ ਜੀ, ਐ ਨਾ ਕਰੋ, ਇੱਕ ਬੋਲ ਲੈਣ ਦੋ ਬੋਲੋ ਆਪਾਂ। ਹਾਂਜੀ ਬੋਲੋ। ਰਾਜਾ ਵੜਿੰਗ। ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ, ਮੇਰੇ ਸਾਥੀ, ਮੇਰੇ ਕੁਲੀਗ ਨੇ ਚਿੰਤਾ ਜ਼ਾਹਿਰ ਕੀਤੀ ਲਾਅ ਐਂਡ ਆਰਡਰ ਦੀ, ਤੇ ਅਸੀਂ ਵੀ ਤੁਹਾਡੇ ਤੋਂ ਇਹ ਮੰਗ ਕਰ ਰਹੇ ਸੀ ਕਿ ਗਵਰਨਰ ਐਡਰੈਸ ਦੇ ਵਿੱਚ तमाम ਚੀਜ਼ਾਂ ਅਸੀਂ ਦੱਸ ਨਹੀਂ ਸਕਾਂਗੇ ਲਾਅ ਐਂਡ ਆਰਡਰ ਤੇ ਕੀ ਹੋਇਆ। ਪਰ ਜਿਸ ਪ੍ਰਕਾਰ ਇਹਨਾਂ ਨੇ ਹੁਣ ਗੱਲ ਸ਼ੁਰੂ ਕਰ ਲਈ, ਇਹਨਾਂ ਨੇ ਕਿਹਾ ਕਿ ਮੇਰੇ ਆਪੋਜੀਸ਼ਨ ਦੇ ਸਾਥੀ ਦੱਸਣ ਜਿਹੜੇ ਚਰਚਿਤ ਮਰਡਰ ਦੀ ਇਹ ਗੱਲ ਕਰ ਰਹੇ ਨੇ, ਸਾਡੀ ਸਰਕਾਰ ਨੇ ਉਹਨੂੰ 10 ਸਿਕਿਉਰਿਟੀ ਗਾਰਡਸ ਦਿੱਤੇ ਗਏ ਸੀ। ਉਸ ਬੰਦੇ ਨੂੰ IB ਤੋਂ 1 ਸਾਲ ਪਹਿਲਾਂ ਇੱਥੇ ਇਨਫੋਰਮੇਸ਼ਨ ਆਈ ਕਿ ਉਸ ਬੰਦੇ ਨੂੰ ਹਾਈਐਸਟ ਥ੍ਰੈਟ ਹੈਗਾ, ਉਸ ਬੰਦੇ ਦੀ ਜਾਨ ਨੂੰ ਖਤਰਾ ਹੈ। ਫਿਰ 1 ਮਹੀਨਾ ਪਹਿਲਾਂ ਇੱਕ ਸ਼ਾਹਰੁਖ ਖਾਨ ਦਾ ਵਿਅਕਤੀ ਜਿਹੜਾ ਦਿੱਲੀ ਕ੍ਰਾਈਮ ਨੇ ਪੁਲਿਸ ਵਾਲਿਆਂ ਨੇ ਫੜਿਆ, ਉਹਨਾਂ ਨੇ ਇਤਲਾਹ ਦਿੱਤੀ ਮੌਜੂਦਾ DGP ਨੂੰ ਕਿ ਇਸ ਬੰਦਾ ਰੈਕੀ ਕਰਕੇ ਆਇਆ, ਇਸ ਬੰਦੇ ਨੇ ਸਿੱਧੂ ਮੂਸੇਵਾਲੇ ਨੂੰ ਮਾਰਨਾ ਹੈ। ਪਰ ਇਹ ਕਹਿੰਦਾ ਮੈਂ ਇਸ ਕਰਕੇ ਵਾਪਸ ਆ ਗਿਆ ਕਿਉਂਕਿ ਉਹਦੇ ਕੋਲੇ ਹਥਿਆਰਬੰਦ ਬਾਡੀਗਾਰਡ ਸਨ ਜਿਨ੍ਹਾਂ ਕੋਲੇ AK-47 ਸਨ। ਤੁਸੀਂ ਉਹ 10 ਚੋਂ 6 ਉਡਾਤੇ, 4 ਰੱਖੇ, 4 ਚੋਂ ਬਿਨਾਂ ਦੇਖੇ ਤੁਸੀਂ 2 ਉਡਾਤੇ, ਔਰ ਉਡਾ ਕੇ ਜਿਹੜਾ ਕਿ ਸੀਕ੍ਰੇਟ ਡਾਕੂਮੈਂਟ ਹੈ ਤੁਸੀਂ ਆਪਦੀ ਫੇਸਬੁੱਕ ਤੇ ਪਾਤਾ ਕਿ ਅੱਜ ਅਸੀਂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ, ਔਰ ਸ਼ਾਮ ਨੂੰ ਮੂਸੇਵਾਲਾ ਸਾਹਿਬ ਦਾ ਕਤਲ ਹੋ ਜਾਂਦਾ ਹੈ, ਔਰ ਫਿਰ ਤੁਸੀਂ ਕਦੇ ਕਹਿੰਦੇ ਹੋ ਵੀ ਭਾਈ ਇਹ ਤਾਂ ਬੋਡੀ ਉਹ ਲੈ ਜਾਂਦੇ। ਇਹ ਸਰਾਸਰ ਉਹ ਤੁਸੀਂ ਇੱਕ ਜਿਹੜੀ ਲੜਕੀ ਨੂੰ, ਹਾਲਾਂਕਿ ਫੇਸਬੁੱਕ ਤੇ ਕਿਹਨੇ ਪਾਇਆ, ਕਿਉਂ ਪਾਇਆ, ਇਹ ਤੁਹਾਨੂੰ ਪਤਾ ਹੈ ਸਰਕਾਰ ਨੂੰ, ਉਸ ਲੜਕੀ ਨੂੰ
ਡਿਪਾਰਟਮੈਂਟ ਦੀ ਨੂੰ ਤੁਸੀਂ ਉਹਨੂੰ ਕਹਿਦਾ ਵੀ ਇਹ ਤਾਂ ਇਹਦੀ ਗਲਤੀ ਹੋ ਗਈ। ਸੋ ਇਹ ਸਰਾਸਰ ਸਿੱਧੂ ਮੂਸੇਵਾਲੇ ਦਾ ਕਤਲ ਬਚ ਸਕਦਾ ਸੀ ਅਗਰ ਸਰਕਾਰ ਚਾਹੁੰਦੀ। ਔਰ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੱਲਾ ਨਹੀਂ ਹੋਇਆ। 90 ਦਿਨਾਂ 'ਚ 70 ਜਾਨਾਂ ਜਾ ਚੁੱਕੀਆਂ ਜਨਾਬ। ਇਸੇ ਕਰਕੇ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਕਿਰਪਾ ਕਰਕੇ ਸਾਨੂੰ ਲਾਅ ਐਂਡ ਆਰਡਰ ਤੇ 1 ਘੰਟਾ ਕਮ ਸੇ ਕਮ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਪੰਜਾਬ ਦੀ ਜਨਤਾ ਸਾਨੂੰ ਲਾਈਵ ਦੇਖ ਰਹੀ ਹੈ। ਇੱਕ ਦੂਜੇ ਤੇ ਠੀਕ ਹੈ ਖਹਿਰਾ ਸਾਹਿਬ ਨੇ, ਅਸੀਂ ਅੱਜ 18 ਰਹਿ ਗਏ, ਸਾਡੀਆਂ ਗਲਤੀਆਂ ਸਨ ਬੜੀਆਂ ਹੋਣੀਆਂ, ਲੇਕਿਨ ਲਾਅ ਐਂਡ ਆਰਡਰ ਤੇ ਅਸੀਂ ਤਕੜੇ ਹੋ ਕੇ, ਭਾਵੇਂ 5 ਸਾਲ ਦੀ ਮਗਰਲੀ ਸਰਕਾਰ ਸੀ, ਇਸ ਤਰ੍ਹਾਂ ਦੇ ਦਿਨ ਨਹੀਂ ਵੇਖਣੇ ਪਏ ਜਿੱਥੇ ਮੁੱਖ ਮੰਤਰੀ ਸਾਹਿਬ ਨੂੰ, ਉਪ ਮੁੱਖ ਮੰਤਰੀ ਨੂੰ, MP ਮੈਂਬਰ ਆਫ ਪਾਰਲੀਮੈਂਟ ਨੇ ਪਰਚਾ ਦਰਜ ਕਰਾਇਆ। ਸਰਪੰਚਾਂ ਨੂੰ, ਅਸੀਂ ਛੱਡ ਦਿਓ ਸਿਆਸਤਦਾਨਾਂ ਦੀ ਗੱਲ, ਸਰਪੰਚਾਂ ਨੂੰ, ਆਮ ਲੋਕਾਂ ਨੂੰ। ਔਰ ਮੇਰਾ ਆੜਤੀਆ ਇੱਕ ਸਾਡਾ ਮੁਕਤਸਰ ਦੇ ਵਿੱਚ, ਪਰਸੋਂ ਉਹਨੂੰ ਕਾਲ ਆਈ, ਉਹਨੇ 10 ਲੱਖ ਰੁਪਇਆ ਦੇ ਦਿੱਤਾ ਹੈ। ਐਸੇ ਹਜ਼ਾਰਾਂ ਲੋਕ ਜਿਹੜੇ ਵਿਚਾਰੇ, ਅਸੀਂ ਉਹ ਗੱਲ ਕਰਨੀ ਚਾਹੁੰਦੇ ਹਾਂ। ਸੋ ਮੇਰੀ ਬੇਨਤੀ ਹੈ, ਅਗਰ ਤੁਸੀਂ ਉਸ ਦਿਨ ਵੀ ਕਿਹਾ ਕਿ ਗੈਂਗਸਟਰ ਕਾਂਗਰਸ ਦੀ ਦੇਣ ਹੈ, ਕਾਂਗਰਸ ਦੀ ਦੇਣ ਹੈ, ਹੁਣ ਤੁਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਤੁਸੀਂ ਕਹੋ ਕਿ ਜੇ ਕਾਂਗਰਸ ਦੀ ਦੇਣਾ, ਮਾਰੇ ਪਏ ਸਾਰੇ ਦੇ ਸਾਰੇ, ਇੱਕ ਵੀ ਕਤਲ ਨਹੀਂ ਹੋਣ ਦਿਆਂਗੇ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਨਾਟ ਆਫਟਰ 3 months ਯੂ ਆਰ ਸੇਇੰਗ ਕਿ ਦਿਸ ਇਜ਼ ਜਸਟ ਬਿਕਾਜ਼ ਆਫ ਦ ਕਾਂਗਰਸ ਪਾਰਟੀ। ਠੀਕ ਹੈ। ਅਮਨ ਜੀ, ਅਮਨ ਜੀ, ਸਰ ਮੈਂ ਇੱਕ ਮਿੰਟ ਮਾਨਯੋਗ ਮੈਂਬਰ ਸਾਹਿਬਾਨ ਨੂੰ ਸ਼ਾਂਤੀ ਬਣਾ ਕੇ ਰੱਖਣੀ, ਸੀਰੀਅਸ ਡਿਬੇਟ ਹੈ। ਅਮਨ ਜੀ, ਸਰ ਇਸ ਤਰ੍ਹਾਂ ਹੈ ਕਿ ਮੈਂ ਮੇਰੇ ਵੀਰ ਰਾਜਾ ਵੜਿੰਗ ਜੀ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਮੈਂ ਇਹ ਬਿਲਕੁਲ ਨਹੀਂ, ਨਾ ਮੈਂ ਨਾ ਸਾਡੀ ਸਰਕਾਰ ਆ ਆਪਦੀ ਜ਼ਿੰਮੇਵਾਰੀ ਤੋਂ ਨਾ ਕਦੇ ਪਿੱਠ ਦਿਖਾ ਕੇ ਭੱਜੀ ਹੈ ਤੇ ਨਾ ਕਦੇ ਭੱਜੂਗੀ। ਪਰ ਸਰ ਮੈਂ ਇਹਦੇ ਜੈਨੇਸਿਸ ਦੇ ਵਿੱਚ ਮੈਂ ਇਹਦਾ ਗਰਭ ਕਿੱਥੇ, ਇਹ ਹਾਲਾਤ ਅੱਜ ਠੀਕ ਹੈ ਕਿ ਛੋਟੇ ਵੀਰ ਮੂਸੇਵਾਲੇ ਦਾ ਕਤਲ ਹੋਇਆ, ਇਹੋ ਜਿਹਾ ਕਿਸੇ ਮਾਂ ਪਿਓ ਦੇ ਬੱਚੇ ਨਾਲ ਨਾ ਹੋਵੇ। ਪਰ ਸਰ ਮੈਂ ਇਹਦੇ ਬੈਕਗਰਾਉਂਡ ਦੇ ਵਿੱਚ ਜਾਣਾ ਚਾਹੁੰਦਾ ਕਿ ਇਹ ਹਾਲਾਤ ਪੰਜਾਬ ਦੇ ਵਿੱਚ ਬਣੇ ਕਿਉਂ। ਸਰ ਅੱਜ ਤੋਂ 1.5 ਮਹੀਨੇ ਪਹਿਲਾਂ ਸਰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰਸ ਤੇ ਅਟੈਕ ਹੋਇਆ RPG ਦੇ ਨਾਲ। ਸਰ RPG ਰॉकेट ਲਾਂਚਰ ਹੈ ਔਰ ਸਿੱਧੂ ਮੂਸੇਵਾਲਾ ਦਾ ਕਤਲ ਜੋ ਹੈ, ਉਹ ਜੋ ਰਿਪੋਰਟਾਂ ਮੈਂ ਪੜ੍ਹੀਆਂ ਪੇਪਰ ਦੇ ਵਿੱਚ, ਉਹ ਕਹਿੰਦੇ AN-94 ਦੇ ਨਾਲ ਹੈ, ਜਿਹੜੀ ਕਿ ਰਸ਼ੀਅਨ ਅਸੌਲਟ ਰਾਈਫਲ ਹੈ, ਜਿਹੜੀ ਕਿ ਸਿਰਫ ਰਸ਼ੀਆ ਦੀ ਆਰਮੀ ਕੋਲੇ ਹੈ। ਸਰ ਮੈਂ ਪੁੱਛਣਾ ਚਾਹੁੰਦਾ ਕਿ ਔਰ ਸਰ RPG ਰॉकेट ਲਾਂਚਰ ਔਰ AN-94 ਨਾ ਸਰ ਅੱਤਵਾਦ ਦੇ ਪੀਕ ਦੇ ਦਿਨਾਂ ਦੇ ਵਿੱਚ ਵੀ ਅੱਤਵਾਦੀਆਂ ਕੋਲ ਨਹੀਂ ਸੀਗੇ। ਸਰ ਇਹ ਅੱਜ ਇਹਨਾਂ ਗੈਂਗਸਟਰਸ ਕੋਲ ਕਿੱਥੇ ਆ ਗਏ? 3 ਮਹੀਨਿਆਂ ਦੇ ਵਿੱਚ ਡੈਫੀਨੇਟਲੀ, ਇੱਕ ਸੈਕਿੰਡ ਓਏ ਸੁਣ ਤਾਂ ਲਓ ਯਾਰ। ਸਰ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਦੀ ਮੈਨੂਫੈਕਚਰਿੰਗ ਸ਼ੁਰੂ ਨਹੀਂ ਨਾ ਹੋਈ। ਸਰ ਆਏ ਨੇ ਇੰਟਰਨੈਸ਼ਨਲ ਬਾਰਡਰਸ ਤੋਂ, ਸਰ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਸੈਂਟਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਔਰ ਅਗਲੀ ਗੱਲ ਹੁਣ ਆ ਜੀ, 1 ਮਿੰਟ ਯਾਰ ਸੁਣ ਤਾਂ ਲਓ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਚੇਅਰ ਨੂੰ ਐਡਰੈਸ ਕੀਤਾ ਜਾਵੇ ਸਰ, ਜਿਹੜੀ ਗੱਲ ਔਰ ਡਿਬੇਟ ਚੱਲਣ ਦਿੱਤਾ ਜਾਵੇ। ਜਿਹੜੇ ਮੈਂ ਚਲੋ ਵਾਟਐਵਰ, ਤੁਸੀਂ ਸੁਣ ਤਾਂ ਲਓ 2 ਮਿੰਟ, ਸ਼ਾਂਤੀ ਰੱਖੋ, ਨਾ ਕਰੋ। ਸਰ ਬੇਨਤੀ ਇਹ ਨਹੀਂ ਹੈ ਸਰ, ਮੈਂ ਥੋੜਾ ਜਿਹਾ ਇਹ ਹੋਇਆ ਬਹੁਤ ਮੰਦਭਾਗਾ ਹੋਇਆ ਸਰ, ਮੈਂ ਇਹਦੇ ਬੈਕਗਰਾਉਂਡ ਤੇ ਜਾਣਾ ਚਾਹੂੰਗਾ। ਸਰ ਲਾਅ ਐਂਡ ਆਰਡਰ ਦੀ ਗੱਲ ਕੀਤੀ ਗਈ ਹੈ। ਸਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਇੱਕ ਵੀ ਕ੍ਰਾਈਮ ਹੁੰਦਾ ਤੇ ਉਹ ਗਲਤ ਹੈ, ਅਸੀਂ ਜ਼ਿੰਮੇਵਾਰੀ ਓੜਦੇ ਹਾਂ ਉਸਦੀ। ਪਰ ਸਰ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਐਵਰੇਜ ਆਈ ਹੈ 2022 ਦੇ ਵਿੱਚ, ਉਹ ਪੰਜਾਬ ਦੇ ਵਿੱਚ 50 ਮਰਡਰਸ ਦੀ ਆਈ ਹੈ। 2021 ਦੇ ਵਿੱਚ 60 ਦੀ ਸੀਗੀ, 2022 ਦੇ ਵਿੱਚ ਉਹ 65 ਦੀ ਸੀਗੀ। ਇਹ ਸਰ ਮੈਂ ਨਹੀਂ ਬੋਲ ਰਿਹਾ ਹੈਗਾ, ਇਹ NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਫਿਗਰਸ ਨੇ, ਮੈਂ ਉਹ ਲੈ ਕੇ ਆਇਆ ਡਾਟਾ। ਜੇ ਇਹ ਗਲਤ ਹੋਣ ਤਾਂ ਚੈਲੰਜ ਕਰ ਸਕਦੇ। 2022 ਦੇ ਵਿੱਚ ਕਿੰਨੀ ਹੈ ਜੀ? ਸਰ ਜੋ ਐਵਰੇਜ ਆਈ ਹੈ ਉਹ 158 ਦੀ ਹੈ 3 ਮਹੀਨਿਆਂ ਦੇ ਵਿੱਚ, 3.5 ਮਹੀਨਿਆਂ 'ਚ 50 ਦੀ ਆਈ ਹੈ। ਇਸ ਤੋਂ ਪਹਿਲਾਂ 60 ਔਰ 65 ਰਹੇ ਨੇ। ਸਰ NCRB ਦਾ ਰਿਕਾਰਡ ਬੋਲ ਰਿਹਾ ਹੈ। ਇੱਕ ਸੈਕਿੰਡ ਸਰ, 2013 ਦੇ ਵਿੱਚ ਹੋਰ ਬੈਕਗਰਾਉਂਡ ਦੇ ਵਿੱਚ ਚਲੇ ਜਾਈਏ ਸਰ, ਟੋਟਲ ਮਰਡਰਸ 2013 ਦੇ ਵਿੱਚ ਪੰਜਾਬ ਦੇ ਵਿੱਚ 711 ਹੋਏ ਸੀਗੇ, ਜਿਹੜੀ ਪਰਸੈਂਟੇਜ ਟੂ ਟੋਟਲ IPC ਕ੍ਰਾਈਮਸ ਹੈ ਉਹ 28.12 ਸੀਗੀ, 7th ਹਾਈਐਸਟ ਇਨ ਦ ਕੰਟਰੀ। 2013 ਦੇ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ। ਸਰ NCRB ਦਾ ਰਿਕਾਰਡ ਕਹਿੰਦਾ ਕਿ ਟੋਟਲ ਕ੍ਰਾਈਮ ਹੈ ਜਿਹੜਾ 2016 ਦੇ ਵਿੱਚ 57,739 ਸੀਗਾ, ਜਿਹੜਾ ਕਿ ਵੱਧ ਕੇ 2020 ਦੇ ਵਿੱਚ 82,875 ਹੋ ਗਿਆ। ਸਰ 4 ਸਾਲਾਂ ਦੇ ਵਿੱਚ 43.5% ਜਿਹੜਾ ਵੱਧ ਗਿਆ 5 ਸਾਲਾਂ ਦੇ ਵਿੱਚ। ਸਰ 2020 ਦੇ ਵਿੱਚ
ਪੰਜਾਬ ਦੇ ਵਿੱਚ ਐਨਡੀਪੀਸੀ ਐਕਟ ਦੇ ਜਿਹੜੇ ਕੇਸਿਸ ਨੇ, ਕ੍ਰਾਈਮਸ ਨੇ, ਸਰ ਪੰਜਾਬ ਉਹਦੇ ਵਿੱਚ ਟੌਪ ਕਰ ਰਿਹਾ ਸੀਗਾ ਕਾਂਗਰਸ ਸਰਕਾਰ ਵੇਲੇ। ਸਰ ਹੁਣ ਆਪਾਂ ਆ ਜਾਈਏ ਮਰਡਰਸ, ਇਹ ਜਿਹੜਾ ਹੈ ਕ੍ਰਾਈਮ ਰਿਕਾਰਡ ਹੈ ਸਰ। ਇੱਕ ਸੈਕਿੰਡ ਸੁਣ ਤਾਂ ਲਓ ਯਾਰ ਸਰ ਹੁਣ ਆਪਾਂ ਆ ਜਾਈਏ ਮਰਡਰਸ ਦੇ ਉੱਪਰ। ਕੱਲੇ ਲੁਧਿਆਣੇ ਦੀ ਜੇ ਗੱਲ ਕਰ ਲਈਏ ਸਰ, 2010 ਦੇ ਵਿੱਚ 90 ਮਰਡਰ ਹੋਏ, 2011 ਚ 76 ਹੋਏ, 12 ਦੇ ਵਿੱਚ ਕੱਲੇ ਲੁਧਿਆਣੇ ਦੇ ਵਿੱਚ ਸਰ 79 ਹੋਏ, 2014 ਚ 73 ਹੋਏ, 2015 ਚ ਫਿਰ 73 ਹੋਏ, 2016 ਚ 64 ਹੋਏ, 2017 ਚ 59 ਹੋਏ, 2018 ਦੇ ਵਿੱਚ 53 ਮਰਡਰਸ ਹੋਏ, 2019 ਦੇ ਵਿੱਚ 56 ਮਰਡਰ ਹੋਏ। ਸਰ ਜਿਹੜਾ ਸਿਟੀ ਵਾਈਜ਼ ਸ਼ੇਅਰ ਸੀ ਨਾ ਜੀ, ਉਹ 5% ਸੀਗਾ, ਜਿਹੜਾ ਕਿ 4th ਹਾਈਐਸਟ ਸੀਗਾ ਫਰੀਦਾਬਾਦ, ਆਗਰਾ ਤੇ ਆਸਨਸੋਲ ਤੋਂ ਬਾਅਦ ਲੁਧਿਆਣਾ ਦੇ ਵਿੱਚ। ਇਹ ਇਹਨਾਂ ਦੀ ਸਰਕਾਰ ਵੇਲੇ ਦਾ ਮੈਂ ਰਿਕਾਰਡ ਹੈ ਜਿਹੜਾ ਤੁਹਾਨੂੰ ਉਹ ਦੱਸ ਰਿਹਾ ਸਰ। 2010 ਤੋਂ 2021 ਤੱਕ ਜਿਹੜੇ ਤੁਹਾਨੂੰ ਮੈਂ ਫਿਗਰਸ ਦਿੱਤੇ 656 ਮਰਡਰਸ ਨੇ ਜਿਹੜੇ ਉਹ ਕੱਲੇ ਲੁਧਿਆਣੇ ਦੇ ਵਿੱਚ ਹੋਏ। ਇਸੇ ਤਰੀਕੇ ਦੇ ਨਾਲ ਸਰ ਜਿਹੜੇ 2015 ਤੋਂ 2021 ਤੱਕ ਦੇ ਜਿਹੜੇ ਸਰ, ਇੱਕ ਮਿੰਟ ਸੰਦੀਪ ਜਾਖੜ ਹਾਂਜੀ। ਅਮਨ ਜੀ, ਸਪੀਕਰ ਸਾਹਿਬ ਹੁਣੇ ਅਮਨ ਜੀ ਨੇ ਐਨਸੀਆਰਬੀ ਦੇ ਆંકੜੇ ਦਿੱਤੇ ਐਂਡ ਉਹਨਾਂ ਨੇ ਕਿਹਾ ਵੀ ਸੈਂਟਰਲ ਏਜੰਸੀ ਹੈ ਤੇ ਸੈਂਟਰ ਦੇ ਆંકੜੇ ਹੈ, ਤੇ ਜਦੋਂ ਸੈਂਟਰ ਦੇ ਆંકੜੇ ਪੰਜਾਬ ਦੇ ਸਕੂਲ ਨੂੰ ਕਹਿੰਦੇ ਵੀ ਸਭ ਤੋਂ ਨੰਬਰ 1 ਸਕੂਲ ਹੈ, ਉਸ ਟਾਈਮ ਉਹ ਆંકੜੇ ਗਲਤ ਹੈ। ਤੇ ਜਦੋਂ ਐਨਸੀਆਰਬੀ ਦੇ ਆંકੜੇ ਕਹਿੰਦੇ ਕਿ ਕ੍ਰਾਈਮ ਪਹਿਲੇ ਸੀਗਾ। ਥੈਂਕ ਯੂ ਅਮਨ ਅਰੋੜਾ ਜੀ। ਸਰ ਇਸ ਤਰ੍ਹਾਂ ਹੈ, ਮੈਂ ਦੱਸ ਦਿੰਦਾ, ਅਰੋੜਾ ਜੀ ਮੈਂ ਦੱਸ ਦਿੰਦਾ ਸਰ। ਇਹਦੇ ਫਰਕ ਇੰਨਾ ਕੁ ਹੈ ਕਿ ਜਿਹੜੇ ਐਜੂਕੇਸ਼ਨ ਵਾਲੇ ਆંકੜੇ ਦੱਸਦੇ ਨੇ ਉਹਦੇ 'ਚ ਉਹਨਾਂ ਦੀ ਜੋ ਰਿਪੋਰਟ ਹੈ ਉਹ ਇੰਡੀਕੇਟਿਵ ਹੋ ਸਕਦੀ ਹੈ। ਜਿਹੜੇ ਇਹ ਰਿਕਾਰਡ ਨੇ ਇਹ FIRs ਹੋਈਆਂ ਨੇ 302 ਦੀਆਂ, ਇਹ ਫਰਕ ਹੈ। ਠੀਕ ਹੈ, ਸੋ ਪਲੀਜ਼ ਟਰਾਈ ਟੂ ਅੰਡਰਸਟੈਂਡ। ਅਗਲੀ ਇੱਕ ਮਿੰਟ ਯਾਰ ਸੁਣੋ। CBSE ਦੀ ਰਿਪੋਰਟ ਸੁਣ ਲਓ। ਡਿਬੇਟ ਨੂੰ ਚੱਲਣ ਦਿੱਤਾ ਜਾਵੇ, ਦੀ ਰਿਪੋਰਟ ਪੈਰਲਲ ਡਿਬੇਟ ਨਾ ਕਰੋ ਤੁਸੀਂ। ਤਾਂ CBSE ਦੀ ਰਿਪੋਰਟ ਇੰਡੀਕੇਟਿਵ ਵੀ ਹੋ ਸਕਦੀ ਹੈ ਤੇ ਫੈਬਰੀਕੇਟਡ ਵੀ ਹੋ ਸਕਦੀ ਹੈ ਸਰ। ਦੂਜੀ ਗੱਲ ਇਹ ਹੈ ਸਰ, ਹੁਣ ਆਈਏ ਆਪਾਂ, ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਰੰਧਾਵਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਇਹ ਵੀ ਹੋਮ ਮਿਨਿਸਟਰ ਵੀ ਰਹੇ ਨੇ ਔਰ ਡਿਪਟੀ CM ਵੀ ਰਹੇ ਨੇ ਸਰ। ਹੁਣ ਆ ਜਾਈਏ ਆਪਾਂ ਵੀ ਕ੍ਰਿਮੀਨਲਸ ਦੇ ਇੰਨੇ ਹੌਸਲੇ ਵਧੇ ਕਿਵੇਂ। ਸਰ ਮੈਂ ਕੁਝ ਕੁ ਅਨਰਿਜ਼ੋਲਵਡ ਕੇਸਿਸ ਨੇ ਜਿਹੜੇ 2015 ਤੋਂ 2021 ਦੇ ਵਿੱਚ ਮੈਂ ਔਨ ਦਾ ਫਲੋਰ ਆਫ ਦਾ ਹਾਊਸ ਮੈਂ ਰੱਖਣਾ ਚਾਹੂੰਗਾ ਸਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਅਨਰਿਜ਼ੋਲਵਡ ਹੈ। RSS ਲੀਡਰ ਜਗਦੀਸ਼ ਗਗਨੇਜਾ ਜੀ ਦਾ ਮਰਡਰ ਹੋਇਆ, ਅਨਰਿਜ਼ੋਲਵਡ ਹੈ। ਜਿਹੜਾ ਸਰ ਇਹ ਤੁਹਾਨੂੰ ਪੁੱਛ ਰਹੇ ਸੀਗੇ ਸਰ, ਇਹ ਜਿਹੜਾ 1 ਮਿੰਟ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਇਹ ਸਬ ਜੁਡਿਸ ਕਿਵੇਂ ਹੈ, ਜਵਾਬ ਤੁਹਾਨੂੰ ਮੈਂ ਦੇ ਰਿਹਾ। ਅਨਰਿਜ਼ੋਲਵਡ ਨੇ ਤੇ ਸਬ ਜੁਡਿਸ ਨੇ। ਸੁਣੋ ਹੁਣ, ਬਰਗਾੜੀ ਕੇਸ, ਜਗਦੀਸ਼ ਗਗਨੇਜਾ ਜੀ ਦਾ ਮਰਡਰ ਸਰ। ਨਾਮਧਾਰੀ ਸੈਕਟ ਦੇ ਮਾਤਾ ਚੰਦ ਕੌਰ ਜੀ ਸੀਗੇ, 2016 ਦੇ ਵਿੱਚ ਮਰਡਰ ਹੋਇਆ, ਅਨਰਿਜ਼ੋਲਵਡ ਤੇ ਸਬ ਜੁਡਿਸ ਹੈ ਸਰ। ਇਸੇ ਤਰੀਕੇ ਦੇ ਨਾਲ ਮੌੜ ਬੰਬ ਬਲਾਸਟ ਹੋਇਆ 31/17 ਨੂੰ, 7 ਬੰਦੇ ਮਰੇ, ਹਜੇ ਤੱਕ ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ। ਇਸੇ ਤਰੀਕੇ ਦੇ ਨਾਲ ਨਾਭਾ ਜੇਲ੍ਹ ਬ੍ਰੇਕ ਹੋਇਆ, ਹਜੇ ਤੱਕ ਸਬ ਜੁਡਿਸ ਹੈ, ਅਨਟ੍ਰੇਸਡ ਹੈ। ਇਸੇ ਤਰੀਕੇ ਨਾਲ ਡਰੱਗਸ ਕੇਸਿਸ ਨੇ, ਉਹ ਤਾਂ ਚਲੋ ਆਪਾਂ ਸਾਰਿਆਂ ਨੂੰ ਪਤਾ ਨੇ। ਵਿੱਕੀ ਮਿੱਡੂ ਖੇੜਾ, ਇੱਕ ਮਿੰਟ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ 7 ਅਗਸਤ 2021 ਨੂੰ, ਹਜੇ ਤੱਕ ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ। ਇਸ ਤੋਂ ਇਲਾਵਾ ਸਰ ਬੁਲੰਦ ਹੌਸਲੇ ਗੈਂਗਸਟਰਾਂ ਦੇ ਉਹ ਸੀਗੇ, ਅੱਜ ਤਾਂ ਉਹਨਾਂ ਨੂੰ ਸਰਕਾਰ ਦਾ, ਪੰਜਾਬ ਸਰਕਾਰ ਦਾ ਜੋ ਮਨਸ਼ੇ ਨੇ ਉਹ ਦੇਖ ਕੇ ਭੱਜਣਾ ਪੈਂਦੀਆਂ ਨੇ ਗੈਂਗਸਟਰਸ ਨੂੰ। 2015 ਦੇ ਵਿੱਚ ਸੁੱਖਾ ਅਕਾਲੀ ਦਲ ਦੀ ਸਰਕਾਰ ਵੇਲੇ ਸੁੱਖਾ ਕਾਲਵਾ ਦਾ ਕਤਲ ਹੋਇਆ। ਹਾਂਜੀ, ਕੋਈ ਵੀ ਮਾਣਯੋਗ ਮੈਂਬਰ ਜਦੋਂ ਹਾਊਸ ਚ ਆਉਂਦਾ ਤਾਂ ਉਹਨਾਂ ਨੇ ਸਿੱਧੇ ਜਾਣਾ ਹੈ ਚੇਅਰ ਵੱਲ ਨੂੰ। ਉਹਨਾਂ ਦੀ ਪਿੱਠ ਕਿਸੇ ਹਿਸਾਬ ਨਾਲ ਨਹੀਂ ਹੋਣੀ ਚਾਹੀਦੀ। ਆਪਾਂ ਟ੍ਰੇਨਿੰਗ ਕਰਨੀ ਸੀ, ਉਹਦੀ ਟ੍ਰੇਨਿੰਗ ਦੱਸਣਾ ਸੀ ਇਹਨਾਂ ਚੀਜ਼ਾਂ, ਸੋ ਟ੍ਰੇਨਿੰਗ ਨਹੀਂ ਹੋ ਸਕੀ। ਸੋ ਕੋਈ ਗੱਲ ਨਹੀਂ, ਤੁਹਾਨੂੰ ਨਹੀਂ ਪਤਾ ਸੀ, ਸੋ ਇਹ ਦੱਸਣਾ ਵੀ ਸਾਡਾ ਫਰਜ਼ ਹੈ ਜੀ ਸਰ। ਗੱਲ ਇਹ ਹੈ ਕਿ ਹੌਸਲੇ ਇੰਨੇ ਬੁਲੰਦ ਕਿਵੇਂ ਹੋਏ, ਮੈਂ ਉਸ ਇਸ਼ੂ ਤੇ ਆ ਰਿਹਾ ਸੀ। ਖਹਿਰਾ ਸਾਹਿਬ ਸਪੀਕਰ ਸਾਹਿਬ, ਅਮਨ ਅਰੋੜਾ ਜੀ ਸਾਡੇ ਸਤਿਕਾਰਯੋਗ ਵੀਰ ਨੇ, ਪਰ ਮੈਨੂੰ ਪਤਾ ਨਹੀਂ ਕਿ ਉਹਨਾਂ ਬੈਂਚਾਂ ਵਿੱਚ ਕਿਹੜੀ ਚੁੰਬਕ ਤੇ ਚਮਕ ਆ। ਇੱਧਰ ਬੈਠੇ
ਉਦੋਂ ਕੋਈ ਸਬ ਜੁਡਿਸ ਨਹੀਂ ਸੀਗਾ। ਮੌਡ ਬਲਾਸਟ ਆਪਾਂ ਬੋਲਦੇ ਸੀ, ਇੱਥੇ ਤੁਸੀਂ ਨਾਲ ਹੀ ਬੋਲਦੇ ਸੀਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਬੋਲਦੇ ਸੀ, ਉਦੋਂ ਕੋਈ ਸਬ ਜੁਡਿਸ ਨਹੀਂ ਸੀਗਾ। ਉਧਰ ਜਾ ਕੇ ਸਬ ਜੁਡਿਸ ਹੋ ਗਿਆ। ਉਹ ਜਿਹੜੀਆਂ ਫਿਗਰਾਂ ਕਾਂਗਰਸ ਦੇ ਲੀਡਰਸ ਪਹਿਲਾਂ ਉਧਰ ਬਹਿ ਕੇ ਪੜ੍ਹਦੇ ਸੀ, ਐਨਸੀਆਰ ਵੀ ਕੋਟ ਕਰਦੇ ਸੀਗੇ, ਫਿਗਰਸ, ਦਿਸ ਇਜ਼ ਜਸਟ ਫਜਿੰਗ ਆਫ ਫਿਗਰਸ, ਦਿਸ ਇਜ਼ ਜਸਟ ਜਗਲਰੀ ਆਫ ਵਰਡਸ। ਸਾਨੂੰ ਕੋਈ ਇਤਰਾਜ਼ ਨਹੀਂਗਾ, ਪਰ ਇਹ ਹੁਣ ਪੂਰੀ ਪਿਓਰ ਸਰਕਾਰੀ ਬੋਲੀ ਆ। ਤੁਹਾਡੀ ਗੱਲ ਆ ਗਈ ਹੈ, ਤੁਸੀਂ 3 ਮਹੀਨਿਆਂ 'ਚ ਭੁੱਲ ਗਏ ਆ। ਤੁਹਾਡੀ ਨਾ ਮੈਂ ਛੋਟੇ ਵੀਰ ਇਦਾਂ ਨਾ ਚਾਹੀਦਾ, ਸਿਰਫ ਉਹ ਚੇਅਰ ਨੂੰ ਐਡਰੈਸ ਕੀਤਾ ਜਾਵੇ, ਸਾਰਾ ਕੁਝ ਉਹ ਜੋ ਚੇਅਰ ਲੀਡ ਕਰ ਰਹੀ ਆ। ਖਹਿਰਾ ਸਾਹਿਬ ਤੁਹਾਡੀ ਗੱਲ ਆ ਗਈ। ਅਮਨ ਜੀ ਸਰ ਇਸ ਤਰ੍ਹਾਂ ਅਮਨ ਜੀ ਸਰ ਸ਼੍ਰੀ ਇੱਕ ਮਿੰਟ ਜੀ, ਇੱਕ ਮਿੰਟ ਜੀ, ਅਮਨ ਜੀ ਕੰਟੀਨਿਊ। ਸਰ ਮੈਂ ਬੋਲ ਰਿਹਾ ਸਰ ਇਸ ਤਰ੍ਹਾਂ ਹੈ ਕਿ ਨਾ ਤਾਂ ਅਸੀਂ ਕੋਈ ਗੱਲ ਭੁੱਲੇ ਆ ਤੇ ਕੱਲਾ ਮਸਲਾ ਜਿਹੜਾ ਸੋਲਵ ਕਰਾਂਗੇ 5 ਸਾਲਾਂ ਦੇ ਵਿੱਚ। ਸੁਣ ਤਾਂ ਲਓ, 5 ਸਾਲ ਮੈਂ ਉਹ ਕੇਸ ਦੱਸੇ ਨੇ ਜਿਹੜੇ ਕਿ ਅਨਰਿਜ਼ੋਲਵਡ ਤੇ ਸਬਜੈਕਟ ਜਿਹੜਾ ਤੁਸੀਂ ਸਪੀਕਰ ਸਾਹਿਬ ਨੂੰ ਸਵਾਲ ਕੀਤਾ ਸੀਗਾ। ਸਰ ਇਹਦੇ ਚ ਇੱਕ ਮਿੰਟ ਜੀ ਬੜੇ ਭਾਈ ਐ ਨਾ ਕਰਿਆ ਕਰ, ਬੋਲ ਤਾਂ ਲੈਣ ਦੇ ਯਾਰ, ਐ ਕਰਦਾ ਸੁਣ ਤਾਂ। ਸਰ ਦੂਜੀ ਗੱਲ ਇਹ ਹੈ, ਇਹਦੇ ਚ ਅਸੀਂ ਕੋਈ ਗੱਲ ਨਹੀਂ ਭੁੱਲੇ ਹੈਗੇ, ਪਰ ਸਵਾਲ ਇਹ ਹੈ ਇਹ ਚ ਖਹਿਰਾ ਸਾਹਿਬ ਦਾ, ਅਸੀਂ ਜਦੋਂ ਉੱਧਰ ਸੀਗੇ ਉਦੋਂ ਵੀ ਆਹ ਗੱਲਾਂ ਸੀਗੀਆਂ, ਜਦੋਂ ਕਾਂਗਰਸ ਵਾਲੇ ਇੱਧਰ ਸੀਗੇ ਉਦੋਂ ਇਹਨਾਂ ਦੀਆਂ ਗੱਲਾਂ ਇਹ ਸੀਗੀਆਂ। ਸਰ ਖਹਿਰਾ ਸਾਹਿਬ ਦਾ ਦਰਦ ਅਸਲ 'ਚ ਇਹ ਹੈ ਕਿ ਇਹ ਵਿਚਾਰੇ ਉੱਧਰ ਦੇ ਉੱਧਰ ਹੀ ਰਹਿ ਗਏ। ਆਪਾਂ ਇਹ ਬੜੀ ਸੀਰੀਅਸ ਡਿਸਕਸ਼ਨ ਹੈ ਅਮਨ ਜੀ। ਸਰ ਤੁਸੀਂ ਮੈਂ ਕਨਕਲੂਡ ਕਰਨ ਲੱਗਿਆ, ਤੁਸੀਂ ਚੱਲਣ ਦਿਓ, ਮੈਂ ਚੱਲਣ ਦਿਓ ਡਿਸਕਸ਼ਨ। ਤੁਹਾਡਾ ਨਾਮ ਤਾਂ ਮੈਂ ਵੀ ਲੈਣਾ। ਸਰ ਮੈਂ ਕਨਕਲੂਡ ਕਰਨ ਲੱਗਿਆ ਜੀ। ਆਪਾਂ ਡਿਸਕਸ਼ਨ ਚੱਲਣ ਦਿਓ ਜੀ। ਸਰ ਮੈਂ ਤੁਹਾਡੀ ਗੱਲ ਦਾ ਜਵਾਬ ਦਿੱਤਾ। ਮੈਂ ਭਾਜੀ ਕਨਕਲੂਡ ਕਰਨ ਲੱਗਿਆ ਜੀ। ਮੈਂ ਚਲੋ ਚੱਲਣ ਦਿਓ ਜੀ ਗੱਲ। ਮੈਂ ਖਹਿਰਾ ਸਾਹਿਬ ਗੱਲ ਚੱਲਣ ਦਿਓ, ਤੁਹਾਨੂੰ ਟਾਈਮ ਮਿਲੂਗਾ, ਯੂ ਵਿਲ ਗੈਟ ਐਂਪਲ ਟਾਈਮ। ਸਰ no point of order, you will get it, sir you will get your time, ਸਰ ਚੇਟਾ ਤਾਂ ਮੈਂ ਕੀਤੇ ਨੇ ਸਰ। ਇਹਨਾਂ ਅਮਨ ਜੀ ਇਹਨਾਂ ਨੂੰ ਬੋਲਣ ਸਰ ਦਿਓ। ਮੈਂ ਖਹਿਰਾ ਸਾਹਿਬ ਚਲੋ, ਖਹਿਰਾ ਸਾਹਿਬ ਕਿਹਾ ਹੈ, ਸੁਖਪਾਲ ਸਿੰਘ ਖਹਿਰਾ, ਸਰ ਮੈਂ ਬੜਾ ਭਾਈ ਕਿਹਾ ਹੈ, ਸੁਖਪਾਲ ਸਿੰਘ ਖਹਿਰਾ। ਦੇਖੋ ਗੱਲ ਇਹ ਆ, ਨਾਮ ਲਿਆ ਇਹਨਾਂ ਨੇ, ਨਾਮ ਲਿਆ ਵਾ। ਯੈਸ ਹਾਂ ਬੋਲੋ। ਦੇਖੋ ਸਪੀਕਰ ਸਾਹਿਬ ਮੈਂ ਅਮਨ ਛੋਟੇ ਵੀਰ ਇੱਧਰ ਗੱਲ ਸੁਣ। ਮੈਂ ਪਿਛਲੇ 25-30 ਸਾਲ ਦਾ ਪੰਜਾਬ ਲਈ ਨਿਰੰਤਰ ਲੜ ਰਿਹਾ ਸਪੀਕਰ ਸਾਹਿਬ। ਮਜ਼ਾਕ ਕਰਨਾ ਗੱਲ ਇੱਕ ਹੋਰ ਹੁੰਦੀ ਆ। ਯੁਆਪਾ ਵਰਗੇ ਕਾਲੇ ਕਾਨੂੰਨ ਤੁਸੀਂ ਵੀ ਇੱਥੇ ਹੀ ਸੀਗੇ, ਇੱਥੇ ਪਿਛਲੀ ਸਰਕਾਰ ਨੇ ਔਰ ਉਸ ਤੋਂ ਪਿਛਲੀ ਸਰਕਾਰ ਨੇ ਇਨਡਿਸਕ੍ਰਿਮੀਨੇਟਲੀ ਯੂਜ਼ ਕੀਤੇ ਆ। ਬਹੁਤ ਨੌਜਵਾਨਾਂ ਨੂੰ ਯੁਆਪਾ ਦੇ ਤਹਿਤ ਜਿਹੜੇ ਆਪਣਾ ਵਕੀਲ ਵੀ ਖੜਾ ਨਹੀਂ ਕਰ ਸਕਦੇ ਸੀ ਸਪੀਕਰ ਸਾਹਿਬ, ਅਸੀਂ ਉਹਨਾਂ ਦੀ ਲੜਾਈ ਲੜੀ। ਮੈਂ ਪੰਜਾਬ ਦੇ ਜਿਹੜਾ ਖੇਤੀ ਅੰਦੋਲਨ ਹੋਇਆ ਦਿੱਲੀ ਵਿੱਚ, ਨਵਰੀਤ ਡਿਬਡਿਬਾ ਮਾਰਿਆ ਗਿਆ ਸੀ ਰੁਦਰਪੁਰ ਦਾ, ਮੇਰਾ ਕੋਈ ਲੈਣਾ ਦੇਣਾ ਸੀ ਉੱਥੇ, ਮੈਂ ਇਲੈਕਸ਼ਨ ਨਹੀਂ ਲੜਨੀ ਜਾ ਕੇ। ਠੀਕ ਹੈ, ਇੱਕ ਮਿੰਟ ਦੇਖੋ ਗੱਲ ਹੈ ਕਿਸੇ ਦੀ ਗੱਲ ਕਹਿਣ ਤੋਂ ਪਹਿਲਾਂ ਅੰਦਰ ਝਾਤ ਮਾਰੋ। ਓਏ ਇਹਨਾਂ ਦੇ ਇਹ ਕਾਂਗਰਸ ਰਹੇ ਨੇ। ਬੋਲੋ ਇੱਕ ਮਿੰਟ ਬੋਲਣ ਦੋ ਅਮਨ ਅਰੋੜਾ ਜੀ ਪਲੀਜ਼ ਬੈਠੋ, ਬੋਲਣ ਦੋ ਬੈਠੋ। ਯੈਸ ਠੀਕ ਹੈ, ਮੈਨੂੰ ਮਾਣ ਹੈ ਤੁਹਾਡੇ ਤੇ, ਮੈਨੂੰ ਤੁਹਾਡੇ ਤੇ ਮਾਣ ਹੈ। ਲੈਂਗੁਏਜ ਪਾਰਲੀਮੈਂਟਰੀ ਲੈਂਗੁਏਜ ਵਰਤੀ ਜਾਵੇ, ਥੁੱਕਦਾ ਵਰਡ ਰਿਕਾਰਡ ਸ਼ਾਮਲ ਨਾ ਕੀਤਾ ਜਾਵੇ। ਮਾਨਯੋਗ ਮੈਂਬਰ ਸਾਹਿਬਾਨ ਨੂੰ ਹਾਊਸ ਦੀ ਮਰਿਆਦਾ ਬਣਾ ਕੇ ਰੱਖਣ ਦੀ ਬੇਨਤੀ ਕਰਦਾ ਹੈ। ਇਹ ਪੰਜਾਬ ਦੇ ਲੋਕਾਂ ਨੇ ਆਪਾਂ ਨੂੰ ਬਹੁਤ ਵੱਡੀ ਜਗ੍ਹਾ ਤੇ ਆਪਦੀਆਂ ਪ੍ਰੋਬਲਮ ਡਿਸਕਸ ਕਰਨਾ ਸੀ ਭੇਜਿਆ। ਲੈਵਲ ਤੋਂ ਥੱਲੇ ਦੇ ਸ਼ਬਦ ਆਪਾਂ ਕਿਰਪਾ ਕਰਕੇ ਨਾ ਵਰਤੀਏ। ਅਮਨ ਅਰੋੜਾ ਜੀ। ਸਰ ਇਸ ਤਰ੍ਹਾਂ ਹੈ ਕਿ ਵੈਸੇ ਮੈਂ ਇਹਨਾਂ ਗੱਲਾਂ ਦੇ ਵਿੱਚ ਪੈਂਦਾ ਨਹੀਂ ਹੈਗਾ। ਤੁਸੀਂ ਡਿਸਕਸ਼ਨ ਤੇ ਆਓ। ਮੈਂ ਸਰ ਜਵਾਬ ਦੇ ਲਾਂਗੇ, ਛੱਡ ਦਈਏ? ਨਹੀਂ ਡਿਸਕਸ਼ਨ ਛੱਡ ਦਈਏ? ਛੱਡਤਾ ਜੀ, ਛੱਡਤਾ। ਕੋਈ ਕਿਸੇ ਦਿਨ ਤੁਹਾਡੇ ਕੰਨ 'ਚ ਜਵਾਬ ਦੇ ਜੂੰਗਾ, ਕੋਈ ਗੱਲ ਨਹੀਂ, ਪਰ ਜਵਾਬ ਜ਼ਰੂਰ ਦਊਂਗਾ। ਸਰ ਗੱਲ ਇਹ ਨਹੀਂ ਹੈ, ਮੈਂ ਇਸ ਕਰਕੇ ਮੈਂ ਕਹਿੰਦਾ ਜੀ, ਮੈਂ ਆਮਣੇ ਸਾਹਮਣੇ ਲਿਖਤੀ ਤਾਂ ਕੀ ਆ, ਤਾਂ ਕਾਗਜ਼ ਬਣ ਕੇ ਛੱਡ ਦੇਣੇ, ਮੈਂ ਕੰਨ 'ਚ ਦੱਸ ਕੇ ਜਾਊਂਗਾ। ਅਮਨ ਅਰੋੜਾ ਸਰ ਸਵਾਲ ਇਹ ਹੈ, ਨੂੰ ਐਡਰੈਸ ਕਰੋ। ਸਰ ਇਸ ਤਰ੍ਹਾਂ ਹੈ ਕਿ ਆਪਾਂ ਗੱਲ ਕਰ ਰਹੇ ਸੀ ਲਾਅ ਐਂਡ ਆਰਡਰ ਦੀ, ਮੈਂ ਉਹਦੇ ਜੈਨੇਸਿਸ ਦੇ ਵਿੱਚ, ਉਹਦੇ ਗਰਭ ਦੇ ਵਿੱਚ ਕਿੱਥੋਂ ਪ੍ਰੋਬਲਮ ਹੈ ਉਹ ਡਿਸਕਸ ਕਰ ਰਿਹਾ ਜੀ। ਜੇ ਮੈਂ ਗਲਤ ਹਾਂ, ਜੇ ਮੈਂ ਫੈਕਚੁਅਲੀ ਰੋਂਗ ਆ, ਤਾਂ ਤੁਸੀਂ ਵੀ ਮੈਨੂੰ ਟੋਕੋ ਤੇ ਮੈਂ ਸਾਰੇ ਮੇਰੇ ਮਾਨਯੋਗ ਸਾਥੀਆਂ ਨੂੰ ਬੇਨਤੀ ਕਰੂੰਗਾ ਆਪੋਜੀਸ਼ਨ ਨਾਲ ਕਿ ਤੁਸੀਂ ਮੈਨੂੰ ਰੋਕੋ, ਮੈਨੂੰ ਟੋਕੋ। ਪਰ ਜੇ ਮੈਂ ਫੈਕਚੁਅਲੀ ਗਲਤ ਨਹੀਂ ਹੈ ਤਾਂ ਪਲੀਜ਼ ਲੈਟ ਮੀ ਕੰਪਲੀਟ। ਹੁਣ ਸਰ ਗੱਲ ਆਉਂਦੀ ਹੈ ਕਿ ਇਹਨਾਂ ਗੈਂਗਸਟਰਸ ਦੇ ਹੌਸਲੇ ਨੇ ਬੁਲੰਦ ਕਿਵੇਂ ਹੋਏ? ਸਰ ਇਹ ਉਦੋਂ ਹੋਏ ਜਦੋਂ ਤਰਨਤਾਰਨ ਦੇ ਵਿੱਚ ਜਦੋਂ ਇੱਕ ਲੜਕੀ ਦੇ ਇੱਜ਼ਤ ਨੂੰ ਹੱਥ ਪਾਇਆ ਗਿਆ, ਉਹਦੇ ਇੱਕ ਸਿਪਾਹੀ, ਇੱਕ ਪੁਲਿਸ ਅਧਿਕਾਰੀ ਫਾਦਰ ਨੂੰ ਗੋਲੀਆਂ ਮਾਰੀਆਂ ਗਈਆਂ, ਉਹਦੀ ਛਾਤੀ ਦੇ ਉੱਪਰ ਪੈਰ ਰੱਖ ਕੇ ਨਾਅਰੇ ਵੀ ਲਾਏ ਗਏ ਤੇ ਵੀਡੀਓ ਵੀ ਬਣਾਈ ਗਈ। ਸਰ ਇਹ ਉਦੋਂ ਹੋਈਆਂ ਜਦੋਂ ਇਹਨਾਂ ਦੀਆਂ ਸਰਕਾਰਾਂ ਵੇਲੇ ਸੁੱਖਾ ਇਹਨਾਂ ਦੀ ਤੁਹਾਡੇ ਗਵਾਂਢੀ ਨੇ ਜੀ, ਸੁੱਖਾ ਕਾਲਵਾ ਪੁਲਿਸ ਕਸਟਡੀ ਦੇ ਵਿੱਚ ਮਾਰੇ ਗਏ। ਔਰ ਸਰ ਇੱਕ
ਇੱਕ ਮਿੰਟ ਰਾਜਾ ਜੀ ਸਰ ਇੱਕ ਮੈਂ ਯਾਰ ਤੁਸੀਂ ਨਾ ਤੁਸੀਂ ਇੰਟਰਪਟ ਨਾ ਕਰੋ, ਕਾਈਂਡਲੀ ਇੰਟਰਪਟ ਨਾ ਕਰੋ, ਉਹਨਾਂ ਨੂੰ ਗੱਲ ਕੰਪਲੀਟ ਕਰ ਦਿਓ। ਤੁਹਾਨੂੰ ਵੱਧ ਟਾਈਮ ਮਿਲੇਗਾ ਤੁਹਾਡੇ ਹਿੱਸੇ ਦਾ, ਕਿਰਪਾ ਕਰਕੇ ਯੂ ਵਿਲ ਗੈਟ ਯੋਰ ਟਾਈਮ। ਤੁਹਾਨੂੰ ਸਭ ਨੂੰ ਟਾਈਮ ਮਿਲੇਗਾ। ਕੋਈ ਨਹੀਂ ਬੋਲ ਲੈਂਦੇ ਯਾਰ, ਕਿੰਨਾ ਕੁ ਬੋਲੂ। ਨਹੀਂ, ਉਹ ਮੈਨੂੰ ਐਡਰੈਸ ਕਰੋ, ਸਾਰੇ ਚੇਅਰ ਨੂੰ ਐਡਰੈਸ ਕਰੋ ਜੀ, ਸਰ ਚੇਅਰ ਨੂੰ ਐਡਰੈਸ ਕਰੋ। ਸਰ ਮੈਂ ਕੰਕਲੂਡ ਕਰੂੰਗਾ ਹੁਣ। ਮੈਂ ਕੰਕਲੂਡ ਕਰ ਇੱਕ ਮਿੰਟ ਯਾਰ ਇੱਕ ਮਿੰਟ ਸਰ ਇਹ ਹੌਸਲੇ ਇਹਨਾਂ ਕ੍ਰਿਮੀਨਲਸ ਦੇ ਉਦੋਂ ਬੁਲੰਦ ਹੁੰਦੇ ਨੇ ਜਦੋਂ ਸਰ 2000 ਅੱਜ ਦੀ ਡੇਟ ਦੇ ਵਿੱਚ ਅਨਰਿਜ਼ੋਲਵਡ ਕੇਸ, ਜਿਹੜੇ ਤੁਸੀਂ ਅਨਰਿਜ਼ੋਲਵਡ ਸਬਜੈਕਟਸ ਦੀ ਗੱਲ ਕਰ ਰਹੇ ਸੀਗੇ ਸਰ, ਹਾਈਐਸਟ ਨੇ ਪੰਜਾਬ ਦੇ ਵਿੱਚ 44.7 ਇਹਨਾਂ ਦੀਆਂ ਸਰਕਾਰਾਂ ਵੇਲੇ ਦੇ। ਸਰ ਹੋਰ ਇੱਕ ਐਗਜ਼ਾਮਪਲ ਰੰਧਾਵਾ ਸਾਹਿਬ ਤੁਹਾਡੇ ਮਤਲਬ ਦੀ ਹੈ ਸਰ, ਮੇਰੇ ਵੱਡੇ ਵੀਰ ਰੰਧਾਵਾ ਸਾਹਿਬ, ਤੁਸੀਂ ਮੈਨੂੰ ਐਡਰੈਸ ਕਰੋ ਜੀ। ਹਾਂ ਤੁਹਾਨੂੰ ਨਹੀਂ ਕਰ ਰਿਹਾ ਜੀ, ਮਤਲਬ ਦੀ ਉਹਨਾਂ ਦੀ ਹੈ। ਮਤਲਬ ਸਰ ਰੌਲਾ ਪਿਆ ਕਿ ਇੰਨੇ ਉਹ ਕ੍ਰਾਈਮਸ ਹੋ ਰਹੇ ਨੇ ਸਰ, ਅਨਰਿਜ਼ੋਲਵਡ ਪਤਾ ਕੇਸਿਸ ਕਿਵੇਂ ਰਹੇ ਨੇ ਜੀ, ਅਨਟ੍ਰੇਸਡ ਕਿਵੇਂ ਰਹੇ ਨੇ ਸਰ, ਪੋਲੀਟੀਕਲ ਪੈਟਰੋਨੇਜ ਰਹੀ ਹੈ ਅੱਜ ਤੱਕ, ਅੱਜ ਤੋਂ ਬਾਅਦ ਨਹੀਂ ਹੋਣੀ ਹੈਗੀ। ਮੈਂ ਐਗਜ਼ਾਮਪਲ ਦੇ ਦੇਣਾ ਤੁਹਾਨੂੰ ਸਰ, ਰੰਧਾਵਾ ਸਾਹਿਬ ਮੇਰੇ ਵੱਡੇ ਭਰਾ ਨੇ, ਸਟੇਟਮੈਂਟ ਹੈ ਸਰ ਉਹਨਾਂ ਦੀ 21 ਅਕਤੂਬਰ 2021 ਦੀ, ਜਿਹਦੇ ਵਿੱਚ ਇਹਨਾਂ ਨੇ PAP ਪੰਜਾਬ ਆਰਮਡ ਪੁਲਿਸ ਦੇ ਫੰਕਸ਼ਨ ਦੇ ਵਿੱਚ ਕਿਹਾ ਕਿ ਮੌੜ ਬੰਬ ਬਲਾਸਟ ਦੀ ਇਨਵੈਸਟੀਗੇਸ਼ਨ ਨੂੰ, ਪ੍ਰੋਬ ਨੂੰ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਸਟਾਲ ਕੀਤਾ ਸੀਗਾ। ਇਹਨਾਂ ਦੀ ਔਨ ਰਿਕਾਰਡ ਸਟੇਟਮੈਂਟ ਹੈ ਸਰ। ਮੈਂ ਪੁੱਛਣਾ ਚਾਹੁੰਦਾ, ਜਦੋਂ ਸਿਆਸੀ ਲੋਕ ਆਹ ਕੁਛ ਕਰਨਗੇ ਸਰ, 7 ਬੰਦੇ ਬਣੇ ਸੀ ਮੌੜ ਦੇ ਵਿੱਚ, ਜਦੋਂ ਸਿਆਸੀ ਲੋਕਾਂ ਵੱਲੋਂ ਆਹ ਕੁਛ ਹੋਊਗਾ, ਚਾਹੇ ਉਹ ਇੱਧਰ ਨੇ ਚਾਹੇ ਉੱਧਰ ਨੇ, ਤੇ ਸਰ ਗੈਂਗਸਟਰ ਕਿਉਂ ਨਾ ਪੈਦਾ ਹੋਣਗੇ ਜੀ, ਕਿਉਂ ਨਾ ਪੈਦਾ ਹੋਣਗੇ ਸਰ। ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਡਿਸਕਸ਼ਨਾਂ ਰੱਖੋ ਜਿੰਨੀਆਂ ਮਰਜ਼ੀ, ਲਾਅ ਐਂਡ ਆਰਡਰ ਤੇ ਰੱਖੋ, ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ, ਕੱਲੀ ਗੱਲ ਦਾ ਜਵਾਬ ਦੇਵਾਂਗੇ। ਪਰ ਸਿਰਫ ਔਰ ਸਿਰਫ ਆ 2-3 ਮਹੀਨਿਆਂ ਦੇ ਵਿੱਚ ਤੁਸੀਂ ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ, ਆਪਣੀਆਂ ਸਾਰੀਆਂ ਜਿਹੜੀਆਂ ਤੁਹਾਡੀਆਂ ਮਾਲ ਇੰਟੈਂਸ਼ਨਸ ਤੇ ਮਾਲ ਫੰਕਸ਼ਨਸ ਨੇ, ਉਹ ਤੁਸੀਂ ਸਾਡੇ ਗਲ ਪਾ ਕੇ ਤੁਸੀਂ ਕਹੋਗੇ ਤੁਸੀਂ ਪਾਕ ਸਾਫ ਨਿਕਲ ਜਾਓਗੇ। ਐ ਨਹੀਂ ਅਸੀਂ ਨਿਕਲਣ ਦੇਣਾ ਹੈਗਾ, ਇਹ ਮੈਂ ਵਾਅਦਾ ਕਰਦਾ, ਐ ਨਹੀਂ ਅਸੀਂ ਨਿਕਲਣ ਦੇਣਾ ਹੈਗਾ। ਸੋ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਰ, ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪ੍ਰੋਡਕਟਿਵ, ਪੋਜ਼ਿਟਿਵ, ਕੰਸਟਰਕਟਿਵ ਜਿੰਨੀ ਮਰਜ਼ੀ ਗੱਲ ਕਰੋ, ਜਿੰਨੇ ਮੈਂ ਫਿਰ ਦੁਬਾਰਾ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ, ਜਿੰਨੇ ਇਸ਼ੂਜ਼ ਮੈਂ ਕਹੇ ਨੇ, ਤੁਸੀਂ ਫੈਕਚੁਅਲੀ ਯੂ ਪ੍ਰੂਵ ਅਸ ਰੋਂਗ, then we are liable। ਸਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪਿਛਲੇ 3 ਮਹੀਨਿਆਂ ਦੇ ਵਿੱਚ, ਨੋ ਡਾਊਟ ਮੈਂ ਨਹੀਂ ਕਹਿੰਦਾ ਹੈਗਾ ਕਿ ਜੀ ਅਸੀਂ 3 ਮਹੀਨਿਆਂ ਦੇ ਵਿੱਚ ਅਸੀਂ ਸਾਰਾ ਕੁਝ ਕਰਤਾ ਸਰ। 3 ਮਹੀਨਿਆਂ ਦੇ ਵਿੱਚ ਤਾਂ ਕਿਸੇ ਨੇ ਮੋਟਰ ਵਾਲਾ ਕੋਠਾ ਪਾਉਣਾ ਹੋਵੇ ਨਾ, ਉਹ ਨਹੀਂ ਪੈਂਦਾ ਹੈਗਾ। 3 ਮਹੀਨੇ ਦੇ ਤੱਕ ਨਵੀਂ ਵਿਆਹੀ ਕੁੜੀ ਨੂੰ ਨਾ ਐ ਨਹੀਂ ਪਤਾ ਲੱਗਦਾ ਹੈਗਾ ਘਰ ਦੇ ਵਿੱਚ ਭਾਂਡਾ ਟਿੰਡਾ ਕਿਹੜੇ ਪਾਸੇ ਰੱਖਣਾ ਤੇ ਕਿਹੜੇ ਪਾਸੇ ਧਰਨਾ ਹੈ। ਤੇ 3 ਮਹੀਨੇ ਦੇ ਪਰ ਇੱਕ ਮਾਣ ਹੈ ਸਰ, ਛਿੱਕ ਠੋਕ ਕੇ ਕਹਿਣਾ ਕਿ ਜੋ 3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਔਰ ਭਗਵੰਤ ਮਾਨ ਦੀ ਸਰਕਾਰ ਨੇ ਕਰਤਾ, ਉਹ 17 ਸਾਲਾਂ ਤੋਂ ਲੋਕ ਉਡੀਕ ਰਹੇ ਸੀਗੇ, 17 ਸਾਲਾਂ ਤੋਂ। ਸੋ ਇਸ ਕਰਕੇ ਤੁਹਾਡਾ ਮੈਨੂੰ ਗਵਰਨਰਸ ਐਡਰੈਸ ਤੇ ਬੋਲਣ ਦੇ ਲਈ ਸਮਾਂ ਦੇਣ ਦੇ ਉੱਪਰ ਬਹੁਤ ਬਹੁਤ ਧੰਨਵਾਦ। ਤੇ ਮੈਂ ਗਵਰਨਰਸ ਐਡਰੈਸ ਦੇ ਨੂੰ ਔਰ ਪੰਜਾਬ ਸਰਕਾਰ ਦੇ ਕੰਮਾਂ ਦੀ 1000% ਮੈਂ ਪ੍ਰੋੜਤਾ ਕਰਦਾ। ਬਹੁਤ ਬਹੁਤ ਧੰਨਵਾਦ ਜੀ। ਆਫ ਦੀ ਰਿਕਾਰਡ ਇੱਕ ਅਨਾਉਂਸਮੈਂਟ ਹੈ ਜੀ। ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਅੱਜ ਦੀ ਬੈਠਕ ਸਮਾਪਤ ਹੋਣ ਤੋਂ ਬਾਅਦ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਵਿਧਾਨ ਸਭਾ ਦੀ ਕਾਰਵਾਈ ਨਾਲ ਸੰਬੰਧਿਤ ਦਸਤਾਵੇਜ਼ ਦਿੱਤੇ ਜਾਣਗੇ, ਜਿਵੇਂ ਕਿ ਰੂਲ ਦਾ ਪ੍ਰੋਸੀਜਰ, ਹੈਂਡਬੁੱਕ ਫਾਰ ਮੈਂਬਰਸ, ਚੇਅਰ ਵੱਲੋਂ ਦਿੱਤੇ ਗਏ ਫੈਸਲੇ ਸੰਬੰਧੀ ਕਿਤਾਬਾਂ। ਇਹ ਇੱਕ ਸੂਟਕੇਸ ਦੇ ਵਿੱਚ ਦਿੱਤੇ ਜਾਣਗੇ, ਕਾਈਂਡਲੀ ਸਾਰੇ ਲੈ ਕੇ ਜਾਣਾ ਔਰ ਇਹ ਸਮਾਨ ਮੈਂਬਰਸ ਗੇਟ ਤੋਂ ਪ੍ਰਾਪਤ ਕਰਨ ਦੀ ਖੇਚਲ ਕਰਨੀ। ਮੈਨੂੰ ਆਸ ਤੇ ਉਮੀਦ ਹੈ ਕਿ ਤੁਸੀਂ ਇਸ ਵਡਮੁੱਲੇ ਸਾਹਿਤ ਦਾ ਭਰਪੂਰ ਫਾਇਦਾ ਉਠਾਓਗੇ ਅਤੇ ਲੋਕਤੰਤਰ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਓਗੇ। ਸ਼੍ਰੀ ਜੈ ਕਿਸ਼ਨ ਸਿੰਘ ਰੌੜੀ, ਬਾਜਵਾ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ? ਮੈਂ ਇੰਨਾ ਪੁੱਛਣਾ ਚਾਹੁੰਦਾ ਸੀ, ਇਹ ਕੈਮਰਾ ਦੋਨੋਂ ਪਾਸੇ ਹੀ ਚੱਲ ਰਿਹਾ ਜੀ? ਤੁਹਾਡੇ ਤੇ ਤਾਂ ਆਊਗਾ ਜੀ, ਤੁਹਾਡਾ ਨਹੀਂ ਕੁਝ ਲਾਈਵ ਦੀ ਮੈਂ ਗੱਲ ਕਰ ਰਿਹਾ, ਲਾਈਵ ਦੀ ਮੈਂ ਬਿਲਕੁਲ ਹੈ ਜੀ, ਬਿਲਕੁਲ ਥੋੜਾ ਇਨਸ਼ੋਰ ਕਰ ਲਿਓ। ਸਾਨੂੰ ਇਹ ਲੱਗਦਾ ਕਿ ਇੱਕ ਪਾਸਾ ਹੀ ਵਿਖਾਈ ਜਾਂਦਾ। ਨਹੀਂ, ਮੈਂ ਬਿਲਕੁਲ ਕਰੂੰਗਾ। ਇਹ ਵੀ ਨਾ ਕਿਤੇ ਨਵਾਂ ਚੰਨ ਵੀ ਨਾ ਚਾੜ ਦਿਓ, ਕੋਈ ਪਤਾ ਲੱਗਦਾ ਕੀ ਕੰਮ ਕਰ ਸਕਦੇ। ਤੁਸੀਂ ਤਾਂ ਮਹਾਰਾਜ ਆਪੋਜੀਸ਼ਨ
ਸਾਡੇ ਲਈ ਬਹੁਤ ਸਨਮਾਨਯੋਗ ਹੈ। ਬਿਲਕੁਲ ਹਾਂ, ਮੈਂ ਦੱਸ ਦੇਣਾ। ਚਲੋ ਜੀ ਰੋੜੀ ਧੰਨਵਾਦ ਸਪੀਕਰ ਸਾਹਿਬ, ਤੁਸੀਂ ਮੈਨੂੰ ਗਵਰਨਰ ਐਡਰੈਸ ਤੇ ਬੋਲਣ ਦਾ ਮੌਕਾ ਦਿੱਤਾ। ਔਰ ਸਭ ਤੋਂ ਪਹਿਲਾਂ ਜੋ ਸਾਡੇ ਵਿਰੋਧੀ ਧਿਰ ਦੇ ਨੇਤਾ ਜੀ ਨੇ ਗੱਲ ਕੀਤੀ ਹੈ, ਮੈਂ ਉਹ ਤੋਂ ਹੀ ਗੱਲ ਸ਼ੁਰੂ ਕਰ ਲੈਣੀ ਹੈ ਮਾਣ ਦਿੰਦੇ ਹੋ ਕਿ ਪਿਛਲੀ ਸਰਕਾਰ ਜਿਹੜੀ ਹੈ ਉਹਦੇ ਵਿੱਚ ਵਿਰੋਧੀ ਧਿਰ ਦੀ ਮੇਰ ਮੰਗ ਕੀ ਰਹੀ ਹੈ। 5 ਸਾਲ ਅਸੀਂ ਵਾਰ-ਵਾਰ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆਪਣੇ ਹਲਕੇ ਤੋਂ ਆਉਂਦੇ ਆ, ਲੋਕ ਉਹ ਦੇਖਣਾ ਚਾਹੁੰਦੇ ਆ ਕਿ ਸਾਡਾ ਚੁਣਿਆ ਹੋਇਆ ਨੁਮਾਇੰਦਾ ਉੱਥੇ ਸੁੱਤਾ ਪਿਆ ਕਿ ਬੋਲ ਰਿਹਾ। ਅਸੀਂ ਵਾਰ-ਵਾਰ ਮੰਗ ਕੀਤੀ ਕਿ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਇਹਨੂੰ ਲਾਈਵ ਚਲਾਇਆ ਜਾਵੇ। ਉਹਨਾਂ ਨੇ ਕੀ ਕਾਰਨ ਰਿਹਾ, ਕੀ ਕਿੱਥੇ ਰਹੇ ਨੇ ਉਸ ਸਮੇਂ, ਉਹ ਤੁਸੀਂ ਸਾਰੀ ਗੱਲ ਜਾਣਦੇ ਹੋ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਬੀਬਾ ਜੀ ਇੱਕ ਮਿੰਟ, ਉਸ ਸਮੇਂ ਜਦੋਂ ਹਾਈ ਕੋਰਟ ਵਿੱਚ ਗਏ ਤਾਂ ਉਦੋਂ ਰੀਤ ਪੈ ਗਈ ਕਿ ਚਲੋ ਜੀ ਹੁਣ ਚਲਾ ਦੇਾਂਗੇ। ਉਹਦੇ ਵਿੱਚ ਵੀ ਚੋਰ ਮੋਰੀ ਰੱਖ ਲਈ ਜੀ। ਆਪੋਜੀਸ਼ਨ ਦੇ ਵਿੱਚ ਅੱਜ ਤੱਕ ਕਿਸੇ ਵੀ ਨੁਮਾਇੰਦੇ ਨੂੰ ਜਦੋਂ ਬੋਲਦਾ ਸੀ ਹਲਕੇ ਦੇ ਵਿੱਚੋਂ ਆਪਣੇ ਚੋਂ ਆ ਕੇ ਇੱਥੇ ਕੋਈ, ਤਾਂ ਉਹਦੀ ਕੋਈ ਵੀ ਵੀਡੀਓ ਕਵਰੇਜ ਮੈਂ ਕਿਸੇ ਲਾਈਵ ਦੇ ਵਿੱਚ ਨਹੀਂ ਦੇਖੀ। ਵਿੱਤ ਮੰਤਰੀ ਸਾਹਿਬ ਨੇ ਬੋਲਣਾ ਜਾਂ ਮੁੱਖ ਮੰਤਰੀ ਸਾਹਿਬ ਨੇ ਬੋਲਣਾ, ਸਿਰਫ ਉਹਦੀ ਹੀ ਕਵਰੇਜ ਜਿਹੜੀ ਆ ਉਹ ਵੀ ਸਿਲੈਕਟਿਵ ਵੀਡੀਓ ਸਿਰਫ ਉਹੀ ਚਲਾਈ ਜਾਂਦੀ ਸੀ। ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਪੀਕਰ ਸਾਹਿਬ ਤੁਹਾਡਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਲਾਈਵ ਜਿਹੜੀ ਆ ਉਹ ਸ਼ੁਰੂ ਕੀਤੀ, ਜਿਹਦੇ ਨਾਲ ਇਲਾਕੇ ਦੇ ਵਿੱਚੋਂ 117 ਹਲਕੇ ਨੇ, 92 ਦੀ ਗੱਲ ਨਹੀਂ ਕਰਦਾ, 117 ਦੀ, ਹਰੇਕ ਹਲਕੇ ਦੇ ਬੰਦੇ ਨੂੰ ਇਹ ਆਪਣੇ ਮਨ ਵਿੱਚ ਚਾਹ ਹੁੰਦਾ ਹੈ ਕਿ ਜਿਹਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ, ਜਿਹਨੂੰ ਅਸੀਂ ਆਪਣੇ ਹਲਕੇ ਦੀ ਆਵਾਜ਼ ਬਣ ਕੇ ਭੇਜਿਆ, ਕਿ ਉਹ ਆਵਾਜ਼ ਉੱਥੇ ਗੂੰਜਦੀ ਵੀ ਹੈ, ਬੋਲਦੀ ਵੀ ਨਹੀਂ ਹੈ। ਤੁਸੀਂ, ਮੈਂ ਇੱਕ ਵਾਰ ਇਹ ਕਿਤੇ ਗੱਲ ਕੀਤੀ, ਮੈਨੂੰ ਬੜੇ ਦੁੱਖ ਲੱਗਿਆ ਉਸ ਸਮੇਂ। ਮੈਂ ਉੱਥੇ ਬੜਾ, ਅਸੀਂ ਤੁਹਾਡੇ ਸਾਹਮਣੇ ਸੰਘਰਸ਼ ਕੀਤਾ, ਸਾਰਾ ਕੁਝ ਕੀਤਾ, ਤਾਂ ਇੱਕ ਬੰਦੇ ਨੇ ਇਸ ਪਵਿੱਤਰ ਸਦਨ ਦੇ ਲਈ ਇਹ ਸ਼ਬਦ ਵਰਤਿਆ ਸੀ ਕਿ ਜੰਗਲ ਵਿੱਚ ਨੱਚਦੇ ਹੋਏ ਮੋਰ ਨੂੰ ਕੌਣ ਦੇਖਦਾ ਹੈ। ਇਸ ਗੱਲ ਨੂੰ ਜੰਗਲ ਕਿਹਾ ਗਿਆ ਸੀ। ਪਰ ਤੁਸੀਂ ਇਸ ਪਵਿੱਤਰ ਸਦਨ ਨੂੰ ਪੂਰੇ ਦੁਨੀਆ ਦੇ ਵਿੱਚ ਦਿਖਾ ਰਹੇ ਹੋ। ਅੱਜ ਕੱਲਾ ਕੱਲਾ ਮੈਂਬਰ ਆਪਣੀ ਗੱਲ ਰੱਖ ਰਿਹਾ, ਵਿਰੋਧੀ ਕੀ ਕਰ ਰਹੇ ਨੇ ਔਰ ਸਰਕਾਰ ਕੀ ਕਰਨਾ ਚਾਹੁੰਦੀ ਹੈ, ਇਹ ਲੋਕਾਂ ਦੇ ਸਾਹਮਣੇ ਅੱਜ ਸ਼ੀਸ਼ੇ ਵਾਂਗ ਚਮਕ ਰਿਹਾ, ਦਿਖ ਰਿਹਾ। ਇਸ ਗੱਲ ਦਾ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ। ਔਰ ਜਿਹੜੀ ਗਵਰਨਰ ਐਡਰੈਸ ਦੀ ਗੱਲ ਹੈ, 5 ਸਾਲ ਗਵਰਨਰ ਐਡਰੈਸ ਪੜ੍ਹੇ ਗਏ। ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਸਪੀਕਰ ਸਾਹਿਬ। ਮੈਂ ਜਿਹੜੇ ਗਵਰਨਰ ਐਡਰੈਸ ਸੀਗੇ ਬੜੇ ਮਨ ਲਾ ਕੇ ਪੜ੍ਹਨਾ, ਉਹਦੇ ਵਿੱਚੋਂ ਦੇਖਣਾ ਕਿ ਵਿਰੋਧ ਕਰਨ ਲਈ ਵਿਰੋਧ ਨਹੀਂ, ਕਿ ਕਿਤੇ ਕੁਝ ਵਿੱਚੋਂ ਨਿਕਲਦਾ ਵੀ ਹੈ। ਪਰ ਮੈਂ ਇੱਕ, ਮੈਨੂੰ ਹੁਣ ਮੈਂ ਕਹਿ ਦੇਣੀ ਜੀ ਗੱਲ, ਮੈਂ ਜਦੋਂ ਉਹ ਮੈਂ ਦੇਖਣੇ ਪੜ੍ਹਨੇ ਤਾਂ ਉਹਦਾ ਜਿਹੜਾ ਸਿੱਟਾ ਚੋਂ ਨਿਕਲਿਆ, ਤਾਂ ਉਹਦੇ ਵਿੱਚ ਮੈਂ ਇੱਕ ਕਵਿਤਾ ਲਿਖੀ, ਮੈਂ ਸੁਣਾਉਣ ਲੱਗਾ ਜੀ ਤੁਹਾਨੂੰ। ਜਦੋਂ ਇੱਕ ਲੀਡਰ ਕਹਿੰਦੇ ਜਾਂਦਾ ਕਿਤੇ, ਉਹਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ ਜਾਂਦੇ ਸਪੀਕਰ ਸਾਹਿਬ, ਉਹ ਉੱਥੋਂ ਹੀ ਭਾਸ਼ਣ ਸ਼ੁਰੂ ਕਰ ਲੈਂਦਾ। ਯਾਨੀ ਕਿ ਅੱਜ ਤੱਕ 5 ਸਾਲ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਰਹੀ, ਉਹਦੇ ਗਵਰਨਰ ਐਡਰੈਸ ਕੀ ਨਿਕਲਿਆ, ਉਹਦਾ ਨਿਚੋੜ ਮੈਂ ਤੁਹਾਨੂੰ 5 ਮਿੰਟਾਂ ਤੋਂ ਪਹਿਲੇ ਦੇ ਦੇਣਾ ਜੀ। ਉਹ ਲੀਡਰ ਸਾਹਿਬਾਨ ਕਹਿੰਦੇ ਆ ਗਵਰਨਰ ਐਡਰੈਸ ਨੂੰ ਜੀ, ਕਹਿੰਦੇ ਮੇਰੇ ਗਲ ਵਿੱਚ ਤੁਸੀਂ ਫੁੱਲਾਂ ਦੇ ਹਾਰ ਪਾਏ ਆ, ਔਰ ਜਿਹੜੇ ਹਾਰ ਹੈ ਇਹ ਗੁਲਾਬ ਦੇ ਫੁੱਲਾਂ ਤੋਂ ਬਣਦੇ ਆ। ਗੁਲਾਬ ਦੇ ਫੁੱਲਾਂ ਤੋਂ ਕਹਿੰਦੇ ਕਲਾਕੰਦ ਬਣਦਾ ਹੈ, ਕਲਾਕੰਦ ਕਹਿੰਦੇ ਜਿਹੜੀ ਕਬਜ਼ ਤੋੜਦਾ ਹੈ, ਔਰ ਕਬਜ਼ ਜਿਹੜੀ ਬਿਮਾਰੀਆਂ ਦੀ ਜੜ ਹੈ। ਜੜ ਕਹਿੰਦੇ ਸਭ ਤੋਂ ਵੱਡੀ ਖਰਬੂਜੇ ਦੀ ਹੈ, ਔਰ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ। ਰੰਗ ਪੱਕੇ ਕਹਿੰਦੇ ਜਰਮਨੀਆਂ ਦੇ, ਔਰ ਜਰਮਨੀਆਂ ਕਈ ਵਾਰ ਲੜਾਈਆਂ ਲੜੀਆਂ। ਬਾਰ ਕਹਿੰਦੇ ਅਸੀਂ ਦਿਨਾਂ ਨੂੰ ਕਹਿੰਦੇ ਆ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ। ਐਤਵਾਰ ਨੂੰ ਕਹਿੰਦੇ ਬੈਂਕ ਵਿੱਚ ਛੁੱਟੀ ਹੁੰਦੀ ਹੈ, ਬੈਂਕ ਛੁੱਟੀ ਹੁੰਦੀ ਹੈ। ਔਰ ਬੈਂਕ ਅਸੀਂ ਨਦੀ ਦੇ ਕਿਨਾਰਿਆਂ ਨੂੰ ਕਹਿੰਦੇ ਆ। ਨਦੀ ਕਹਿੰਦੇ ਹਿਮਾਲਿਆ ਪਹਾੜ ਦੇ ਪਿੱਛੋਂ ਨਿਕਲਦੀ ਹੈ। ਹਿਮਾਲਿਆ ਪਹਾੜ ਦੇ ਪਿੱਛੇ ਕਹਿੰਦੇ ਦੇਸ਼ ਹੈ ਇੱਕ ਚੀਨ। ਚੀਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੂੰ ਚੀਨੀ ਕਹਿੰਦੇ ਆ। ਔਰ ਚੀਨੀ ਸਾਡੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਖੰਡ ਨੂੰ ਕਹਿੰਦੇ ਆ। ਖੰਡ ਅਸੀਂ ਸਸਤੀ ਕਰਤੀ, ਸਾਡੀਆਂ ਆਹ ਵੋਟਾਂ ਪਈਆਂ, ਜੈ ਹਿੰਦ। ਅੱਜ ਤੱਕ ਇਹ ਭਾਸ਼ਣ ਰਹੇ ਹੈ ਜੀ। ਮੈਂ ਪਿੰਡਾਂ ਵਿੱਚ ਗਿਆ ਜੀ, ਇਹ ਅੱਜ ਤੱਕ ਦੀ ਕਾਰਗੁਜ਼ਾਰੀ ਰਹੀ ਹੈ ਜੀ। ਮੈਂ ਕੋਈ ਝੂਠ ਨਹੀਂ ਬੋਲ ਰਿਹਾ, ਮੈਂ ਆਪਣੇ ਕੋਲੋਂ ਬਣਾ ਕੇ ਨਹੀਂ ਬੋਲ ਰਿਹਾ ਗੱਲ ਜੀ। ਮੈਂ ਸਪੀਕਰ ਸਾਹਿਬ, ਜਦੋਂ ਮੈਂ ਪਹਿਲੇ ਦਿਨ, ਜਦੋਂ ਦੂਜੇ ਦਿਨ ਮੈਂ ਬਣਿਆ ਜੀ, ਦੂਜੀ ਵਾਰ ਮੈਂ ਬਣਿਆ, ਮੇਰੇ, ਕਿਉਂਕਿ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਮੇਰੀ ਬੇਨਤੀ ਸੁਣ ਲਿਓ ਜੀ।
ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜੀ ਸਪੀਕਰ ਸਾਹਿਬ, ਮੈਂ ਮਨ ਦੇ ਵਿੱਚ ਮੋਹ ਸੀ, ਮੋਢਿਆਂ ਉੱਤੇ ਭਾਰ ਸੀ ਕਿ 92 ਸੀਟਾਂ 3 ਰਿਕਾਰਡ ਬਣੇ ਸਪੀਕਰ ਸਾਹਿਬ ਇਸ ਵਾਰ। ਜ਼ਿੰਦਗੀ ਵਿੱਚ ਮੈਂ ਨਹੀਂ ਦੇਖਿਆ ਨਾ ਸੁਣਿਆ ਕਿਸੇ ਨੇ ਕਿ ਸਾਬਕਾ ਮੁੱਖ ਮੰਤਰੀ, ਮੌਜੂਦਾ ਮੁੱਖ ਮੰਤਰੀ ਔਰ ਜਿਹੜੇ ਬਣਨਾ ਚਾਹੁੰਦੇ ਮੁੱਖ ਮੰਤਰੀ ਉਹ ਹਾਰ ਜਾਣ। ਮੈਂ ਨਹੀਂ ਦੇਖਿਆ ਜੀ। ਔਰ ਸਪੀਕਰ ਸਾਹਿਬ 92 ਸੀਟਾਂ ਮੈਂ ਨਹੀਂ ਸੁਣਿਆ ਜੀ ਕਦੇ। ਰਲ ਮਿਲ ਕੇ ਆਈਆਂ ਹੁਣ ਵੱਖਰੀ ਗੱਲ ਹੈ। ਔਰ ਉਸ ਤੋਂ ਤੀਜੀ ਗੱਲ ਜੀ, ਏਡੀ ਵੱਡਾ ਮਾਰਜਨ, ਏਡੀ ਵੱਡੀ ਲੀਡ। ਮੈਂ ਸੁਣਾਉਣ ਲੱਗਾ ਉੱਤੇ ਆਉਣ ਲੱਗਾ ਜੀ। ਰਾਜਾ ਜੀ ਮੈਂ ਤੁਹਾਨੂੰ ਸੁਣਿਆ ਹੋਇਆ, ਮੈਂ ਤੁਹਾਡੀ ਕਾਪੀ ਕਰ ਲੈਂਦਾ ਕਈ ਵਾਰ ਵੀਰ, ਮੈਂ ਪਰ ਸਕੂਟਰੀ ਵਾਲੀ ਗੱਲ ਨਹੀਂ ਸੁਣਾਣੀ, ਮੈਨੂੰ ਗੱਲ ਕਰ ਲੈਣ ਦਿਓ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਐਡਾ ਵੱਡਾ ਮਾਰਜਨ ਮੇਰੇ ਮਨ ਵਿੱਚ ਬੋਝ ਸੀ ਵੀ ਜਿਹੜੇ ਲੋਕਾਂ ਨਾਲ ਅਸੀਂ ਵਾਅਦੇ ਕੀਤੇ ਕਿ ਪੂਰੇ ਵੀ ਕਰਾਂਗੇ ਕੀ ਹੋ ਜਾਣਗੇ। ਮੇਰਾ ਇੱਕ ਦੋਸਤ ਹੈ ਜੀ, ਕਚਹਿਰੀਆਂ ਦੇ ਵਿੱਚ ਕੰਮ ਕਰਦਾ ਹੈ। ਸ਼ਾਮ ਨੂੰ ਮੇਰੇ ਘਰ ਵਧਾਈ ਦੇਣ ਆਇਆ, ਮੈਨੂੰ ਕਹਿੰਦਾ ਵੋਟ ਦਾ ਮਜ਼ਾ ਆ ਗਿਆ। ਮੈਂ ਕੀ ਗੱਲ ਹੋਈ? ਕਹਿੰਦਾ ਤਹਿਸੀਲਦਾਰ ਨੇ ਮੀਟਿੰਗ ਕੀਤੀ ਹੈ ਕਿ ਮੈਂ ਕੋਈ ਫੀਸ ਨਹੀਂ ਲੈਣੀ ਕਚਹਿਰੀਆਂ ਵਿੱਚ, ਤੁਹਾਡੇ ਵਿੱਚੋਂ ਕੋਈ ਵੀ ਲਊ ਤਾਂ ਖੁਦ ਜ਼ਿੰਮੇਵਾਰ ਹੈ। ਉਸ ਦਿਨ ਮੇਰੇ ਮਨ ਨੂੰ ਤਸੱਲੀ ਹੋ ਗਈ ਕਿ ਸਾਡੀ ਸਰਕਾਰ ਜਿਹੜੀ ਆਈ ਹੈ ਇਹ ਲੋਕਾਂ ਦਾ ਕੁਝ ਕਰਾਂਗੇ। ਔਰ ਜਿਹੜਾ ਇਹ ਹਰਾ ਪੈਨ ਪੰਜਾਬ ਦੇ ਪੁੱਤ ਭਗਵੰਤ ਮਾਨ ਨੂੰ ਦਿੱਤਾ ਲੋਕਾਂ ਨੇ 92 ਨਾਲ ਸਾਥੀਆਂ ਦੇ ਕੇ, ਸਭ ਤੋਂ ਪਹਿਲਾ ਫੈਸਲਾ ਅੱਜ ਤੱਕ ਮਾਨ ਸਾਹਿਬ ਦੀ ਡਿਊਟੀ ਕਿਹੜੀ ਰਹੀ ਹੈ ਜੀ? ਤੁਸੀਂ ਤਾਂ ਦੇਖਿਆ ਕਿ ਸਾਡੇ ਬੱਚੇ ਏਜੰਟਾਂ ਦੇ ਡਿੱਕੇ ਆ ਕੇ ਬਾਹਰਲੇ ਦੇਸ਼ਾਂ ਵਿੱਚ ਫਸਦੇ ਰਹੇ, ਉਹ ਉਹਨਾਂ ਨੂੰ ਸੱਦਦੇ ਰਹੇ, ਉਹਨਾਂ ਨੂੰ ਕਹਿੰਦੇ ਰਹੇ ਕੋਈ ਗੱਲ ਨਹੀਂ, ਇੱਕ ਦਿਨ ਮੌਕਾ ਆਊਗਾ ਤੁਹਾਨੂੰ ਅਸੀਂ ਨੌਕਰੀਆਂ ਦੇਵਾਂਗੇ। ਔਰ ਪਹਿਲੇ ਦਿਨ 25,000 ਤੋਂ ਵੱਧ ਨੌਕਰੀਆਂ ਸਰ, 25,000 ਤੋਂ ਵੱਧ। ਇਹ ਪਹਿਲੀ ਵਾਰ ਹੋਇਆ। ਨੇ ਅੱਜ ਤੱਕ ਕੀ ਹੁੰਦਾ ਸੀ ਕਿ ਅਖੀਰਲੇ ਸਮੇਂ ਜਦੋਂ ਕਿਤੇ ਵੋਟਾਂ ਦੇ ਨੇੜੇ ਤੇੜੇ, ਚੋਣ ਜ਼ਾਬਤੇ ਦੇ ਨੇੜੇ ਤੇੜੇ ਜਾ ਕੇ ਜੀ, ਉਸ ਤੋਂ ਬਾਅਦ ਕੀ ਗੱਲ ਜੀ, ਸਾਰਿਆਂ ਨੇ ਰੌਲਾ ਪਾ ਲਿਆ ਜੀ, ਇਹ ਝੂਠ ਬੋਲਦੇ ਜੀ, ਬਿਜਲੀ ਦਾ ਬਿੱਲ ਏਦਾਂ ਹੋ ਜਾਊਗਾ ਜੀ। ਅਸੀਂ ਜੋ ਕਿਹਾ ਉਹ ਕਰਕੇ ਦਿਖਾਉਣ ਲੱਗੇ ਆ ਜੀ। ਅੱਜ 24 ਤਰੀਕ ਹੈ ਜੀ, 6 ਦਿਨ ਰਹਿ ਗਏ ਨੇ। ਪੰਜਾਬ ਦੇ ਲੋਕਾਂ ਨੂੰ 600 ਯੂਨਿਟ 2 ਮਹੀਨਿਆਂ ਦੀ ਆਮ ਆਦਮੀ ਪਾਰਟੀ ਦੇਣ ਲੱਗੀ। ਮੈਂ ਇਸ ਗੱਲ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਜੀ। ਅਸੀਂ ਸਾਰੇ ਗੱਲ ਕਰਦੇ ਹਾਂ ਜੀ, ਚਿੰਤਾ ਬੜੀ ਕਰਦੇ ਹਾਂ ਕਿ ਪੰਜਾਬ ਦੇ ਪਾਣੀ ਡੂੰਘੇ ਹੁੰਦੇ ਜਾ ਰਹੇ ਜੀ, ਪੰਜਾਬ ਨੂੰ ਕਣਕ ਤੇ ਝੋਨੇ ਦੇ ਵਿੱਚੋਂ ਬਾਹਰ ਕੱਢਣਾ ਜੀ। ਪਰ ਅੱਜ ਤੱਕ ਉਪਰਾਲਾ ਕਿਹੜਾ ਰਿਹਾ ਜੀ? ਮੈਂ ਤਾਂ ਦੇਖਿਆ ਨਹੀਂ ਜੀ। ਪਹਿਲੀ ਵਾਰ ਦੇਖਿਆ ਸਰ ਮੈਂ ਕਿ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਫੈਸਲਾ ਲਿਆ ਕਿ 1500 ਰੁਪਈਆ ਪਰ ਏਕੜ ਉਹਨਾਂ ਨੂੰ ਦੇਣਾ ਜਿਨ੍ਹਾਂ ਨੇ ਸਿੱਧੀ ਬਿਜਾਈ ਕਰਨੀ ਹੈ। ਔਰ ਮੈਂ ਆਪਣੇ ਹਲਕੇ ਵੀ ਦੇਖਿਆ ਜੀ, ਡਾਰਕ ਜ਼ੋਨ ਹੈ ਜੀ, ਪਾਣੀ ਨਹੀਂ ਮਿਲਦਾ ਕਿਤੇ, ਨਾ ਪੀਣ ਨੂੰ ਨਾ ਲੋਕਾਂ ਦੀ ਸਿੰਚਾਈ ਨੂੰ। ਲੋਕਾਂ ਨੇ ਦੁਆਬੇ ਦੇ ਵਿੱਚ ਖਾਸ ਕਰਕੇ ਸਾਡਾ ਧੱਕਾ ਹੋਇਆ ਜੀ, ਮਾਲਵੇ ਵੱਲ ਨੂੰ ਪਾਣੀ ਸਾਰਾ ਚਲੇ ਗਿਆ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਅੱਜ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਸਿੱਧੀ ਬਿਜਾਈ ਮੇਰੇ ਹਲਕੇ ਵਿੱਚ ਜਿੰਨਾ ਟਾਰਗੇਟ ਦਿੱਤਾ ਸੀ ਨੇੜੇ ਤੇੜੇ ਕਿਸਾਨਾਂ ਨੇ ਕਰਕੇ ਦਿੱਤੀ ਹੈ। ਮੈਂ ਆਪਣੇ ਹਲਕੇ ਦੇ ਕਿਸਾਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਔਰ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੀ। ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਦੇ ਜੀ, ਮੂੰਗੀ ਦੀ ਗੱਲ ਕਰ ਲੈਂਦੇ ਆ। ਅੱਜ ਤੱਕ ਦਾਲਾਂ ਬਾਹਰੋਂ ਮੰਗਾਉਂਦੇ ਰਹੇ ਆ, MSP ਦੇਤੀ ਹੈ ਜੀ। ਮੈਂ ਇਸ ਗੱਲ ਤੇ ਵੀ ਭਗਵੰਤ ਮਾਨ ਜੀ ਦਾ ਜਿਹੜਾ ਧੰਨਵਾਦ ਕਰਨਾ ਚਾਹੁੰਦਾ, ਸਰਕਾਰ ਦਾ ਕਰਨਾ ਚਾਹੁੰਦਾ। ਔਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਮੈਂ ਕੋਈ ਦੇ ਦਾਂਗੇ ਤੁਸੀਂ ਨੋਟ ਕਰ ਲਓ ਅਯਾਲੀ ਸਾਹਿਬ, ਮੈਂ ਬੇਨਤੀ ਕਰਦਾ ਜੀ। ਇਹਨਾਂ ਨੇ ਪਤਾ ਕੀ ਕੀਤਾ ਜੀ, ਮੈਂ ਬੇਨਤੀ ਕਰਦਾ ਜੀ, ਅਯਾਲੀ ਸਾਹਿਬ ਬਹੁਤ ਵੱਡੇ ਕਿਸਾਨ ਨੇ ਔਰ ਵਧੀਆ ਨੇ। ਇੱਕ ਨਾ ਜੀ ਬੱਚੇ ਦਾ, ਮੇਰੀ ਬੇਨਤੀ ਸੁਣੇ ਸਪੀਕਰ ਸਾਹਿਬ, ਰਾਤ ਨੂੰ ਨਾ ਜੀ ਬੱਚੇ ਦਾ ਜਨਮ ਹੋਇਆ, ਉਹਦਾ ਨਾਮ ਰੱਖ ਲਿਆ ਲੱਭੂ। ਸਵੇਰ ਨੂੰ ਆਂਢੀ ਗੁਆਂਢੀ ਉੱਠ ਕੇ ਕਹਿੰਦੇ ਲੱਭੂ ਕਿੱਡਾ ਹੋ ਗਿਆ। ਹਜੇ ਤਾਂ ਮਹੀਨੇ ਸਾਨੂੰ 2.5 ਹੋਏ ਜੀ, ਕਹਿੰਦੇ ਮਿਲਦੀ ਨਹੀਂ, ਦਵਾਂਗੇ ਕੋਈ ਗੱਲ ਨਹੀਂ ਜੀ, ਸਭ ਕੁਝ ਲੱਭੂਗਾ। ਲੱਭੂ ਨਾਮ ਹੈ ਤਾਂ ਲੱਭੂਗਾ ਸਭ ਕੁਝ, ਫਿਕਰ ਨਾ ਕਰੋ ਜੀ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਜੀ, ਮੈਂ ਨਾ ਜੀ ਹੁਣ ਆ ਜਿਹੜੇ ਇਲੈਕਸ਼ਨ ਹੋਇਆ ਜੀ ਸੰਗਰੂਰ ਦੇ ਵਿੱਚ, ਮੈਂ ਦਿੜਵੇ ਹਲਕੇ ਦੇ ਰੋਗਲੇ ਪਿੰਡ ਵਿੱਚ ਗਿਆ। ਮੈਂ ਆਪਣੇ ਕੋਲੋਂ ਗੱਲ ਬਣਾ ਕੇ ਨਹੀਂ ਕਹਿੰਦਾ, ਮੈਂ ਬੜਾ ਭਾਸ਼ਣ ਭੂਸ਼ਣ ਜਿਹਾ ਦਿੱਤਾ ਪਾਰਟੀ ਦੇ ਆਪਣੇ। ਬਾਪੂ ਕਹਿੰਦਾ ਪੁੱਤ ਛੱਡ ਦੇ ਗੱਲਾਂ, ਛੱਡ ਦੇ। ਮੈਂ ਕੀ ਹੋਇਆ? ਕਹਿੰਦਾ ਇੱਕੋ ਹੀ ਲੱਖ ਵਰਗਾ। ਮੈਂ ਕੀ ਹੋਇਆ? ਕਹਿੰਦਾ 9 ਪੈਨਸ਼ਨਾਂ ਬੰਦ ਕਰਤੀਆਂ। ਬਜ਼ੁਰਗਾਂ ਨੂੰ ਜਿਹੜਾ ਬੜਾ ਸਤਿਕਾਰ, ਜਾਣੀ ਕਿ ਜਿਹੜਾ ਕਹਿੰਦੇ ਸਾਡੀਆਂ ਪੈਨਸ਼ਨਾਂ ਨਹੀਂ ਮਿਲੀਆਂ, ਅੱਜ ਤੱਕ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੀ ਗੱਲ ਚੱਲੀ ਹੈ ਜੀ। ਅੱਜ ਤੱਕ ਜਿਹੜੀਆਂ 9 ਪੈਨਸ਼ਨਾਂ ਬੰਦ ਕੀਤੀਆਂ, ਉਹਦੇ ਨਾਲ ਸਰ 101 ਕਰੋੜ ਰੁਪਈਆ ਜਿਹੜੀ ਗੁਲਾਬੀ ਸੁੰਡੀ ਦਾ ਮੁਆਵਜ਼ਾ, ਉਹਦੀ ਗੱਲ ਕੀਤੀ ਹੈ ਜੀ। ਮੈਂ ਜਿਹੜੀ ਬੇਨਤੀ ਕਰਨੀ, ਰਾਜਾ ਭਾਜੀ ਇੱਕ ਮਿੰਟ, ਮੈਂ ਤੁਹਾਡੇ, ਤੁਸੀਂ ਬੋਲਣੀ ਪਾਰਟੀ ਨੂੰ ਕਰ ਲੈਣ ਦਿਓ, ਗੱਲ ਕਰ ਲੈਣ ਦਿਓ। ਮੈਂ ਰਾਜਾ ਜੀ ਤੁਹਾਡੀ ਗੱਲ ਦੱਸ ਦਿੰਦਾ। ਜੇ ਗਵਰਨਮੈਂਟ ਬਹੁਤ ਇਮਾਨਦਾਰੀ ਨਾਲ ਵੀ ਚੰਗੇ ਕੰਮ ਕਰਨਾ ਚਾਹੂਗੀ, ਉਹ ਕਰਜ਼ਾ ਹੱਥ ਬੰਨਦਾ ਇਹਨਾਂ ਦਾ। ਇਸ ਕਰਕੇ ਅੱਜ ਲੋੜ, ਜਿਹੜੀ ਜ਼ਿਆਦਾ ਲੋੜ ਇਸ ਵਕਤ ਹੈਗੀ ਕਿ ਆਪਾਂ ਸਾਰੇ ਯੂਨਾਈਟ ਹੋ ਕੇ, ਮੈਨੂੰ ਪਤਾ ਕਈ ਵਾਰ ਕੁਝ ਗੱਲਾਂ ਕਹੀਆਂ ਜਾਂਦੀਆਂ ਇੱਕ ਦੂਜੇ ਤੋਂ, ਕਈ ਵਾਰੀ ਹੀਟ ਆਫ ਦ ਮੂਵਮੈਂਟ ਹੋ ਜਾਂਦੀਆਂ ਨੇ, ਬਟ ਯਕੀਨ ਕਰਨਾ ਸਪੀਕਰ ਸਾਹਿਬ ਕਿ ਇੱਧਰਲੇ ਪਾਸੇ ਵੀ ਮਨਸ਼ਾ ਇਹੀ ਆ ਕਿ ਅਸੀਂ ਪੂਰਾ ਕੋਆਪਰੇਟ ਕਰਕੇ ਸਰਕਾਰ ਦੇ ਨਾਲ ਜਿਹੜੇ ਘੱਟੋ ਘੱਟ ਜਿਹੜੇ ਉਹ ਮਸਲੇ ਨੇ ਜਿਹੜੇ ਸਭ ਦੇ ਸਾਂਝੇ ਨੇ, ਉਹ ਆਪਾਂ ਉਹਨਾਂ ਨੂੰ ਅੱਛੀ ਤਰ੍ਹਾਂ ਕੋਈ ਨਾ ਕੋਈ ਉਹਦਾ ਹੱਲ ਕੱਢ ਸਕੀਏ।
ਕੁਛ ਨਾ ਕੁਛ, ਚਲੋ ਜੇ ਪੂਰਾ ਹੱਲ ਨਹੀਂ ਕੱਢ ਸਕਦੇ, ਕੁਛ ਨਾ ਕੁਛ ਉਹਨਾਂ ਦਾ ਜਿਹੜਾ ਪੰਜਾਬ ਦੇ ਉੱਤੇ ਇਸ ਵਕਤ ਜਿਹੜਾ ਬੋਝ ਹੈਗਾ ਕਮ ਸੇ ਕਮ ਉਸ ਨੂੰ ਘਟਾਇਆ ਜਾ ਸਕੇ। ਇਹਨਾਂ ਮੈਂ ਚੰਦ ਮਸਲੇ ਜਿਹੜੇ ਸਿਰਫ ਕਿਉਂਕਿ ਸਮੇਂ ਦੀ ਵੀ ਘਾਟ ਰਹਿਣੀ ਆ, ਤਾਂ ਮੈਂ ਜਿਹੜੇ ਮਸਲੇ ਜਿਹੜੇ ਬੜੇ ਈਜ਼ੀਲੀ ਕੀਤੇ ਜਾ ਸਕਦੇ, ਕਈਆਂ ਦੇ ਫਾਈਨੈਂਸ਼ੀਅਲ ਇੰਪਲੀਕੇਸ਼ਨ ਨਹੀਂ ਆਉਂਦੀ, ਉਹ ਮੈਂ ਮਸਲੇ ਤੁਹਾਡੇ ਧਿਆਨ 'ਚ ਰੱਖਣਾ ਚਾਹੁੰਦਾ ਵਾਂ। ਔਰ ਤੁਸੀਂ ਜਦੋਂ ਵਿਰੋਧੀ ਧਿਰ ਵਿੱਚ ਸੀਗੇ, ਸਪੀਕਰ ਸਾਹਿਬ ਸਮੇਤ ਤੁਹਾਡੇ ਔਰ ਸਮੇਤ ਸਾਰੇ ਮੈਂਬਰਸ ਦੇ, ਇਹ ਸਾਰੇ ਮਸਲਿਆਂ ਦੇ ਤਕਰੀਬਨ ਤੁਸੀਂ ਵੀ ਸਾਰੇ ਪਹਿਰਾ ਦਿੰਦੇ ਰਹੇ ਹੋ। ਔਰ ਮੈਂ ਜੇ ਗੱਲ ਸਭ ਤੋਂ ਪਹਿਲਾਂ ਸ਼ੁਰੂ ਕਰਾਂ ਜੀ, ਪੰਜਾਬ ਯੂਨੀਵਰਸਿਟੀ, ਜਿਸ ਤਰ੍ਹਾਂ BBMP, ਉਸ ਤੋਂ ਪਹਿਲਾਂ BSF ਦਾ ਦਾਇਰਾ, ਔਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਜਿਹੜੇ ਆਪਣੇ EMPLOYEES ਦੇ ਉੱਤੇ ਜਿਸ ਤਰ੍ਹਾਂ BJP ਨੇ ਯੂਨੀਲੈਟਰਲ ਇੱਕ ਨੋਟੀਫਿਕੇਸ਼ਨ ਇਸ਼ੂ ਕਰਕੇ ਸਾਡੇ ਜਿਹੜੇ ਅਧਿਕਾਰ ਹੈ ਚੰਡੀਗੜ੍ਹ ਤੇ ਉਹਦੇ ਤੇ ਡਾਕਾ ਮਾਰਿਆ ਸੀ, ਬਿਲਕੁਲ ਉਸ ਤਰਜ਼ ਦੇ ਉੱਤੇ ਅੱਜ ਡਾਕਾ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ ਵੱਜਣ ਜਾ ਰਿਹਾ ਵਾ। ਹਾਈ ਕੋਰਟ ਵਿੱਚ ਕੇਸ ਚੱਲਦਾ ਸੀਗਾ ਔਰ ਹਾਈ ਕੋਰਟ ਦੇ ਜੱਜ ਸਾਹਿਬ ਨੇ BJP ਨੂੰ ਇੱਕ ਰਾਹ ਦੇ ਦਿੱਤਾ ਹੋਇਆ, ਅਨਫੋਰਚੂਨੇਟਲੀ ਆਈ ਸ਼ੁਡ ਨਾਟ ਬੀ ਡਿਸਕਸਿੰਗ ਦਿਸ, ਕਿ ਤੁਸੀਂ ਕਿਉਂ ਨਹੀਂ ਜਿੱਦਾਂ ਬਾਕੀ ਚੰਡੀਗੜ੍ਹ ਦੇ ਤੁਸੀਂ EMPLOYEES ਟੇਕ ਓਵਰ ਕਰ ਲੈਣੇ, ਯੂਨੀਵਰਸਿਟੀ ਵੀ ਟੇਕ ਓਵਰ ਕਰ ਲਓ। ਇਹ ਬਿਆਨ ਆਉਂਦਿਆਂ ਹੀ, ਇਹ ਗੱਲਾਂ ਆਉਂਦਿਆਂ ਹੀ ਸਾਡੇ ਜਿਹੜੇ ਬੱਚੇ ਨੇ, ਇਹ ਹਲੇ ਪੋਲੀਟੀਕਲ ਪਾਰਟੀਆਂ ਤੋਂ ਉੱਥੇ ਪਹੁੰਚੀਆਂ ਨਹੀਂ ਬਹੁਤੀਆਂ, ਬੱਚੇ, ਇੱਕ ਤਾਂ ਸੱਥ ਯੂਨੀਵਰਸਿਟੀ ਦੀ ਜੀ ਸਟੂਡੈਂਟ ਆਰਗੇਨਾਈਜੇਸ਼ਨ ਆ, ਵਿਦਿਆਰਥੀ ਜਥੇਬੰਦੀ ਸੱਥ, ਇੱਕ ਉਹਨਾਂ ਨੇ ਬਣਾਈ ਹੈ ਲਲਕਾਰ ਜੀ, ਉਹਨਾਂ ਨੇ ਆਪਣੇ ਪ੍ਰੋਟੈਸਟ ਸ਼ੁਰੂ ਕੀਤੇ। ਉਹ ਸਾਰਿਆਂ ਕੋਲ ਤਕਰੀਬਨ ਗਏ, ਤੁਹਾਡੇ ਕੋਲ ਵੀ ਗਏ, ਤੁਸੀਂ ਉਹਨਾਂ ਦਾ ਮਤਾ ਜਿਹੜਾ ਹੈਗਾ, ਉਹਨਾਂ ਦੀ ਚਿੱਠੀ ਆ, ਉਹ ਚੀਫ ਮਿਨਿਸਟਰ ਸਾਹਿਬ ਨੂੰ ਫਾਰਵਰਡ ਕੀਤੀ। ਮੇਰੀ ਤੁਹਾਨੂੰ ਬੜੀ ਕਿਉਂਕਿ ਬੜੀ ਆਪਣੀ ਪ੍ਰੀਮੀਅਰ ਇੰਸਟੀਟਿਊਸ਼ਨ ਹੈ ਜੀ, ਇਹ 1882 ਚ ਲਾਹੌਰ ਚ ਬਣੀ ਸੀਗੀ, ਲਗਭਗ 140 ਸਾਲ ਪੁਰਾਣੀ, ਪਾਰਟੀਸ਼ਨ ਚ ਮੁੜ ਕੇ ਚੰਡੀਗੜ੍ਹ ਆ ਗਈ। ਇਹਦੇ ਚ ਬਹੁਤ ਵੱਡਾ ਹਿੱਸਾ ਆਪਾਂ ਦਿੰਨੇ ਪੈਸਾ, ਨਾ ਹਰਿਆਣਾ ਕੋ ਪੈਸੇ, ਨਾ ਉਹਨਾਂ ਨੇ ਪੈਰ ਖਿੱਚ ਲਏ ਨੇ। ਇਟ ਇਜ਼ ਨੋ ਮੋਰ ਇੰਟਰਸਟੇਟ ਯੂਨੀਵਰਸਿਟੀ, ਜਾਂ ਪੰਜਾਬ ਖਰਚਦਾ ਉਸ ਦੇ ਉੱਤੇ ਪੈਸੇ, ਜਾਂ ਗਵਰਨਮੈਂਟ ਆਫ ਇੰਡੀਆ ਗ੍ਰਾਂਟ ਦਿੰਦੀ ਹੈ ਜੀ। ਤੇ ਹੁਣ ਜੇ ਆਪਾਂ ਉਹਦੇ ਤੇ ਪੂਰਨ ਤੌਰ ਦੇ ਉੱਤੇ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਔਰ ਇੱਕ ਰੈਜ਼ੋਲੂਸ਼ਨ ਵਿਧਾਨ ਸਭਾ, ਇਕੱਲਾ ਰੈਜ਼ੋਲੂਸ਼ਨ ਨਹੀਂ, ਆਪਣਾ 1 ਅਪ੍ਰੈਲ ਦਾ ਰੈਜ਼ੋਲੂਸ਼ਨ ਚੰਡੀਗੜ੍ਹ ਦੇ EMPLOYEES ਦਾ, ਉਹ ਗਵਰਨਰ ਦੇ ਕੋਲ ਹੀ ਪਿਆ ਵਾ ਹਲੇ। ਸਪੀਕਰ ਸਾਹਿਬ ਤੁਸੀਂ ਪਲੀਜ਼ ਇਹਦੇ ਤੇ ਨਾ ਚੀਫ ਮਿਨਿਸਟਰ ਸਾਹਿਬ ਨਾ ਲੀਡਰ ਆਫ ਆਪੋਜੀਸ਼ਨ ਨੂੰ ਬਿਠਾ ਕੇ, ਇਹ ਬਹੁਤ ਇੰਪੋਰਟੈਂਟ ਆਦਮੀ, ਇਹ ਸਾਡਾ ਵਿਰਸਾ ਵਾ, ਇਹ ਸਾਡੀ ਹੋਂਦ ਹੈ। ਜੇ ਯੂਨੀਵਰਸਿਟੀ ਲੈ ਗਏ, ਔਰ ਤੁਸੀਂ ਹੁਣ ਦੇਖੋਗੇ ਯੂਨੀਵਰਸਿਟੀ ਜਾ ਕੇ ਦਾ ਨਾਨ ਟੀਚਿੰਗ ਸਟਾਫ ਸਾਰੇ ਗੈਰ ਪੰਜਾਬੀਆਂ ਦਾ, ਉੱਥੇ ਕੋਈ ਹਿਮਾਚਲ ਤੋਂ ਆ, ਕੋਈ ਹਰਿਆਣੇ ਤੋਂ ਆ, ਕੋਈ, ਕਿਉਂਕਿ ਸ਼ਰਤ ਹੀ ਕੋਈ ਨਹੀਂ ਗੀ ਇੱਥੇ ਤਾਂ। ਸਗੋਂ ਜਿਹੜਾ ਇਹਦਾ ਅਨੁਪਾਤ, ਕਿਉਂਕਿ ਪੈਸੇ ਅਸੀਂ ਦੇ ਰਹੇ ਹਾਂ, ਇਹਦੇ ਨਾਲ ਕਨਸਟੀਟਿਊਐਂਟ ਕਾਲਜ ਨੇ, ਤਕਰੀਬਨ 200 ਕਾਲਜ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਨਾਲ, ਔਰ ਜਿਹੜਾ ਵਾਈਸ ਚਾਂਸਲਰ ਹੈ ਹੀ ਇਜ਼ ਐਨ ਆਊਟਸਾਈਡਰ। ਪਹਿਲੀ ਵਾਰ ਹੋਇਆ ਬਨਾਰਸ ਯੂਨੀਵਰਸਿਟੀ ਤੋਂ ਲਿਆ ਕੇ ਪੰਜਾਬ ਦਾ ਇੱਥੇ ਚਾਂਸਲਰ ਥੋਪਤਾ, ਉਹਨੂੰ ਮੇਰੇ ਖਿਆਲ ਐਕਸਟੈਂਸ਼ਨ ਵੀ ਦੇਣ ਜਾ ਰਹੇ ਨੇ BJP ਦੇ, ਕਿਉਂਕਿ ਉਹਨਾਂ ਦਾ ਬੰਦਾ ਵਾ। ਐਂਡ ਇਟ ਇਜ਼ ਅ ਪਿਓਰ ਅਟੈਂਪਟ ਟੂ ਸੈਫਰਨਾਈਜ਼ ਦ ਯੂਨੀਵਰਸਿਟੀ, ਜਿਹਦਾ ਭਗਵਾਂਕਰਨ ਕਰਨ ਦੇ ਨਾਲ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਸਾਡੇ ਬੱਚਿਆਂ ਦੇ ਭਵਿੱਖ ਤੇ ਇਹ ਪਊਗਾ। ਮੈਨੂੰ ਉਮੀਦ ਆ ਕਿ ਇਹ ਸਿਰਫ ਐਵੇਂ ਗੱਲ 'ਚ ਨਹੀਂ ਰਹਿ ਜਾਏਗੀ ਗੱਲ, ਤੁਸੀਂ ਜਿੱਦਾਂ ਹੁਣੇ ਇਹਨਾਂ ਦੀ ਗੱਲ ਕਿਹਾ ਕਿ ਪ੍ਰਿਵਿਲੇजेस ਦੇ ਉੱਤੇ ਤੁਸੀਂ ਇਹਦਾ ਲੈ ਰਹੇ ਹੋ ਨੋਟਿਸ, ਇਹ ਬਹੁਤ ਇੰਪੋਰਟੈਂਟ ਮਸਲਾ। ਇਸੇ ਸੈਸ਼ਨ ਵਿੱਚ ਸਪੀਕਰ ਸਾਹਿਬ ਪੰਜਾਬ ਯੂਨੀਵਰਸਿਟੀ ਦੇ ਮੁਤਲਕ ਜ਼ਰੂਰ ਇੱਕ ਸਾਂਝੀ ਆਵਾਜ਼ ਉਠਾਓ, ਸਾਰੀਆਂ ਹੀ ਪਾਰਟੀਆਂ, ਜਿੱਥੇ ਤੁਸੀਂ ਕਹੋਗੇ ਜੇ ਸਾਡੀ ਜਿੱਥੇ ਜਾਣ ਦੀ ਲੋੜ ਆ, ਕੋਈ ਡੈਲੀਗੇਸ਼ਨ ਡੈਪੂਟੇਸ਼ਨ, ਅਸੀਂ ਸਾਰੇ ਤੁਹਾਡੇ ਨਾਲ ਇਸ ਗੱਲ ਹੀ ਚੱਲਾਂਗੇ। ਗੁਰਬਾਣੀ 'ਚ ਅਕਸਰ ਆਨੰਦ ਸਾਹਿਬ ਦੇ ਸ਼ਲੋਕਾਂ 'ਚ ਆਉਂਦਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਹਿਲਾਂ ਵੀ ਕੋਟ ਹੋਇਆ ਜੀ, ਮੱਤੇਵਾੜਾ ਜਪਜੀ ਸਾਹਿਬ ਖਹਿਰਾ ਸਾਹਿਬ, ਆਨੰਦ ਸਾਹਿਬ ਦੇ ਜੋ ਆਪਾਂ ਸ਼ਲੋਕ ਪੜ੍ਹਦੇ ਨਾ ਜੀ, ਉਹ ਤੋਂ ਪਹਿਲਾਂ ਇਹ ਆਨੰਦ ਸਾਹਿਬ ਦੇ ਪਾਠ ਵਿੱਚ ਸ਼ਲੋਕ ਪੜ੍ਹੇ ਜਾਂਦੇ। ਚਲੋ ਜਪਜੀ ਸਾਹਿਬ। ਸਪੀਕਰ ਸਾਹਿਬ ਮੈਂ ਮੱਤੇਵਾੜੇ ਦੇ ਜੰਗਲ ਬਾਰੇ ਗੱਲ ਕਰਨਾ ਚਾਹੁੰਦਾ ਜੀ। ਇਹ ਪਿਛਲੀ ਸਰਕਾਰ ਨੇ ਅਨਫੋਰਚੂਨੇਟਲੀ ਇੱਕ ਇੰਡਸਟਰੀਅਲ ਪਾਰਕ ਪਲਾਨ ਕੀਤਾ ਮੱਤੇਵਾੜਾ ਅਤੇ ਸੇਖੋਵਾਲ ਪਿੰਡ ਲਾਗੇ, ਇਹ ਸਤਲੁਜ ਦੇ ਕੰਢੇ ਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਨੇ ਜੀ। ਇਹਦੇ ਨਾਲ 3 ਜੰਗਲ ਲੱਗਦੇ ਨੇ ਜੀ, ਇੱਕ ਤਾਂ ਜਸਪਾਲ ਕਾਦਰ ਲੱਗਦਾ ਵਾ, ਇੱਕ ਮੱਤੇਵਾੜਾ ਫੋਰੈਸਟ ਹੈ, ਇੱਕ ਹੈਦਰ ਨਗਰ, 3। ਔਰ ਜਿਹੜਾ ਸੇਖੋਵਾਲ ਪਿੰਡ ਦੀ 400 ਕਿੱਲਾ ਜ਼ਮੀਨ ਐਕਵਾਇਰ ਕਰੇ, ਤੁਸੀਂ ਵੀ ਮੇਰੇ ਖਿਆਲ ਸ਼ਾਇਦ ਸਾਰਿਆਂ ਨੇ ਵਿਜ਼ਿਟ ਵੀ ਕੀਤਾ ਹੋਊਗਾ ਪਿਛਲੀ ਕਾਂਗਰਸ ਗਵਰਨਮੈਂਟ ਵਿੱਚ। ਇਸ ਮਸਲੇ ਦੇ ਉੱਤੇ ਧੱਕੇ ਦੇ ਨਾਲ ਸਰਕਾਰ ਇੰਡਸਟਰੀਅਲ ਪਾਰਕ, ਫਿਰ ਟੈਕਸਟਾਈਲ ਪਾਰਕ, ਜੇ ਆਪਾਂ ਫਰਜ਼ ਕਰੋ ਆਪਾਂ ਇੱਕ ਪਾਸੇ ਕਹਿੰਦੇ ਆਬੋ ਹਵਾ ਪਾਣੀ ਸਾਡਾ ਠੀਕ ਚਾਹੀਦਾ, ਇੱਕ ਪਾਸੇ ਸਾਡਾ ਜਿਹੜਾ ਜੰਗਲ ਹੈ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ, ਜੇ ਆਪਾਂ ਉੱਥੇ ਇੰਡਸਟਰੀਅਲ ਪਾਰਕ ਬਣਾ ਦਾਂਗੇ, ਫੈਕਟਰੀਆਂ ਲਾ ਦਾਂਗੇ, ਉਹ ਸਾਰਾ ਗੰਦ ਪਾਣੀ 'ਚ ਜਾਊਗਾ, ਪਾਣੀ ਚੱਕ ਕੇ ਮੁੜ ਕੇ ਜਿੱਦਾਂ ਪਹਿਲਾਂ ਬੁੱਢੇ ਨਾਲੇ ਦੇ ਨਾਲ ਲੋਕੀ ਜ਼ਹਿਰ ਪੀ ਰਹੇ ਨੇ, ਬਿਮਾਰ ਹੋ ਰਹੇ ਨੇ, ਕੈਂਸਰ ਫੈਲ ਰਿਹਾ, ਇਹ ਸਾਰਾ ਸਪੀਕਰ ਸਾਹਿਬ ਇਹ ਵੀ ਇੱਕ ਇੰਪੋਰਟੈਂਟ ਐਕਟਿਵਿਸਟ ਦਾ ਇਸ਼ੂ ਆ ਜੀ। ਜਿਹੜੇ ਲੋਕ ਇਸ ਗੱਲ ਨਾਲ ਜੁੜੇ ਹੋਏ ਨੇ, ਜਿਹੜੇ ਲੋਕ এনवायरमेंटलिस्ट ਨੇ ਵੱਡੇ ਪੱਧਰ ਤੱਕ ਵਰਲਡ ਵਾਈਡ, ਉਹਨਾਂ ਦਾ ਧਿਆਨ ਇਸ ਮੱਤੇਵਾੜੇ ਦੇ ਇਸ਼ੂ ਦੇ ਉੱਤੇ, ਔਰ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਗੱਲ ਨੂੰ ਵੀ ਤੁਸੀਂ ਜ਼ਰੂਰ ਇਸ ਸਦਨ ਦੇ ਸਪੀਕਰ ਸਾਹਿਬ ਇੱਧਰ ਧਿਆਨ ਕਰੋ, ਇਹਨਾਂ ਨੇ ਤਾਂ ਤੁਹਾਡੇ ਕੰਨ 'ਚ ਫੂਕ ਮਾਰੀ ਜਾਣੀ, ਪਹਿਲਾਂ ਵੀ ਮਾਰਦਾ ਹੁੰਦਾ ਸੀ ਉਹ ਰਾਣੇ ਦੇ ਵੀ। ਨਹੀਂ ਇੱਧਰ ਧਿਆਨ ਕਰੋ, ਤੁਸੀਂ ਆਪਣਾ ਮਾਈਂਡ ਅਪਲਾਈ ਕਰਨਾ ਵਾ, ਮੇਰਾ ਦੋਸਤ ਹੀ ਹੈ ਵੈਸੇ, ਐਸੀ ਗੱਲ ਨਹੀਂ ਜੀ, ਆਪਣਾ ਮਾਈਂਡ ਅਪਲਾਈ ਕਰਕੇ ਤੁਸੀਂ ਫੈਸਲੇ ਲੈਣੇ। ਸਪੀਕਰ ਸਾਹਿਬ ਲੀਡਰ ਆਫ ਆਪੋਜੀਸ਼ਨ ਨੇ ਬੇਅਦਬੀ ਦੀ ਗੱਲ ਕੀਤੀ, ਨੋ ਦੈਟ ਇਜ਼ ਅ ਕਾਮਨ ਸੋਸ਼ਲ
ਔਰ ਰਿਲੀਜੀਅਸ ਮੈਟਰ, ਇਹ ਕੋਈ ਕਿਸੇ ਇੱਕ ਵਿਅਕਤੀ ਇੱਕ ਧਰਮ ਜਿੰਨੇ ਗੁਰੂ ਨਾਨਕ ਨਾਮ ਲੇਵਾ ਨਾਲ ਤੁਲਕ ਰੱਖਦੇ ਨੇ ਸਪੀਕਰ ਸਾਹਿਬ, ਉਹ ਸਾਰੇ ਇਸ ਨਾਲ ਚਿੰਤਿਤ ਨੇ ਕਿਉਂਕਿ 7-8 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਹੀ ਨਹੀਂ ਕਿਤੇ ਚੱਲ ਰਿਹਾ। ਔਰ ਪਿਛਲੀਆਂ ਸਰਕਾਰਾਂ ਨੇ ਅਗਰ ਗਲਤ ਕੀਤਾ ਤਾਂ ਉਹਨਾਂ ਨੂੰ ਸਜ਼ਾ ਮਿਲ ਗਈ ਹੈ। ਆਪਾਂ ਜੇ ਇਹੀ ਕਹੀ ਜਾਈਏ ਕਿ ਤੁਸੀਂ ਗਲਤ ਕੀਤਾ, ਟੂ ਰੌਂਗਸ ਵਿਲ ਨੈਵਰ ਮੇਕ ਅ ਰਾਈਟ। ਇਸ ਕਰਕੇ ਹੁਣ ਰਿਸਪੌਂਸਿਬਿਲਿਟੀ ਤੁਹਾਡੇ ਕੋਲ ਆ ਗਈ ਹੈ। ਔਰ ਅਸੀਂ ਨਹੀਂ ਕਹਿ ਰਹੇ, ਇਸ ਗੱਲ ਨੂੰ ਬੁਰਾ ਨਾ ਮਨਾਓ, ਮੈਂ ਤੁਹਾਡੇ 'ਚ ਕੋਈ ਐਵੇਂ ਉਂਗਲ ਨਹੀਂ ਲਾ ਰਿਹਾ, ਕੋਈ ਟੀਚਰ ਨਹੀਂ ਕਰ ਰਿਹਾ। ਉਹ ਬੈਠੇ ਨੇ ਤੁਹਾਡੇ ਜਿਹੜੇ ਐਮਐਲਏ ਨੇ ਅੰਮ੍ਰਿਤਸਰ ਤੋਂ, ਹੀ ਵਾਜ਼ ਵਨ ਜਿਹਨੇ ਐਸਆਈਟੀ ਹੈਡ ਕੀਤੀ। ਸਪੀਕਰ ਸਾਹਿਬ ਆ ਤਾਂ ਕੁਝ ਵੀ ਨਹੀਂ, 2-3 ਮਿੰਟ ਵੀ ਨਹੀਂ ਮਿਲੇ। ਮੈਂ ਤਾਂ ਗੱਲ ਹੀ ਸਿਰਫ ਉਹੀ ਗੱਲ ਕਰ ਰਿਹਾ ਜੀ। ਸਪੀਕਰ ਸਾਹਿਬ, ਜਿਹੜੀ ਐਸਆਈਟੀ ਬਣੀ ਸੀ ਪਿਛਲੀ ਸਰਕਾਰ 'ਚ, ਹੀ ਵਾਜ਼ ਨਾਟ ਹੈਡਿੰਗ ਦ ਐਸਆਈਟੀ। ਜਿਹੜੇ ਬੰਦਿਆਂ ਨੇ ਐਸਆਈਟੀ ਹੈਡ ਕੇ ਬਣਾਈ ਗਈ ਸੀ, ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਅਸੀਂ ਤਾਂ ਕਰਨੀ ਨਹੀਂ ਤਹਿਕੀਕਾਤ। 3 ਅਫਸਰ ਉਸ ਐਸਆਈਟੀ ਚੋਂ ਪੱਲਾ ਛਡਾ ਕੇ ਭੱਜ ਗਏ। ਕੱਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਐਸਆਈਟੀ ਦੇ 5 ਕੇ 6 ਚਲਾਨ ਪੇਸ਼ ਕੀਤੇ। ਔਰ ਉਸ ਤੋਂ ਬਾਅਦ ਜੋ ਤੁਹਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ, ਦਿੱਲੀ ਵਾਲੇ ਪ੍ਰਧਾਨ ਸਾਹਿਬ ਨੇ ਕਿਹਾ ਕਿ 24 ਘੰਟੇ, ਚਲੋ 24 ਛੱਡੋ, ਇਟਸ ਅ ਕੋਰਟ, ਆਪਾਂ ਕਹਿ ਦਿੰਦੇ ਕਿ ਛੇਤੀ ਐਂ ਕਰ ਦਿਆਂਗੇ। 24 ਛੱਡੋ, 3 ਮਹੀਨੇ ਵੀ ਛੱਡੋ, 6 ਮਹੀਨੇ ਵੀ ਛੱਡੋ, ਹੋਰ ਜਿੰਨਾ ਸਮਾਂ ਤੁਹਾਨੂੰ ਚਾਹੀਦਾ। ਬੇਅਦਬੀਆਂ ਦਾ ਮਸਲਾ ਹੱਲ ਹੋਣਾ ਚਾਹੀਦਾ। ਬਾਈਬਲ ਕਲਾਸ 'ਚ 2 ਬੱਚੇ ਮਰੇ ਨੇ ਔਰ ਜਿਹੜੇ ਲੋਕਾਂ ਨੇ ਐਸਆਈਟੀ ਦਰਕਿਨਾਰ ਕੀਤੀ, ਜਿਨ੍ਹਾਂ ਨੇ ਜਵਾਬ ਦਿੱਤਾ ਕਿ ਅਸੀਂ ਕਰਨਾ ਹੀ ਨਹੀਂਗਾ, ਤੁਹਾਡੀ ਸਰਕਾਰ ਨੇ ਉਹਨਾਂ ਨੂੰ ਬਹੁਤ ਵੱਡੀਆਂ ਟੌਪ ਪੋਜੀਸ਼ਨਸ, ਕਮਿਸ਼ਨਰ ਇੱਕ ਸ਼ਹਿਰ ਦਾ ਔਰ ਇੱਕ ਨੂੰ ਇੰਟੈਲੀਜੈਂਸ ਦਾ ਹੈੱਡ ਬਣਾਇਆ ਵਾ। ਜਿਨ੍ਹਾਂ ਬੰਦਿਆਂ ਨੇ ਐਸਆਈਟੀ ਵਿੱਚ ਕੋਆਪਰੇਟ ਨਹੀਂ ਕੀਤਾ, ਜਿਨ੍ਹਾਂ ਨੇ ਕਿਹਾ ਬੇਅਦਬੀਆਂ ਦੇ ਮਸਲੇ 'ਚ ਅਸੀਂ ਇੰਟਰਸਟਿਡ ਹੀ ਨਹੀਂਗੇ। ਸੋ ਇਹਦੇ 'ਚ ਤੁਹਾਡੀ ਸਰਕਾਰ ਦੀ ਜਿਹੜੀ ਸੀਰੀਅਸਨੈਸ ਆ ਉਹ ਬਹੁਤ ਇੰਪੋਰਟੈਂਟ ਆ। ਇਹਦੇ ਲੋਕ ਉਡੀਕ ਰਹੇ ਨੇ। ਜਸਵਿੰਦਰ ਤੇ ਰੁਪਿੰਦਰ 2 ਪੰਜਗਰਾਈ ਕਲਾਂ ਦੇ ਭਰਾ, ਜਿਨ੍ਹਾਂ ਦੇ ਚੱਡੇ ਪਾੜਦੇ ਸੀ ਪਿਛਲੀ ਸਰਕਾਰਾਂ ਨੇ, ਔਰ ਉਸ ਵੇਲੇ ਦੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਨੇ ਫੇਕ 3rd ਡਿਗਰੀ ਟੌਰਚਰ ਕਰਕੇ ਉਹਨਾਂ ਨੂੰ ਉਹਨਾਂ ਨੂੰ ਮਨਾ ਲਿਆ ਧੱਕੇ ਨਾਲ ਕਿ ਹਾਂ ਅਸੀਂ ਬੇਅਦਬੀਆਂ ਕੀਤੀਆਂ। ਐਲਾਨ ਕਰਤਾ ਕਿ ਨਾਡਾ ਸਾਹਿਬ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ, ਤੇ ਬਾਅਦ ਦੁਨੀਆ ਭਰ 'ਚ ਲੋਕਾਂ ਨੇ ਕਿਹਾ ਇਹ ਤਾਂ ਆਪ ਅੰਮ੍ਰਿਤਧਾਰੀ ਨੇ, ਤੁਸੀਂ ਇਹਨਾਂ ਦੇ ਮਗਰੀ ਪੈ ਗਏ ਹੋ। ਸੋ ਬੇਅਦਬੀਆਂ ਅੱਜ ਵੀ ਇਹ ਮਸਲਾ ਪੋਲੀਟੀਕਲ ਨਹੀਂਗਾ। ਗਲਤ ਕੁਝ ਲੋਕ ਕਹਿੰਦੇ ਜੀ ਤੁਸੀਂ ਰਾਜਨੀਤੀ ਕਰਦੇ, ਜੇ ਵੀ ਆਪਾਂ ਬੋਲਾਂਗੇ ਨਹੀਂ ਤੇ ਕੌਣ ਬੋਲੂਗਾ? ਮੂਸੇ ਵਾਲੇ ਦੇ ਕਹਿੰਦੇ ਤੁਸੀਂ ਰਾਜਨੀਤੀ ਕਰਦੇ ਆ। ਇੱਕ ਬੰਦਾ ਮਾਰਿਆ ਗਿਆ, 25 ਗੋਲੀਆਂ ਮਾਰਤੀਆਂ, ਸਭ ਤੋਂ ਦੁਨੀਆ ਭਰ ਦਾ ਇੱਕ ਬਿਹਤਰੀਨ ਕਲਾਕਾਰ ਸਾਡਾ। ਕਿੰਨੇ ਬੱਚੇ 28-29 ਸਾਲ ਦੀ ਉਮਰ ਵਿੱਚ ਇੱਥੇ ਪਹੁੰਚ ਸਕਦੇ ਨੇ? ਇਟ ਇਜ਼ ਨਾਟ ਅਬਾਊਟ ਪੋਲਿਟਿਕਸ। ਹਾਂ, ਕਹਿਣ ਵਾਸਤੇ ਹੈਗਾ ਕਿ ਤੁਸੀਂ ਕਿਸੇ ਨੂੰ ਟੋਕਣਾ ਵਾ, ਪਰ ਇਨਸਾਫ ਦੀ ਲੜਾਈ ਵਿੱਚ ਸਪੀਕਰ ਸਾਹਿਬ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਬਹੁਤ ਅਹਿਮ ਔਰ ਉੱਪਰ ਹੈ। ਕਿਸਾਨਾਂ ਦੀ ਆਤਮ ਹੱਤਿਆ ਫਿਰ ਸਾਂਝਾ ਮਸਲਾ ਵਾ। ਆ ਜਿੰਨੇ ਇੱਥੇ ਬੈਠੇ ਸਰਦਾਰ ਬਰਿੰਦਰਮੀਤ ਸਿੰਘ ਪਾੜਾ ਹੋ ਗਏ, ਸਮਾਂ ਦੇ ਬਾਅਦ ਹੁਣ ਉਹਨਾਂ ਦਾ ਹੋ ਗਿਆ, ਦੇ ਦਿਓ ਹੋ ਗਿਆ ਜੀ, ਹੋ ਗਿਆ ਜੀ। ਪਲੀਜ਼ ਬੈਠ ਜਾਓ, ਤੁਸੀਂ ਉਹਨਾਂ ਨੂੰ ਕਰ, ਉਹਨਾਂ ਦਾ ਟਾਈਮ ਲੈ ਰਹੇ ਹੋ। ਦੇ ਦਿਓ ਮੇਰਾ 1 ਮਿੰਟ ਘੱਟ ਤੁਹਾਡਾ ਟਾਈਮ ਦੇ ਦਈਏ, ਮੇਰਾ 1 ਮਿੰਟ ਘਟਾ ਤੁਹਾਡਾ ਦਿਓ। ਟਾਈਮ ਦਿੱਤਾ, ਠੀਕ ਹੈ ਜੀ। ਹੋਰ ਕਾਹਦੇ ਲਈ ਨਹੀਂ? ਆਪਾਂ ਸਦਨ ਦਾ ਟਾਈਮ ਕਿਉਂ ਜ਼ਿਆਦਾ ਮੰਗਦੇ ਸੀ ਜੀ ਪਿਛਲੀ ਵਾਰੀ? ਦੈਨ ਕਮ ਆਊਟ ਐਂਡ ਸੇ ਕਿ ਅਸੀਂ ਗਲਤ ਸੀਗੇ। ਅਸੀਂ ਬਿਲਕੁਲ ਨਹੀਂ ਚਾਹੁੰਦੇ ਸਦਨ ਦੇ ਵਿੱਚ ਕੋਈ ਗੱਲ ਹੋਵੇ। ਤੁਸੀਂ 0 ਆਵਰ ਹੀ ਖਤਮ ਕਰਤਾ ਸਪੀਕਰ ਸਾਹਿਬ। ਮੈਂ ਤੁਹਾਡੀ ਰਿਸਪੈਕਟ ਕਰਦਾ ਬਹੁਤ, ਯੂ ਆਰ ਅ ਵੈਰੀ ਓਨੈਸਟ ਐਂਡ ਅ ਗੁੱਡ ਪਰਸਨ, ਪਰ ਤੁਸੀਂ 0 ਆਵਰ ਤਾਂ ਨਾ ਖੋਵੋ। ਇਸ ਬਹਾਨੇ ਤੇ ਕਿ ਰੌਲਾ ਪੈ ਰਿਹਾ ਵਾ। ਆਪਾਂ ਇੱਥੇ ਰੌਲਾ ਕਿੰਨਾ ਪੈਂਦਾ ਸੀਗਾ ਜੀ, ਕਿੰਨਾ ਰੌਲਾ, ਕਈ ਘੰਟੇ ਜਾਮ ਰਿਹਾ ਇੱਥੇ, ਉੱਥੇ ਵੀ ਚੜੇ ਨੇ ਉੱਤੇ ਨੂੰ ਜਾ ਕੇ ਵੀ। ਸੋ ਸਪੀਕਰ ਭੈਣ ਜੀ ਇਦਾਂ ਨਾ ਕਰੋ, ਲੈਟ ਮੀ ਸਪੀਕ। ਸਪੀਕਰ ਸਾਹਿਬ, ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜੇ ਪ੍ਰੈਸੀਡੈਂਟ ਬਣੇ ਹੋਏ ਨੇ ਨਾ, ਬੜੀ ਮੁਸ਼ਕਲ ਦੇ ਨਾਲ ਆਪੋਜੀਸ਼ਨ ਦੇ ਕੋਲ ਥੋੜੇ ਸਮੇਂ ਮਿਲਦੇ ਨੇ ਕੁਐਸਚਨ ਆਵਰ ਵਗੈਰਾ ਨੂੰ, ਤੁਸੀਂ ਪਲੀਜ਼ ਉਹਨੂੰ don't take it away from us. That's our right. ਲਾਸਟ ਗੱਲ ਕਹਿਣ ਲੱਗਾ ਜੀ, ਲਾਸਟ, ਕਿਸਾਨਾਂ ਦੀ ਆਤਮ ਹੱਤਿਆ। ਪਹਿਲਾਂ ਤਾਂ ਮੈਂ ਸਮਝਦਾ ਸੀ ਕਿ 1 ਲੱਖ ਕਰੋੜ ਇੰਸਟੀਟਿਊਸ਼ਨਲ ਐਂਡ ਆੜਤੀਆਂ ਦਾ ਕਰਜ਼ਾ ਵਾ, ਮਤਲਬ ਬੈਂਕਾਂ ਦਾ ਤੇ ਆੜਤੀਆਂ। ਹੁਣ ਪਤਾ ਲੱਗਿਆ ਲੇਟੈਸਟ ਰਿਸਰਚ ਨਾਲ ਕਿ 1 ਲੱਖ ਕਰੋੜ ਰੁਪਏ ਇਕੱਲਾ ਬੈਂਕਾਂ ਦਾ ਕਰਜ਼ਾ ਚੜ ਗਿਆ ਕਿਸਾਨਾਂ ਦਾ। ਔਰ ਕਿਹੜੇ ਪੀੜਤ ਜ਼ਿਲ੍ਹੇ ਨੇ? ਸੰਗਰੂਰ, ਮਾਨਸਾ, ਬਰਨਾਲਾ, ਬਠਿੰਡਾ, ਸਭ ਤੋਂ ਜ਼ਿਆਦਾ ਇੱਥੇ। ਮੇਰੇ ਖਿਆਲ ਇਸ ਸਰਕਾਰ ਦੇ ਵਿੱਚ ਵੀ ਕੋਈ 42 ਕੇ 43 ਕਿਸਾਨਾਂ ਆਤਮ ਹੱਤਿਆ ਕਰ ਚੁੱਕੇ ਨੇ। ਅਸੀਂ ਜਵਾਨਾਂ ਨੂੰ ਤਾਂ ਤਰਜੀਹ ਦੇਣੀ ਚਾਹੀਦੀ ਆ, ਬਾਰਡਰਾਂ ਤੇ ਰਾਖੀ ਕਰਦੇ ਨੇ, ਕਰੋੜ ਰੁਪਈਆ ਦੇਣਾ ਡੈਫੀਨੇਟਲੀ ਦੇਣਾ ਚਾਹੀਦਾ, ਪਰ ਇਹਨਾਂ ਦੇ ਪੁੱਤ ਬੈਠਦੇ ਨੇ ਉੱਥੇ ਬਾਰਡਰਾਂ ਤੇ। ਕੌਣ ਰਾਖੀ ਕਰਦਾ? ਕਿਹੜਾ ਬੀਜੇਪੀ ਦਾ ਵਪਾਰੀ ਆਦਮੀ ਦਾ ਬੱਚਾ ਬਾਰਡਰ ਤੇ ਰਾਖੀ ਕਰਦਾ? ਦੱਸੋ ਮੈਨੂੰ ਜ਼ਰਾ। ਆਪ ਪਿੰਡੂ ਲੋਕ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਇਹਨਾਂ ਨੂੰ ਤੁਸੀਂ ਜਦੋਂ ਇਹਨਾਂ ਦਾ ਕੁਝ ਹੁੰਦਾ, ਇਹਨਾਂ ਦੀ ਕੋਈ ਨੀਤੀ ਬਣਾਓ ਸਪੀਕਰ ਸਾਹਿਬ, ਇਹਨਾਂ ਦਾ ਮਸਲਾ ਹੱਲ ਕਰੋ ਵਿਚਾਰਿਆਂ ਦਾ। ਕੋਈ ਚਲੋ ਜੇ ਆਪਣੀ ਜਾਨ ਗਵਾਈ ਬੈਠੇ ਨੇ, there has got to be some compensation in some form, some security of life to them. Otherwise ਇਹ ਜਿਹੜਾ ਬਹੁਤ ਉਹਨਾਂ ਦੇ ਇਸ ਵਕਤ ਨਸ਼ਾ ਫਿਰ ਕਾਮਨ ਫੈਕਟਰ। ਮੈਂ ਕਿਸੇ ਨੂੰ ਨਹੀਂ ਇਲਜ਼ਾਮ ਦੇਣ ਲੱਗਾ, ਔਰ ਮਾਈਂਡ ਯੂ ਅਰੋੜਾ ਜੀ, ਤੁਸੀਂ ਪੜ੍ਹ ਰਹੇ ਸੀਗੇ ਅਬਾਊਟ ਥੀਸ ਫਿਗਰਸ।
ਐਨਡੀਪੀਐਸ ਪਰਚੇ ਦਰਜ ਕਰਨਾ ਥੋੜੋ ਨਸ਼ਾ ਖਤਮ ਹੋ ਜਾਂਦਾ। ਮੈਂ ਪਟਿਆਲੇ ਜੇਲ੍ਹ ਵਿੱਚ ਰਿਹਾ ਵਾਂ 78 ਦਿਨ, ਉਹਦੇ ਸਭ ਤੋਂ ਜ਼ਿਆਦਾ ਐਨਡੀਪੀਐਸ ਦੇ ਲੋਕ ਪੀੜਤ ਨੇ ਤੇ ਅੱਧੇ ਪਿੱਛੇ ਬੇਗੁਨਾਹ ਨੇ। ਜਿਹੜੇ ਕੰਜ਼ਿਊਮਰਸ ਨੇ, ਛੋਟੇ ਪੱਧਰ ਦੇ ਬੰਦੇ ਨੇ, ਜਿਹੜੇ ਵਿਚਾਰੇ ਕੋ ਆਦੀ ਹੋ ਗਏ ਜਾਂ ਨਹੀਂ ਰਹਿ ਸਕਦੇ, ਕਿਸੇ ਨੂੰ ਗ੍ਰਾਮ ਪਾਤੀ, ਪਰਚੇ ਦਰਜ ਕਰਕੇ ਪੁਲਿਸ ਨੇ ਦਿਖਾਤਾ ਕਿ ਬਹੁਤ ਚੱਕ ਦਿੱਤਾ ਕੰਮ। ਪਰ ਨਸ਼ੇ ਪੰਜਾਬ ਦੇ ਵਿੱਚ ਸਪੀਕਰ ਸਾਹਿਬ ਹੱਲੇ ਵੀ ਹੈਗੇ ਨੇ, ਹੱਲੇ ਵੀ ਬੱਚੇ ਮਰ ਰਹੇ ਨੇ। ਅਗੇਨ ਉਹਨਾਂ ਦੀ ਫਿਗਰ ਵੀ ਤਕਰੀਬਨ ਪਿਛਲੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਜਿਹੜੀ ਉਹ ਨਜ਼ਰ ਆਈ ਹੈ ਸਪੀਕਰ ਸਾਹਿਬ। ਤੇ ਲਾਸਟ ਵਿੱਚ ਮੈਂ ਪੰਚਾਇਤ ਮੰਤਰੀ ਸਾਹਿਬ ਨੂੰ ਮੇਰੀ ਇੱਕ ਬੇਨਤੀ ਆ, ਤੁਸੀਂ ਨਾ ਬਹੁਤ ਅੱਛਾ ਏਜੰਡਾ ਤੁਹਾਡਾ। ਜਸਟਿਸ ਕੁਲਦੀਪ ਸਿੰਘ ਰਿਪੋਰਟ ਨੇ ਮੁਹਾਲੀ ਕੱਲੇ ਜ਼ਿਲ੍ਹੇ ਵਿੱਚ 50,000 ਏਕੜ ਆਇਡੈਂਟੀਫਾਈ ਕੀਤੀ ਹੋਈ ਲੈਂਡ, ਪਾਵਰਫੁਲ ਲੋਕਾਂ ਦੀ, 1000 1200 ਕਨਾਲ ਹੈ ਉਹਨਾਂ ਲੋਕਾਂ ਦੇ ਕੋਲ। ਅਨਫੋਰਚੂਨੇਟਲੀ ਕੀ ਹੋ ਰਿਹਾ ਕਿ ਉਹ ਆਪਾਂ ਸ਼ੁਰੂਆਤ ਕਰਤੀ ਥੱਲਿਓਂ ਜੀ। ਅੱਜ ਝਲੇੜੀ ਕਲਾਂ ਦੇ ਪਿੰਡ ਉਹ ਕਹਿੰਦੇ 100 ਸਾਲ ਦੀ ਜ਼ਮੀਨ ਵਾਹੁੰਦੇ ਆ, 417 ਏਕੜ ਤੁਸੀਂ ਉੱਥੇ ਜਿਹੜੀ ਛੁਡਾਈ ਉਹਨਾਂ ਮੁੜ ਕੇ ਵਾਲੀ ਦੁਬਾਰਾ। ਇੱਕ ਆ ਤੁਸੀਂ ਸਿਸਵਾ ਗਈ ਛੁਡਾਈ, ਉਹਨੇ ਜਾ ਕੇ ਕੋਰਟ ਚੋਂ ਸਟੇ ਕਰਾ ਕੇ ਤੁਹਾਨੂੰ ਵੀ ਕੰਟੈਂਪਟ ਨੋਟਿਸ ਦੇ ਦਿੱਤਾ। ਇੱਕ ਮਿੰਟ ਮੇਰੀ ਗੱਲ ਸੁਣ ਲਓ, ਮੇਰੀ ਤੁਹਾਨੂੰ ਬੇਨਤੀ ਆ ਕਿ ਉਹਦਾ ਹੱਲ ਹੈਗਾ ਵਾ। ਜਿਹੜੇ ਵਿਚਾਰੇ ਗਰੀਬ ਹੈ ਨਾ ਜੀ, ਗੁਰਬੇ, ਜਿਨ੍ਹਾਂ ਨੇ ਕਿੱਲਾ ਸਾਂਭੀ, ਮੈਂ ਜ਼ਿਆਦਾ ਨਹੀਂ ਕਹਿੰਦਾ, ਕਿੱਲਾ 2 ਕਿੱਲੇ ਦੇ ਜਿਹੜੇ ਲੋਕ 50 ਸਾਲ 60 ਸਾਲ ਦੇ ਜਿਹਨਾਂ ਲੋਕਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਤੇ ਉਹ 'ਚੋਂ ਮਾੜੀ ਮੋਟੀ ਰੋਟੀ ਖਾਂਦੇ। ਇੱਕ ਦ ਪੰਜਾਬ ਵੈਲਫੇਅਰ ਐਂਡ ਸੈਟਲਮੈਂਟ ਆਫ ਲੈਂਡਲੈਸ ਮਾਰਜਨਲ ਐਂਡ ਸਮਾਲ ਆਕੂਪੈਂਟ ਫਾਰਮਰਸ ਅਲੋਟਮੈਂਟ ਆਫ ਪੰਚਾਇਤੀ ਲੈਂਡ ਬਿੱਲ 2021 ਕੇ 22 ਲਾਸਟ ਹੁਣੇ ਤਾਜ਼ਾ। ਤੁਸੀਂ ਉਹਦੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਦੀਆਂ ਜ਼ਮੀਨਾਂ ਸਪੀਕਰ ਸਾਹਿਬ, ਜਿਹੜੇ ਗਰੀਬ ਬੰਦੇ ਨੇ ਉਹਨਾਂ ਨੂੰ ਜੇ 10 ਸਾਲ ਦਾ ਕਬਜ਼ਾ ਵਾ, ਕਲੈਕਟਰ ਰੇਟ ਦੇ ਰਿਬੇਟ ਦੇ ਕੇ, ਜੇ 10 ਲੱਖ ਕਲੈਕਟਰ ਰੇਟ ਆ ਉਹਦੇ 6 ਲੱਖ ਰੁਪਇਆ ਦੇ ਕੇ ਉਹਨਾਂ ਨੂੰ ਮਾਲਕ ਬਣਾਓ। ਉਹਨਾਂ ਨੂੰ ਬਣਾਓ ਗਰੀਬਾਂ ਨੂੰ ਮਾਲਕ, ਜਿਹੜੇ ਬੈਠੇ ਨੇ ਰੋਟੀ ਖਾਂਦੇ ਨੇ। ਵੱਡਿਆਂ ਤੋਂ ਖੋਵੋ ਜ਼ਮੀਨ, ਅਸੀਂ ਤੁਹਾਡੇ ਨਾਲ ਹੈ, ਦੱਸੋ ਕਿਹਦੀ ਖੋਣ ਚੱਲਣਾ ਵਾ। ਹਲੇ ਵੱਡੀ ਦੀ ਤਾਂ ਆਪਾਂ ਹੱਥ ਹੀ ਨਹੀਂ ਲਾਇਆ ਕਿਸੇ ਨੂੰ, ਉਹ ਤਾਂ ਸਾਰੇ ਬੈਠੇ ਨੇ ਮਹਿਫੂਜ਼ ਫਾਰਮ ਹਾਊਸਸ ਚੰਡੀਗੜ੍ਹ। ਐਂਡ ਸਭ ਤੋਂ ਜ਼ਿਆਦਾ ਜਿਹੜਾ ਪਾਵਰਫੁਲ ਪੋਲੀਟੀਸ਼ੀਅਨ ਤੇ ਬਿਊਰੋਕਰੇਟ ਦਾ ਨੈਕਸਸ ਹੈਗਾ, that is around the capital of ਚੰਡੀਗੜ੍ਹ। ਸਾਰਾ ਮੋਹਾਲੀ ਜ਼ਿਲ੍ਹਾ, ਕਿਸੇ ਕੋਲ 50 ਏਕੜ ਹੈ, ਕਿਸੇ ਕੋਲ 100 ਏਕੜ ਹੈ, ਕਿਸੇ ਕੋਲ 200 ਏਕੜ ਹੈਗਾ, ਕਈਆਂ ਕੋਲ ਬਹੁਤ ਜ਼ਿਆਦਾ ਜ਼ਮੀਨ ਹੈ ਸਪੀਕਰ, ਔਰ ਅਰਸੇ ਤੋਂ। ਇਸ ਕਰਕੇ ਸਪੀਕਰ ਸਾਹਿਬ ਇਹ ਮੇਰੀ ਬੇਨਤੀ ਹੈ ਕਿ ਮੈਨੂੰ ਪੂਰਨ ਆਸ ਹੈ ਕਿ ਧਾਲੀਵਾਲ ਸਾਹਿਬ ਇਹ ਗੱਲ ਨੂੰ ਸਾਰੀ ਨੂੰ ਬੜੀ ਸੰਜੀਦਗੀ ਨਾਲ ਲੈਣੇ ਕਰਨਾ ਚਾਹੁੰਦੇ ਹੋ ਤੁਸੀਂ, ਪਰ ਕਈ ਵਾਰ ਤੁਹਾਨੂੰ ਅਫਸਰ ਵੀ ਜਿਹੜੇ ਅਫਸਰ ਤੋਂ ਤੁਸੀਂ ਕਰਾ ਰਹੇ ਹੋ ਹੁਣ ਉਹਦੇ ਤੇ ਵੀ ਇਲਜ਼ਾਮ ਲੱਗਿਆ ਹੋਇਆ ਵਿਚਾਰੇ ਤੇ, ਜਿਹੜਾ ਡੀਡੀਪੀਓ ਪਤਾ ਨਹੀਂ ਡਿਪਟੀ ਡਾਇਰੈਕਟਰ ਹੈਗਾ, ਉਹਨੇ ਵੀ ਫੈਸਲੇ ਗਲਤ ਕੀਤੇ ਨੇ ਮੁਸ਼ਤਰਕਾ ਮਾਲਕਾਂ ਦੇ। ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਕਿ ਕਰੋ, ਅਸੀਂ ਤੁਹਾਡੇ ਨਾਲ। ਮਲਟੀਪਲ ਪੈਨਸ਼ਨ ਦੀ ਗੱਲ ਉੱਠੀ ਹੈ, ਪਰ ਸਭ ਤੋਂ ਪਹਿਲਾਂ ਮੈਂ ਸਵਾਗਤ ਕੀਤਾ ਤੁਸੀਂ ਸਿਕਿਉਰਿਟੀ ਵਿਡਰਾਅ ਕੀਤੀ ਜਦੋਂ ਪੋਲੀਟੀਕਲ ਬੰਦਿਆਂ ਦੀ, ਸਭ ਤੋਂ ਪਹਿਲਾਂ ਅਸੀਂ ਸਵਾਗਤ ਕੀਤਾ। ਮਲਟੀਪਲ ਪੈਨਸ਼ਨ ਨਹੀਂ ਮਿਲਣੀਆਂ ਚਾਹੀਦੀਆਂ ਸਪੀਕਰ ਸਾਹਿਬ, ਐਬਸੋਲੂਟਲੀ ਨਾਟ। ਅਸੀਂ ਸਾਰੇ ਉਹਦੇ ਖਿਲਾਫ ਹਾਂ, ਪਰ ਮਲਟੀਪਲ ਪੈਨਸ਼ਨਸ ਦਾ ਖਜ਼ਾਨੇ ਵਿੱਚ ਕਿੰਨਾ ਬਚਤ ਹੋ ਰਹੀ ਹੈ ਅਮਨ ਜੀ, ਦੱਸਣਾ ਜ਼ਰਾ। ਆਈ ਥਿੰਕ not more than about 8 ਕਰੋੜ ਰੁਪੀਸ ਐਨੂਅਲ। ਜਸਟ ਅ ਮਿੰਟ, ਲੈਟ ਮੀ ਕੰਪਲੀਟ, ਹੋ ਸਕਦਾ ਜ਼ਿਆਦਾ ਹੋਵੇ। ਇਹਦੇ ਮੁਕਾਬਲੇ ਤੇ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ 'ਚ 250 ਕਰੋੜ ਰੁਪਈਆ ਪਬਲਿਸਿਟੀ ਤੇ, ਗੁਜਰਾਤ ਦੇ ਪੇਪਰਸ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ, where we have nothing to do at all, full page ads, ਟੈਲੀਵਿਜ਼ਨ, ਇਲੈਕਟ੍ਰੋਨਿਕ ਮੀਡੀਆ ਬਹੁਤ ਚੱਲ ਰਿਹਾ ਉੱਥੇ ਯਾਰ ਆਪਾਂ 250 ਕਰੋੜ ਰੁਪਇਆ, ਉਹ ਅੰਗਰੇਜ਼ੀ 'ਚ ਕਹਿੰਦੇ ਨੇ ਪੈਨੀ ਵਾਈਜ਼ ਐਂਡ ਪਾਊਂਡ ਫੁਲਿਸ਼। ਛੋਟੀ ਕਿਰਤ ਨੂੰ ਬੜੇ ਸਿਆਣੇ ਆ ਤੇ ਵੱਡੇ ਆਪਾਂ ਮਸਲਾ ਲੁਟਾ ਰਹੇ ਆ, ਉਧਰ ਅਸੀਂ ਕੋਈ ਧਿਆਨ ਨਹੀਂ ਰੱਖਦੇ। ਐਡਵਰਟਾਈਜ਼ਮੈਂਟ ਕਰੋ। ਸ਼੍ਰੀ ਬੁੱਧਰਾਮ ਜੀ ਹੋ ਗਿਆ ਜੀ। ਬੁੱਧਰਾਮ ਜੀ, ਮੰਤਰੀ ਜੀ ਕਹਿਣਾ ਚਾਹੁੰਦੇ ਕੁਝ? ਮੰਤਰੀ ਜੀ, ਇਹਨਾਂ ਦੇ ਸੰਬੰਧ 'ਚ ਮੇਰੀ ਵੀ ਇੱਕ ਗੁਜ਼ਾਰਿਸ਼ ਹੈ, ਸਾਡੇ ਵੀ 2 ਪਿੰਡ ਹੈਗੇ ਆ, ਉੱਥੇ ਵੀ ਜ਼ਮੀਨਾਂ ਦਾ ਸਿਸਟਮ ਕਰਨਾ ਨਾ ਪਲੀਜ਼। ਕਰੋ ਜੀ, ਕਰੋ। ਖਹਿਰਾ ਸਾਹਿਬ ਨੇ ਕਿਹਾ ਕਿ ਅਸੀਂ ਗਰੀਬ ਲੋਕਾਂ